ਸਾਰਿਆਂ ਲਈ ਟਾਈਮ ਕੱਢਣ ਲਈ ਜੋ ਆਪ ਜੀ ਨੇ ਸਾਰਿਆਂ ਲਈ ਸਮਾਂ ਕੱਢਿਆ। ਡਾਕਟਰ ਕੁਲਦੀਪ ਸਿੰਘ ਦੀਪ ਜੀ, ਅਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਤੁਸੀਂ ਆਪਣੀ ਜੋ ਕਾਰਵਾਈ ਉਹ ਸ਼ੁਰੂ ਕਰ ਸਕਦੇ ਹੋ ਜੀ। ਬਹੁਤ ਧੰਨਵਾਦ ਜੀ। ਮੇਰੇ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਆਪਾਂ ਜੋ ਇੱਕ ਨਵਾਂ ਤਜਰਬਾ ਸ਼ੁਰੂ ਕੀਤਾ ਸੀ ਕਾਵ ਕਾਰਜਸ਼ਾਲਾ ਦੇ ਰੂਪ ਦੇ ਵਿੱਚ, ਉਹਦਾ ਰਿਸਪੌਂਸ ਕਾਫੀ ਅੱਛਾ ਰਿਹਾ, ਸਾਰਿਆਂ ਨੂੰ ਵਧੀਆ ਲੱਗਿਆ। ਇਸ ਕਰਕੇ ਆਪਾਂ ਉਹਦੇ ਸੈਕੰਡ ਫੇਜ਼ ਦੇ ਵਿੱਚ ਆਪਾਂ ਸ਼ਾਮਲ ਹੋ ਰਹੇ ਹਾਂ। ਅੱਜ ਕਾਫੀ ਸਾਰੀਆਂ ਗੱਲਾਂ ਲਗਭਗ 2 ਘੰਟੇ ਦੇ ਕਰੀਬ ਆਪਾਂ ਉਸ ਦਿਨ ਕੀਤੀਆਂ ਸੀ ਕਵਿਤਾ ਬਾਰੇ। ਹਾਂਜੀ ਬਿਲਕੁਲ। ਤੇ ਉਹ ਜਿਨ੍ਹਾਂ ਨੇ ਵੀ ਦੇਖਿਆ ਉਹਨਾਂ ਨੇ ਕਾਫੀ ਉਹਦੀ ਪ੍ਰੇਜ਼ ਕੀਤੀ ਤੇ ਉਹਨਾਂ ਨੂੰ ਵੀ ਚੰਗਾ ਲੱਗਿਆ, ਤੇ ਉਹਨਾਂ ਦੇ ਵਿੱਚੋਂ ਵੀ ਕੁਝ ਮੈਂਬਰ ਅੱਜ ਸਾਡੇ ਨਾਲ ਸ਼ਾਮਲ ਨੇ। ਤੇ ਅੱਜ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਆਪਾਂ ਕੁਝ ਗੱਲਾਂ ਹੋਰ ਕਰਾਂਗੇ ਤੇ ਕੁਝ ਚਰਚਾ ਕਰਾਂਗੇ ਉਹਨਾਂ ਕਵਿਤਾਵਾਂ ਦੇ ਉੱਤੇ ਜਿਹੜੀਆਂ ਕਵਿਤਾਵਾਂ ਤੁਸੀਂ ਭੇਜੀਆਂ ਨੇ। ਮੈਂ ਉਸ ਦਿਨ ਵੀ ਪਹਿਲਾਂ ਤੁਹਾਨੂੰ ਗੁਜ਼ਾਰਿਸ਼ ਕੀਤੀ ਸੀ ਕਿ ਜਦੋਂ ਆਪਾਂ ਇਸ ਤਰ੍ਹਾਂ ਇੱਕ ਪਰਿਵਾਰ ਵਾਂਗੂ ਇਕੱਠੇ ਹੋ ਕੇ ਬੈਠਦੇ ਹਾਂ ਤਾਂ ਉਹਦੇ ਵਿੱਚ ਬਹੁਤ ਖੁੱਲੇ ਮਨ ਨਾਲ ਚਰਚਾ ਕਰਦੇ ਹਾਂ, ਕਿਉਂਕਿ ਪਰਿਵਾਰ ਦੀ ਇਹ ਭਾਵਨਾ ਹੁੰਦੀ ਹੈ ਕਿ ਆਪਾਂ ਕਿਸੇ ਵੀ ਮੈਂਬਰ ਨੂੰ ਕੁਝ ਵੀ ਕਹਿ ਸਕਦੇ ਹੁੰਦੇ ਹਾਂ। ਬਿਲਕੁਲ ਜੀ। ਜਦੋਂ ਅਸੀਂ ਰਸਮੀ ਤੌਰ ਤੇ ਕਿਸੇ ਥਾਂ ਤੇ ਜਾ ਕੇ ਬੈਠਦੇ ਹਾਂ, ਉੱਥੇ ਅਸੀਂ ਬਹੁਤ ਸੋਚ ਕੇ ਬੋਲਣਾ ਹੁੰਦਾ ਹੈ ਤੇ ਕਈ ਵਾਰੀ ਨਹੀਂ ਵੀ ਬੋਲਣਾ ਹੁੰਦਾ, ਬਹੁਤ ਸਾਰੀਆਂ ਗੱਲਾਂ ਇਗਨੋਰ ਕਰਨੀਆਂ ਹੁੰਦੀਆਂ ਨੇ, ਬੋਲਣਾ ਚਾਹੁੰਦੇ ਹੋਏ ਵੀ ਨਹੀਂ ਬੋਲਦੇ ਹੁੰਦੇ ਆਪਾਂ। ਸੋ ਇੱਥੇ ਆਪਾਂ ਸਾਰੇ ਫ੍ਰੀ ਹਾਂ। ਤੁਹਾਨੂੰ ਜਦੋਂ ਕੋਈ ਲੱਗਦਾ ਹੈ ਕੋਈ ਸਵਾਲ ਕਰਨਾ ਹੈ, ਜਦੋਂ ਕੋਈ ਲੱਗਦਾ ਹੈ ਕੋਈ ਸੁਝਾਅ ਦੇਣਾ ਹੈ, ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ, ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ, ਆਪਾਂ ਉਹਦੇ ਵਿੱਚ ਆਪਣੀ ਦਖਲਅੰਦਾਜ਼ੀ ਕਰ ਸਕਦੇ ਹਾਂ। ਸੋ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੋਇਆ ਇੱਕ ਵਾਰੀ ਬਹੁਤ ਬਰੀਫ ਆਪਾਂ ਸਮਰੀ ਕਰਦੇ ਹਾਂ ਪਿਛਲੀਆਂ ਗੱਲਾਂ ਦੀ, ਕਿ ਪਿਛਲੇ ਆਪਾਂ ਐਪੀਸੋਡ ਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਕੀਤੀ ਸੀ ਕਿ ਕਵਿਤਾ ਸੰਵੇਦਨਾ ਤੋਂ ਬਿਨਾਂ ਨਹੀਂ ਆ ਸਕਦੀ ਹੈ। ਜਿੰਨੀ ਦੇਰ ਤੱਕ ਅਸੀਂ ਸਮਾਜਿਕ ਸਰੋਕਾਰਾਂ ਪ੍ਰਤੀ, ਆਪਣੇ ਆਲੇ ਦੁਆਲੇ ਪ੍ਰਤੀ, ਆਪਣੇ ਰਿਸ਼ਤਿਆਂ ਪ੍ਰਤੀ, ਆਪਣੀ ਦੁਨੀਆ ਪ੍ਰਤੀ ਸੈਂਸਿਟਾਈਜ਼ ਨਹੀਂ ਹੁੰਦੇ ਹੈਗੇ, ਥਾਟਫੁਲ ਨਹੀਂ ਹੁੰਦੇ ਹੈਗੇ, ਉਨੀ ਦੇਰ ਤੱਕ ਸਾਡੇ ਅੰਦਰੋਂ ਕਵਿਤਾ ਪੈਦਾ ਨਹੀਂ ਹੋ ਸਕਦੀ। ਕਿਉਂਕਿ ਕਵਿਤਾ ਮਹਿਸੂਸ ਕਰਨ ਦਾ ਨਾਂ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਧੁਰ ਅੰਦਰੋਂ ਮਹਿਸੂਸ ਕਰਦੇ ਹੋ, ਜਦੋਂ ਕੋਈ ਚੀਜ਼ ਤੁਹਾਨੂੰ ਹਲੂਣਦੀ ਹੈ, ਜਦੋਂ ਕੋਈ ਚੀਜ਼ ਤੁਹਾਨੂੰ ਝੰਜੋੜਦੀ ਹੈ, ਤਾਂ ਉਹ ਚੀਜ਼ ਤੁਹਾਨੂੰ ਤੁਹਾਡੇ ਅੰਦਰੋਂ ਆਪਣੇ ਆਪ ਪ੍ਰਗਟਾਵੇ ਲਈ ਸ਼ਬਦ ਲੱਭਦੀ ਹੈ। ਤੇ ਇਸੇ ਕਰਕੇ ਕਵਿਤਾ ਨੂੰ ਭਾਵਾਂ ਦਾ ਵਿਸਫੋਟ ਕਿਹਾ ਜਾਂਦਾ ਹੈ। ਤੇ ਕਈ ਵਾਰੀ ਮਤਲਬ ਅਸੀਂ ਕਵਿਤਾ ਲਿਖਣ ਦਾ ਕੋਈ ਮੂਡ ਵੀ ਨਹੀਂ ਹੁੰਦਾ, ਪਰ ਅਚਨਚੇਤ ਕੋਈ ਸਥਿਤੀ ਇਹੋ ਜਿਹੀ ਵਾਪਰ ਜਾਂਦੀ ਹੈ ਕਿ ਅਸੀਂ ਉਤੇ ਕਵਿਤਾ ਲਿਖ ਲੈਂਦੇ ਹਾਂ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਉਹ ਕਵਿਤਾ ਕਿਵੇਂ ਲਿਖ ਲਈ। ਸੋ ਇਸ ਕਰਕੇ ਜਦੋਂ ਅਸੀਂ ਸੰਵੇਦਨਸ਼ੀਲ ਹੁੰਦੇ ਹਾਂ, ਉਦੋਂ ਹੀ ਸਾਡੇ ਅੰਦਰ ਇਸ ਕਿਸਮ ਦਾ ਜਿਹੜਾ ਇੱਕ ਮਾਹੌਲ ਪੈਦਾ ਹੁੰਦਾ ਹੈ, ਇੱਕ ਵਾਤਾਵਰਨ ਪੈਦਾ ਹੁੰਦਾ ਹੈ, ਜਿਹਦੇ ਵਿੱਚੋਂ ਕਵਿਤਾਵਾਂ ਦੀ ਸਿਰਜਣਾ ਹੁੰਦੀ ਹੈ। ਇਸ ਨੂੰ ਸਾਡੇ ਜੋ ਵੱਡ ਵਡੇਰੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਬਹੁਤ ਸਾਰੇ ਭਾਵ ਹੁੰਦੇ ਨੇ। ਭਰਤ ਮੁਨੀ ਨੇ ਕਿਹਾ ਕਿ 9 ਰਸ ਹੁੰਦੇ ਨੇ ਤੇ 9 ਰਸਾਂ ਦੇ ਪਿੱਛੇ 9 ਸਥਾਈ ਭਾਵ ਹੁੰਦੇ ਨੇ। ਕੋਈ ਵੀ ਭਾਵ ਜਦੋਂ ਸਾਡੇ ਤੇ ਇੰਨਾ ਕੁ ਹਾਵੀ ਹੋ ਜਾਂਦਾ ਹੈ ਕਿ ਸਾਨੂੰ ਹੋਰ ਕੁਝ ਨਹੀਂ ਸੁਝਦਾ ਹੈਗਾ, ਅਸੀਂ ਪੂਰੀ ਤਰ੍ਹਾਂ ਉਸ ਭਾਵ ਦੀ ਜਕੜ ਦੇ ਵਿੱਚ ਹੁੰਦੇ ਹਾਂ, ਉਦੋਂ ਸਾਡੇ ਅੰਦਰੋਂ ਕੁਝ ਨਾ ਕੁਝ ਸਿਰਜਿਆ ਜਾਂਦਾ ਹੈ। ਲਿਟਰੇਚਰ, ਕਲਾਵਾਂ ਇਹਨਾਂ ਭਾਵਾਂ ਦੇ ਸਿਖਰ ਚੋਂ ਪੈਦਾ ਹੁੰਦੀਆਂ ਨੇ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸ਼ਿੰਗਾਰ ਰਸ ਹੈ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਵੀਰ ਰਸ ਹੈ, ਜਿਹਦੇ ਵਿੱਚ ਹਾਸ ਰਸ ਹੈ, ਜਿਹਦੇ ਵਿੱਚ ਰੌਦਰ ਰਸ ਹੈ, ਜਿਹਦੇ ਵਿੱਚ ਭਿਆਨਕ ਰਸ ਹੈ, ਜਿਹਦੇ ਵਿੱਚ ਸ਼ਾਂਤ ਰਸ ਹੈ। ਇਹ ਸਾਰੇ ਜਿਹੜੇ ਵੈਰਾਗ ਰਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਸਾਰੇ ਜਿਹੜੇ ਭਾਵ ਨੇ ਸਾਡੇ ਅੰਦਰ, ਸਾਡੇ ਮਨ ਦੀਆਂ ਸਥਿਤੀਆਂ ਨੇ। ਕਿਸੇ ਵੇਲੇ ਅਸੀਂ ਬਹੁਤ ਗੁੱਸੇ ਦੇ ਵਿੱਚ ਹੁੰਦੇ ਹਾਂ ਤਾਂ ਉਦੋਂ ਸਾਡੇ ਤੇ ਰੌਦਰ ਰਸ ਹਾਵੀ ਹੁੰਦਾ ਹੈ। ਕਿਸੇ ਵੇਲੇ ਅਸੀਂ ਬਹੁਤ ਵੈਰਾਗ 'ਚ ਹੁੰਦੇ ਹਾਂ, ਉਦੋਂ ਸ਼ਾਂਤ ਰਸ ਸਾਡੇ ਤੇ ਹਾਵੀ ਹੁੰਦਾ ਹੈ। ਕਿਤੇ ਅਸੀਂ ਬਹੁਤ ਪ੍ਰੇਮ ਦੀ, ਮੁਹੱਬਤ ਦੀ ਮੁਦਰਾ 'ਚ ਹੁੰਦੇ ਹਾਂ, ਉਦੋਂ ਸ਼ਿੰਗਾਰ ਰਸ ਸਾਡੇ ਤੇ ਹਾਵੀ ਹੁੰਦਾ ਹੈ। ਜਦੋਂ ਇਹ ਸਾਰੇ ਭਾਵ ਸਾਡੇ ਅੰਦਰੋਂ ਖੜੇ ਹੁੰਦੇ ਨੇ, ਜਦੋਂ ਬਾਹਰ ਕੋਈ ਇਹੋ ਜਿਹੀ ਚੀਜ਼ਾਂ ਵਾਪਰਦੀਆਂ ਨੇ, ਉਦੋਂ ਸਾਡੇ ਅੰਦਰੋਂ ਉਹ ਭਾਵ ਉੱਠ ਖੜਦੇ ਨੇ ਤੇ ਉਹ ਸਾਡੇ ਮਨ ਤੇ ਛਾ ਜਾਂਦੇ ਨੇ, ਉਹਦੇ ਵਿੱਚੋਂ ਕਵਿਤਾ ਪੈਦਾ ਹੁੰਦੀ ਹੈ। ਸੋ ਕਵਿਤਾ ਸੰਵੇਦਨਾ ਚੋਂ ਸਿਰਜੇ ਜਾਣ ਵਾਲੀ ਚੀਜ਼ ਹੈ। ਦੂਜੀ ਗੱਲ ਜਿਹੜੀ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਕੀਤੀ ਸੀ, ਉਹ ਸੀ ਕਿ ਕਵਿਤਾ ਲਈ ਤੁਹਾਡੇ ਕੋਲੇ
ਇੱਕ ਖਾਸ ਕਿਸਮ ਦਾ ਅਨੁਭਵ ਤੇ ਵਿਸ਼ਲੇਸ਼ਣ ਕਰਨ ਦੀ ਸ਼ਕਤੀ ਚਾਹੀਦੀ ਹੈ। ਤੁਸੀਂ ਆਪਣੀਆਂ ਧਾਰਨਾਵਾਂ ਬਣਾ ਸਕਦੇ ਹੋ, ਬਣੀਆਂ ਬਣਾਈਆਂ ਧਾਰਨਾਵਾਂ ਨੂੰ ਤੋੜ ਸਕਦੇ ਹੋ, ਕਿਉਂਕਿ ਜਦੋਂ ਤੁਹਾਡੇ ਸਾਹਮਣੇ ਕੋਈ ਚੀਜ਼ ਵਾਪਰਦੀ ਹੈ ਉਹਨੂੰ ਦੇਖਣ ਵਾਲੀਆਂ ਹਜ਼ਾਰਾਂ ਲੱਖਾਂ ਅੱਖਾਂ ਹੁੰਦੀਆਂ ਨੇ। ਉਹਨੂੰ ਪੱਤਰਕਾਰ ਆਪਣੇ ਨਜ਼ਰੀਏ ਤੋਂ ਦੇਖਦਾ ਹੈ, ਇਤਿਹਾਸਕਾਰ ਆਪਣੇ ਨਜ਼ਰੀਏ ਤੋਂ ਦੇਖਦਾ ਹੈ, ਕੋਈ ਜੀਓਗ੍ਰਾਫੀ ਵਾਲਾ ਬੰਦਾ ਹੈ ਉਹ ਆਪਣੇ ਨਜ਼ਰੀਏ ਤੋਂ ਦੇਖਦਾ ਹੈ, ਕੋਈ ਕੁਦਰਤ ਵਾਲਾ ਬੰਦਾ ਉਹ ਆਪਣੇ ਨਜ਼ਰੀਏ ਤੋਂ ਦੇਖਦਾ ਹੈ, ਜਿਹੜਾ ਸ਼ਾਇਰ ਹੈ, ਜਿਹੜਾ ਕਲਾਕਾਰ ਹੈ, ਉਹ ਉਹਨੂੰ ਆਪਣੇ ਨਜ਼ਰੀਏ ਤੋਂ ਦੇਖਦਾ ਹੈ। ਸੋ ਜਦੋਂ ਅਸੀਂ ਉਸ ਚੀਜ਼ ਨੂੰ ਦੇਖਦੇ ਹਾਂ, ਫਿਰ ਅਸੀਂ ਸਭ ਤੋਂ ਪਹਿਲਾਂ ਉਹਦੀ ਇੰਟਰਪ੍ਰੀਟੇਸ਼ਨ ਕਰਦੇ ਹਾਂ, ਉਹਨੂੰ ਐਨਾਲਾਈਜ਼ ਕਰਦੇ ਹਾਂ, ਉਸ ਗੱਲ ਨੂੰ, ਉਹਦੇ ਅੰਦਰ ਕੀ ਚੱਲ ਰਿਹਾ ਹੈ, ਪਰਦੇ ਦੇ ਪਿੱਛੇ ਕੀ ਚੱਲ ਰਿਹਾ ਹੈ, ਉਸ ਨੂੰ ਮਹਿਸੂਸ ਕਰਦੇ ਹਾਂ। ਤੇ ਜਦੋਂ ਅਸੀਂ ਕਿਸੇ ਵਰਤਾਰੇ ਦੇ ਅੰਦਰਲੀਆਂ ਚੀਜ਼ਾਂ ਨੂੰ ਲੱਭਣ ਲੱਗ ਜਾਈਏ ਤਾਂ ਉਦੋਂ ਅਸੀਂ ਕਿਸੇ ਵੀ ਕਲਾ ਦੇ ਨੇੜੇ ਪਹੁੰਚ ਜਾਂਦੇ ਹਾਂ, ਕਿਉਂਕਿ ਕਲਾਵਾਂ ਫੋਟੋਗ੍ਰਾਫਿਕ ਨਹੀਂ ਹੁੰਦੀਆਂ ਹੈਗੀਆਂ। ਇੱਕ ਹੁੰਦੀ ਹੈ ਕਿਸੇ ਦੀ ਫੋਟੋ ਖਿੱਚਣਾ, ਫੋਟੋ ਦੇ ਵਿੱਚ ਸਾਡਾ ਬਾਹਰਲਾ ਚਿਹਰਾ ਆ ਜਾਂਦਾ ਹੈ, ਸਾਡੇ ਨੈਣ ਨਕਸ਼ ਆ ਜਾਂਦੇ ਨੇ, ਸਾਡੀ ਜਿਹੜੀ ਸੂਰਤ ਆ ਜਾਂਦੀ ਹੈ। ਪਰ ਜਦੋਂ ਅਸੀਂ ਐਕਸਰੇ ਕਰਦੇ ਹਾਂ ਕਿਸੇ ਚੀਜ਼ ਦਾ ਤਾਂ ਉਦੋਂ ਫੋਟੋ ਅੰਦਰਲੀ ਆਉਂਦੀ ਹੈ। ਕਵਿਤਾ ਹੈ, ਸ਼ਾਇਰੀ ਹੈ, ਸਾਹਿਤ ਹੈ, ਇਹ ਸਮਾਜਿਕ ਵਰਤਾਰਿਆਂ ਦਾ ਐਕਸਰੇ ਕਰਦਾ ਹੈ, ਸਮਾਜਿਕ ਵਰਤਾਰਿਆਂ ਦੀ ਚੀਰ ਫੜ ਕਰਦਾ ਹੈ, ਉਹਦੇ ਅੰਦਰ ਲੁਕੀਆਂ ਹੋਈਆਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਜਿੰਨਾ ਤੁਹਾਡਾ ਐਕਸਰੇ ਕਰਨ ਦੀ ਸ਼ਕਤੀ, ਤਾਕਤ ਮਜ਼ਬੂਤ ਹੋਊਗੀ, ਉਨੀ ਤੁਸੀਂ ਉਸ ਵਰਤਾਰੇ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਕਰਨ ਦੇ ਯੋਗ ਹੋਵੋਗੇ, ਉਨੀ ਤੁਹਾਡੀਆਂ ਕਵਿਤਾਵਾਂ ਜਾਂ ਤੁਹਾਡਾ ਸਾਹਿਤ ਰਿਚ ਹੋਊਗਾ। ਇਹ ਗੱਲ ਬਹੁਤ ਮਹੱਤਵਪੂਰਨ ਹੈ। ਉਸ ਦਿਨ ਆਪਾਂ ਕੁਝ ਸ਼ਾਇਰਾਂ ਦੇ ਹਵਾਲੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਵੇਂ ਉਹਨਾਂ ਨੇ ਮਿੱਥਾਂ ਤੋੜੀਆਂ, ਜਿਹਦੇ ਵਿੱਚ ਆਪਾਂ ਸ਼ਿਵ ਕੁਮਾਰ ਦੀ ਵਿਸ਼ੇਸ਼ ਤੌਰ ਤੇ ਗੱਲ ਕੀਤੀ ਸੀ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਤਜਰਬੇ ਸਾਹਿਤ ਦੇ ਵਿੱਚ ਹੁੰਦੇ ਨੇ। ਜਦੋਂ ਕੋਈ ਬਹੁਤ ਡੀਪਲੀ ਜਾ ਕੇ ਆਪਾਂ ਕਿਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਤੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਪੈਰਲਲ ਇੱਕ ਨਵੀਂ ਧਾਰਨਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਦੋ ਤਿੰਨ ਗੱਲਾਂ ਤੇ ਪਿਛਲੀ ਵਾਰੀ ਫੋਕਸ ਕੀਤਾ ਸੀ, ਤੇ ਨਾਲ ਹੀ ਆਪਾਂ ਕਵਿਤਾ ਦੇ ਸ਼ਿਲਪ ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਕੁਝ ਚੀਜ਼ਾਂ ਟੱਚ ਕੀਤੀਆਂ ਸੀ, ਜਿਵੇਂ ਤੁਕਾਂਤ ਦੀ ਆਪਾਂ ਗੱਲ ਕੀਤੀ ਸੀ ਉਸ ਦਿਨ, ਛੰਦਾਂ ਦੀ ਥੋੜੀ ਜਿਹੀ ਗੱਲ ਕੀਤੀ ਸੀ ਆਪਾਂ ਉਸ ਦਿਨ। ਭਾਵੇਂ ਅੱਜ ਦੇ ਦੌਰ ਦੇ ਵਿੱਚ ਜ਼ਰੂਰੀ ਨਹੀਂ ਕਿ ਅਸੀਂ ਤੁਕਾਂਤ ਆਧਾਰਿਤ ਕਵਿਤਾਵਾਂ ਲਿਖੀਏ, ਇਹ ਵੀ ਜ਼ਰੂਰੀ ਨਹੀਂ ਕਿ ਅਸੀਂ ਛੰਦ ਆਧਾਰਿਤ ਕਵਿਤਾਵਾਂ ਲਿਖੀਏ। ਅਸੀਂ ਆਪਣੀ ਮਰਜ਼ੀ ਨਾਲ ਤੁਕਾਂਤ ਆਧਾਰਿਤ ਕਵਿਤਾਵਾਂ ਲਿਖ ਸਕਦੇ ਹਾਂ, ਛੰਦ ਆਧਾਰਿਤ ਕਵਿਤਾਵਾਂ ਲਿਖ ਸਕਦੇ ਹਾਂ, ਗਜ਼ਲ ਦੀ ਬਹਿਰ 'ਚ ਲਿਖ ਸਕਦੇ ਹਾਂ, ਗੀਤ ਦੀ ਬਹਿਰ 'ਚ ਲਿਖ ਸਕਦੇ ਹਾਂ, ਖੁੱਲੀਆਂ ਕਵਿਤਾਵਾਂ ਲਿਖ ਸਕਦੇ ਹਾਂ, ਹਾਈਕੂ ਲਿਖ ਸਕਦੇ ਹਾਂ, ਹੋਰ ਪਤਾ ਨਹੀਂ ਕਿੰਨੀਆਂ ਹੀ ਫਾਰਮਸ ਨੇ ਜਿਹੜੀਆਂ ਕਵਿਤਾ ਦੀਆਂ, ਅਸੀਂ ਉਹਨਾਂ ਚੋਂ ਕਿਸੇ ਵੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਉਹ ਲਿਖਣਾ ਹੋਰ ਗੱਲ ਹੈ, ਸਮਝਣਾ ਹੋਰ ਗੱਲ ਹੈ, ਕਿਉਂਕਿ ਚੀਜ਼ਾਂ ਕਦੇ ਵੀ ਇਕੱਲੇ ਨਹੀਂ ਹੁੰਦੀਆਂ ਹੈਗੀਆਂ। ਚੀਜ਼ਾਂ ਇੱਕ ਦੂਜੇ ਦੇ ਵਿੱਚ ਆ ਕੇ ਘੁਸੜ ਜਾਂਦੀਆਂ ਨੇ, ਇੱਕ ਦੂਜੇ ਦੇ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦੀਆਂ ਨੇ, ਇਕੱਠੀਆਂ ਹੋ ਜਾਂਦੀਆਂ ਨੇ। ਜਦੋਂ ਅਸੀਂ ਗੀਤ ਲਿਖਦੇ ਹਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਗਜ਼ਲ ਵਾਲੀਆਂ ਜੇ ਸਾਡੇ ਕੋਲੇ ਹੈਗੀਆਂ ਨੇ, ਅਸੀਂ ਉਸ ਇਨਪੁਟ ਨੂੰ ਯੂਜ਼ ਕਰਦੇ ਹਾਂ। ਜਦੋਂ ਅਸੀਂ ਗਜ਼ਲ ਲਿਖਦੇ ਹਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਕਵਿਸ਼ਰੀ ਵਾਲੀਆਂ ਉਹਦੇ ਵਿੱਚ ਯੂਜ਼ ਕਰ ਲੈਂਦੇ ਹਾਂ। ਜਦੋਂ ਅਸੀਂ ਕਵਿਸ਼ਰੀ ਲਿਖਦੇ ਹਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਕਲਾਸੀਕਲ ਲਿਟਰੇਚਰ ਹੈ, ਅਸੀਂ ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਯੂਜ਼ ਕਰਦੇ ਹਾਂ। ਜਦੋਂ ਅਸੀਂ ਖੁੱਲੀ ਕਵਿਤਾ ਲਿਖਦੇ ਹਾਂ ਉਦੋਂ ਵੀ ਕਿਤੇ ਅਸੀਂ ਤੋਲ ਤੁਕਾਂਤ ਯੂਜ਼ ਕਰਦੇ ਹਾਂ। ਸੋ ਇਸ ਕਰਕੇ ਸਾਨੂੰ ਸਮਝ ਇਹਨਾਂ ਸਾਰੇ ਵਰਤਾਰਿਆਂ ਦੀ ਹੋਣੀ ਚਾਹੀਦੀ ਹੈ, ਸਾਰੀਆਂ ਚੀਜ਼ਾਂ ਦੀ ਸਮਝ ਹੋਣੀ ਚਾਹੀਦੀ ਹੈ। ਉਹਦੇ ਵਿੱਚੋਂ ਲਿਖਣ ਵੇਲੇ ਆਪਾਂ ਕੀ ਚੂਜ਼ ਕਰਨਾ ਹੈ ਇਹ ਬਾਅਦ ਦੀ ਗੱਲ ਹੈ, ਪਰ ਜਿੰਨੀ ਦੇਰ ਤੱਕ ਆਪਾਂ ਨੂੰ ਚੀਜ਼ਾਂ ਦੀ ਸਮਝ ਨਹੀਂ ਹੈਗੀ, ਕਵਿਤਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੀ, ਉਨੀ ਦੇਰ ਤੱਕ ਅਸੀਂ ਅਧੂਰੇ ਹੁੰਨੇ ਆ। ਤੇ ਅਧੂਰੇ ਹੋਣਾ, ਘੱਟ ਗਿਆਨ ਹੋਣਾ, ਇਹ ਆਪਣੇ ਆਪ ਦੇ ਵਿੱਚ ਜਿਹੜੀ ਬੰਦੇ ਦੀ ਬਹੁਤ ਵੱਡੀ ਘਾਟ ਹੁੰਦੀ ਹੈ। ਬੰਦੇ ਨੂੰ ਹਮੇਸ਼ਾ ਪੂਰਨ ਹੋਣ ਵਾਲੇ ਪਾਸੇ ਵਧਣਾ ਚਾਹੀਦਾ ਹੈ। ਘੱਟੋ ਘੱਟ ਜਿਹੜੇ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਅੱਜ ਆਪਾਂ ਛੰਦਬੰਦੀ ਤੇ ਥੋੜਾ ਜਿਹਾ ਵੱਧ ਫੋਕਸ ਕਰਾਂਗੇ। ਪਹਿਲਾਂ 10-15 ਮਿੰਟ ਆਪਾਂ ਉਹ ਤੇ ਲਾਵਾਂਗੇ, ਉਸ ਤੋਂ ਬਾਅਦ ਫਿਰ ਜਿਹੜੀਆਂ ਪ੍ਰੈਕਟੀਕਲ ਜਿਹੜੀਆਂ ਕਵਿਤਾਵਾਂ ਨੇ ਆਪਣੀਆਂ, ਇਹਨਾਂ ਤੇ ਗੱਲ ਕਰਾਂਗੇ। ਛੰਦਾਂ ਤੇ ਵੱਖਰੀ ਗੱਲ ਆਪਾਂ ਕਰਾਂਗੇ, ਕਦੇ ਆਪਾਂ 9 ਰਸਾਂ ਤੇ ਵੱਖਰੀ ਗੱਲ ਕਰਾਂਗੇ। ਸੋ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਅਗਲੀਆਂ ਵਰਕਸ਼ਾਪਾਂ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਅੱਜ ਆਪਾਂ ਛੰਦਾਂ ਤੇ ਗੱਲ ਕਰਦੇ ਹਾਂ ਕਿ ਛੰਦ ਕੀ ਹੁੰਦੇ ਨੇ, ਛੰਦ ਸਾਡੀ ਕਵਿਤਾ ਦੇ ਵਿੱਚ ਕੀ ਭੂਮਿਕਾ ਨਿਭਾਉਂਦੇ ਨੇ, ਛੰਦ ਤੋਂ ਬਗੈਰ ਕਵਿਤਾ ਕਿਹੋ ਜਿਹੀ ਹੁੰਦੀ ਹੈ, ਛੰਦਾਂ ਦੇ ਨਾਲ ਕਵਿਤਾ ਕਿਹੋ ਜਿਹੀ ਹੁੰਦੀ ਹੈ। ਅੱਜ ਦੀ ਕਵਿਤਾ ਦੇ ਵਿੱਚ ਕਿਤੇ ਛੰਦ ਸਾਨੂੰ ਲੋੜੀਂਦੇ ਨੇ ਕਿ ਨਹੀਂ ਲੋੜੀਂਦੇ ਹੈਗੇ, ਛੰਦਾਂ ਦੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਹਾਂ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਅੱਜ ਯੂਜ਼ ਨਹੀਂ ਕਰਦੇ ਹੈਗੇ। ਸੋ ਇਹਨਾਂ ਕੁਝ ਗੱਲਾਂ ਤੇ ਆਪਾਂ ਅੱਜ ਫੋਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਤੁਹਾਨੂੰ ਇੱਕ ਦੋ ਸਕਰੀਨਸ਼ਾਟ ਦਿਖਾਉਣਾ, ਉਹਦੇ ਨਾਲ ਆਪਾਂ ਚੱਲਦੇ ਕੁਝ ਗੱਲਾਂ ਕਰਾਂਗੇ।
मैं कुछ तैयार करने की कोशिश की है। ਇਹਦੇ ਮੁਤਾਬਕ ਆਪਾਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ, ਭਾਵੇਂ ਇਹ ਟੈਕਨੀਕਲ ਗੱਲਾਂ ਨੇ, ਪਰ ਟੈਕਨੀਕਲ ਗੱਲਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਜੇ ਅਸੀਂ ਸ਼ਾਇਰੀ ਦੇ ਮੈਦਾਨ ਦੇ ਵਿੱਚ ਆ। ਦਿਖਾਈ ਦੇ ਰਿਹਾ ਜੀ ਸਕਰੀਨਸ਼ਾਟ ਤੁਹਾਨੂੰ? हेलो जी सर। हाँ जी दिखाई दे रहा हाँ जी ओके। दे रहा है। ਹਾਂ, ਆਪਾਂ ਪੰਜਾਬੀ ਛੰਦ ਵਿਧਾਨ ਤੇ ਗੱਲ ਕਰਦੇ ਹਾਂ। ਵੈਸੇ ਤਾਂ ਜੇ ਇਹਦਾ ਪਿਛੋਕੜ ਦੇਖਣਾ ਹੋਵੇ ਤਾਂ ਇਹਦਾ ਪਿਛੋਕੜ ਪੰਜਾਬੀ ਨਾਲ ਨਹੀਂ, ਬੇਸਿਕਲੀ ਜਿਹੜਾ ਸਾਡਾ ਕਲਾਸੀਕਲ ਲਿਟਰੇਚਰ ਹੈ ਸਾਰਾ ਉਹ ਛੰਦ ਵਿਧਾਨ ਦੇ ਵਿੱਚ ਹੈ। ਉਹ ਚਾਹੇ ਹਿੰਦੀ ਹੈ ਚਾਹੇ ਸੰਸਕ੍ਰਿਤ ਹੈ, ਇਹਦੀਆਂ ਜੜ੍ਹਾਂ ਬਹੁਤ ਪਿੱਛੇ ਤੱਕ ਜਾਂਦੀਆਂ ਨੇ। ਸੰਸਕ੍ਰਿਤ ਦੇ ਵਿੱਚ ਵੀ ਇਹੀ ਛੰਦ ਵਿਧਾਨ ਹੈ ਤੇ ਜਿਹਨੂੰ ਅਸੀਂ ਪਿੰਗਲ ਕਹਿੰਦੇ ਹਾਂ। ਪਿੰਗਲ ਨਾਂ ਦਾ ਰਿਸ਼ੀ ਸੀ ਜਿਹੜਾ, ਉਹਨੇ ਪਹਿਲੀ ਵਾਰ ਇੱਕ ਕਿਤਾਬ ਲਿਖੀ ਸੀ ਛੰਦ ਸ਼ਾਸਤਰ। ਉਸ ਉਦੋਂ ਪਹਿਲੀ ਵਾਰ ਉਹਨੇ ਇਹਨਾਂ ਚੀਜ਼ਾਂ ਦੀ ਉਸ ਕਿਤਾਬ ਦੇ ਵਿੱਚ ਚਰਚਾ ਕੀਤੀ ਸੀ। ਉਸ ਤੋਂ ਬਾਅਦ ਸਾਡੀ ਜਿਹੜੀ ਸਾਰਾ ਜਿਹੜਾ ਕਿੱਸਾ ਕਾਵਿ ਹੈ, ਸਾਡੀ ਜਿਹੜੀ ਸਾਰੀ ਕਵਿਸ਼ਰੀ ਹੈ, ਉਹ ਸਾਰੀ ਇਸ ਛੰਦ ਵਿਧਾਨ ਦੇ ਉੱਤੇ ਟਿਕੀ ਹੋਈ ਹੈ। ਕਹਿਣ ਦਾ ਭਾਵ ਮੱਧਕਾਲ ਦੀ ਜਿੰਨੀ ਪੋਇਟਰੀ ਹੈ ਉਹ ਸਾਰੀ ਛੰਦਾਂ ਦੇ ਵਿੱਚ ਹੈ। ਉਸ ਦੌਰ ਦੇ ਵਿੱਚ ਛੰਦਾਂ ਤੋਂ ਬਿਨਾਂ ਕਵਿਤਾ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਸੀ। ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਛੰਦ ਤੋਂ ਬਿਨਾਂ ਕਵਿਤਾ ਲਿਖੀ ਜਾ ਸਕਦੀ ਹੈ। ਅੱਜ ਤੱਕ ਕਵਿਤਾ ਦੇ ਬਹੁਤ ਸਾਰੇ ਰੂਪ ਨੇ ਜਿਨ੍ਹਾਂ ਦੇ ਵਿੱਚ ਆਪਾਂ ਛੰਦ ਯੂਜ਼ ਨਹੀਂ ਕਰਦੇ ਹੈਗੇ, ਪਰ ਮੱਧਕਾਲ ਦੇ ਵਿੱਚ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ ਸੀ, ਸੋਚ ਵੀ ਨਹੀਂ ਸਕਦੇ ਸੀ ਕਿ ਛੰਦ ਤੋਂ ਬਿਨਾਂ ਕੁਝ ਲਿਖਿਆ ਜਾ ਸਕਦਾ ਹੈ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਛੰਦ ਵਿਧਾਨ ਦੀ ਆਪਾਂ ਚਰਚਾ ਕਰਦੇ ਹਾਂ। ਛੰਦ ਵਿਧਾਨ ਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਗੱਲ ਹੈ ਕਿ ਜਿਹੜਾ ਹਰ ਅੱਖਰ ਹੈ ਉਹਨੂੰ ਛੰਦਾਬੰਦੀ ਦੇ ਵਿੱਚ ਵਰਨ ਕਿਹਾ ਜਾਂਦਾ ਹੈ। ਵਰਨ ਅੱਖਰ ਆਪਾਂ ਕਹਿ ਦਿੰਦੇ ਹਾਂ, ਪਰ ਟੈਕਨੀਕਲ ਭਾਸ਼ਾ ਦੇ ਵਿੱਚ ਉਹ ਵਰਨ ਹੁੰਦਾ ਹੈ। ਜਿਵੇਂ ਕੱਕਾ, ਖੱਖਾ, ਗੱਗਾ, ਝੱਜਾ, ਛੱਛਾ, ਕੋਈ ਵੀ ਇਹਨਾਂ ਦੀ ਸਾਊਂਡ, ਇਹ ਵੈਸੇ ਅੱਖਰ ਨੇ। ਜਿਹੜਾ ਇਹਨਾਂ ਦੀ ਆਵਾਜ਼ ਹੈ ਕ, ਖ, ਗ, ਚ, ਛ, ਇਹ ਬੇਸਿਕਲੀ ਛੰਦ ਦਾ ਆਧਾਰ ਹੈ। ਉਸ ਤੋਂ ਬਾਅਦ ਦੂਜਾ ਪੱਖ ਹੈ ਇਹਦੇ ਵਿੱਚ ਲਗਾਂ। ਇਹ ਆਪਾਂ ਨੂੰ ਪਤਾ ਸਾਰਿਆਂ ਨੂੰ, ਲਗਭਗ ਪੰਜਾਬੀ ਆਪਾਂ ਇੰਨੀ ਪੜ੍ਹੀ ਹੋਈ ਹੈ ਕਿ ਅੱਖਰਾਂ ਦੇ ਨਾਲ ਲੱਗਣ ਵਾਲੇ ਜਿਹੜੇ ਚਿੰਨ੍ਹ ਹੁੰਦੇ ਨੇ ਉਹ ਲਗਾਂ ਹੁੰਦੀਆਂ ਨੇ, ਜਿਹਦੇ ਵਿੱਚ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਇਹ ਸਾਰੇ ਜਿਹੜੇ ਹੈਗੇ ਨੇ, ਲਾਂ, ਦੁਲਾਂ, ਇਹ ਸਾਰੀਆਂ ਲਗਾਂ ਨੇ। ਉਸ ਤੋਂ ਬਾਅਦ ਸਾਡੇ ਕੋਲੇ ਹੈਗੇ ਨੇ ਲਗਾਂ ਤੋਂ ਬਾਅਦ ਲਗਾਖਰ। ਇਹ ਤਿੰਨ ਨੇ, ਬਿੰਦੀ, ਟਿੱਪੀ ਤੇ ਅਦਕ। ਇਸ ਤੋਂ ਅੱਗੇ ਹੈ ਇੱਕ ਸ਼ਬਦ ਹੈ, ਟਰਮ ਹੈ ਮਾਤਰਾ। ਵੈਸੇ ਤਾਂ ਆਪਾਂ ਮਾਤਰਾ ਇਹਨਾਂ ਨੂੰ ਲਗਾਂ ਨੂੰ ਹੀ ਕਹਿ ਦਿੰਦੇ ਆ ਵੀ ਇਹ ਆ ਈ ਦੀ ਮਾਤਰਾ ਹੈ, ਊ ਦੀ ਮਾਤਰਾ, ਖਾਸ ਤੌਰ ਤੇ ਹਿੰਦੀ ਜਦੋਂ ਆਪਾਂ ਕਹਿ ਦਿੰਦੇ ਆ। ਪਰ ਛੰਦ ਵਿਧਾਨ ਦੇ ਵਿੱਚ ਮਾਤਰਾ ਦਾ ਮੀਨਿੰਗ ਹੋਰ ਹੁੰਦਾ ਹੈ। ਮਾਤਰਾ ਦਾ ਮੀਨਿੰਗ ਹੁੰਦਾ ਹੈ ਕਿ ਕਿੰਨਾ ਸਮਾਂ ਲੱਗਦਾ ਹੈ ਕਿਸੇ ਆਵਾਜ਼ ਨੂੰ ਬੋਲਣ ਤੇ, ਕਿਸੇ ਵਰਣ ਨੂੰ ਬੋਲਣ ਤੇ ਕਿੰਨਾ ਕੁ ਸਮਾਂ ਲੱਗਦਾ ਹੈ। ਉਸ ਸਮੇਂ ਦੇ ਆਧਾਰ ਤੇ ਅਸੀਂ ਸਾਰੀਆਂ ਜਿਹੜੀਆਂ ਮਾਤਰਾਵਾਂ ਨੇ ਉਹਨੂੰ ਦੋ ਹਿੱਸਿਆਂ 'ਚ ਵੰਡਦੇ ਆ। ਇਹ ਮੈਂ ਉਦੋਂ ਵੀ ਤੁਹਾਨੂੰ ਥੋੜਾ ਜਿਹਾ ਸਮਝਾਇਆ ਸੀ। ਉਹਦੇ ਵਿੱਚ ਪਹਿਲਾ ਹਿੱਸਾ ਲਘੂ ਹੈ ਤੇ ਦੂਜਾ ਹਿੱਸਾ ਗੁਰੂ ਹੈ। ਲਘੂ ਦਾ ਜਿਵੇਂ ਸ਼ਬਦ ਤੋਂ ਹੀ ਪਤਾ ਲੱਗਦਾ ਆਪਾਂ ਨੂੰ, ਲਘੂ ਦਾ ਮਤਲਬ ਮਿੰਨੀ, ਛੋਟਾ, ਤੇ ਗੁਰੂ ਦਾ ਮਤਲਬ ਵੱਡਾ। ਜਾਣੀ ਕਿ ਜੇ ਆਪਾਂ ਇਸ ਨੂੰ ਸੌਖਾ ਜਿਹਾ ਸਮਝਣਾ ਹੋਵੇ ਕਿ ਜੇ ਆਪਾਂ ਕਹਿ ਲਈਏ ਕਿ 1 ਕਿਲੋ ਤਾਂ ਲਘੂ ਹੈ, ਜੇ 2 ਕਿਲੋ ਉਹਦਾ ਦੁੱਗਣਾ ਕਰ ਦਈਏ ਤਾਂ ਗੁਰੂ ਹੈ। ਜੇ ਆਪਾਂ ਕਹੀਏ 1 ਮੀਟਰ ਤਾਂ ਲਘੂ ਹੈ, ਜੇ ਆਪਾਂ ਕਹੀਏ 2 ਮੀਟਰ ਤਾਂ ਗੁਰੂ ਹੈ। ਕਹਿਣ ਦਾ ਭਾਵ ਕੁਝ ਆਵਾਜ਼ਾਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਣ ਤੇ ਬਹੁਤ ਥੋੜਾ ਸਮਾਂ ਲੱਗਦਾ ਹੈ। ਕੁਝ ਆਵਾਜ਼ਾਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਣ ਤੇ ਦੁੱਗਣਾ ਸਮਾਂ ਲੱਗਦਾ ਹੈ। ਇਸ ਆਧਾਰ ਤੇ ਅਸੀਂ ਇਹਨੂੰ ਲਘੂ ਤੇ ਗੁਰੂ ਦੇ ਵਿੱਚ ਵੰਡਦੇ ਹਾਂ। ਤੁਹਾਡੇ ਚੋਂ ਪੰਜਾਬੀ ਅਧਿਆਪਕ ਕੋਈ ਹੈਗੇ ਆ? ਮੈਂ ਵੀਨਾ। ਓਕੇ। ਹਾਂਜੀ ਸਰ, ਮੈਂ ਰਜਿੰਦਰ ਕੌਰ, ਪੰਜਾਬੀ ਅਧਿਆਪਕ। ਆਪਾਂ ਕਿਤੇ ਨਾ ਮੁਹਾਰਨੀ ਕੀਤੀ ਹੋਣੀ ਸ਼ਾਇਦ, ਹਨਾ? ਹਾਂਜੀ ਸਰ। ਬਹੁਤ ਸ਼ੁਰੂ ਦੇ ਵਿੱਚ ਮੈਂ ਸਟੇਟ ਲੈਵਲ ਤੇ ਜਦੋਂ ਮੁਹਾਰਨੀ ਦੀ ਟ੍ਰੇਨਿੰਗ ਦਿੱਤੀ ਸੀ ਪਹਿਲੀ ਵਾਰ, ਤਾਂ ਉਦੋਂ ਮੈਂ ਇੱਕ ਤਰੀਕਾ ਵਰਤਿਆ ਸੀ ਮੁਹਾਰਨੀ ਸਿਖਾਉਣ ਵਾਸਤੇ ਪੰਜਾਬ ਦੇ ਵਿੱਚ। ਮਤਲਬ ਮੁਹਾਰਨੀ ਦੀ ਟ੍ਰੇਨਿੰਗ ਪਹਿਲੀ ਵਾਰ ਮੈਂ ਦਿੱਤੀ ਸੀ ਸਟੇਟ ਲੈਵਲ ਤੇ ਉਹਦੇ ਵਿੱਚ ਇੱਕ ਤਰੀਕਾ ਇਹ ਵਰਤਿਆ ਸੀ ਲਘੂ ਤੇ ਗੁਰੂ ਨੂੰ ਦੱਸਣ ਵਾਸਤੇ ਕਿ ਜਦੋਂ ਆਪਾਂ ਕੋਈ ਸਾਊਂਡ ਬੋਲਦੇ ਆ ਤਾਂ ਉਹਨੂੰ ਲਘੂ ਦਾ ਮਤਲਬ ਕਿੰਨਾ ਕੁ ਸਮਾਂ ਹੁੰਦਾ ਹੈ ਤੇ ਗੁਰੂ ਦਾ ਮਤਲਬ ਕਿੰਨਾ ਕੁ ਸਮਾਂ ਹੁੰਦਾ ਹੈ। ਜੇ ਤੁਸੀਂ ਮੈਨੂੰ ਦੇਖ ਪਾ ਰਹੇ ਹੋ, ਤੁਹਾਨੂੰ ਮੈਂ ਉਹ ਤਰੀਕਾ ਦੱਸਦਾ। ਉਹ ਮਤਲਬ ਇੱਕ ਬੋਲਿਆ ਜਾਂਦਾ ਸੀ, ਨਾਲ ਹੱਥ ਤੇ ਹੱਥ ਮਾਰ ਕੇ ਤਾੜੀ ਟਾਈਪ ਇੱਕ ਆਵਾਜ਼ ਪੈਦਾ ਕੀਤੀ ਜਾਂਦੀ ਸੀ। ਜਿਵੇਂ ਮੰਨ ਲਓ ਉਦਾਹਰਨ ਦੇ ਤੌਰ ਤੇ
मैं लघु बोला क, हुण इहनूं किन्ना समा लग्या बोलण ते, ये लघु है। क गुरु की है का, क का, च चा, ट टा, प पा। इत्थों पता लगता सानू कि इन्हां चों एक लघु है एक गुरु है। जो असीं कहने पा, इहदा मतलब उहनूं बोलण ते बहुत ज्यादा समा लग्या है। जे तुसीं एक बारी कोई बोलण दी थोड़ी जी प्रैक्टिस आप करके देखो तां तुहानूं इस गल दी थोड़ी जी समझ आऊगी। एक बारी प्लीज कोई एक तुहाडे चों डेमो दे सकदा जिहड़ी गल मैं कीती है हुण? एक मिनट, मैं डॉक्टर साहब कहना चाहांगी, मैनू कॉल आ गई है ते मैनू जाना पैना है। सो आप सब तो अज मैं इजाजत चाहांगी। जिद्दां ही मैं फ्री होवांगी मैं जरूर तुहानूं दोबारा ज्वाइन करना। जी जी ठीक है जी जी। हाँ जी, मैं रिक्वेस्ट करदा किसी भी टीचर नूं आपां थोड़ा थोड़ा नाल आप प्रैक्टिकल करके देखदे आ ताकि सानू भी समझ लग सके इस गल दी। कोई तुहाडे चों जे इस गल दी डेमो दे सकदा है जिहड़े मैं लघु ते गुरु दो उदाहरणां लेके समझाया, जिहनूं करके ऐं दिखा सकदा है जिवें मैं कीता सी। ख खा ग ग ग गा बहुत बढ़िया, बहुत बढ़िया, बहुत बढ़िया। सर जिवें तुसीं जेहड़ा तुसीं लघु दस्सिया ਉਹ किस ताली नाल ते जेहड़ा मतलब गुरु मात्रा है ਉਹਦੇ ਤੇ ਤਾੜੀ ਫਿਰ ਨਹੀਂ ਮਾਰਨੀ ਨਾ, मतलब ਉਹਦੇ ਤੇ ਅਸੀਂ ਆਪਣੀ ਸਾਊਂਡ ਤੇ ਧਿਆਨ ਦੇਣਾ। ਉਹ ਆਵਾਜ਼ ਨੂੰ ਆਪਾਂ ਲੰਬਾ ਕਰਕੇ ਬੋਲਦੇ ਆ। ਜੋ ਆਪਾਂ ਕਾ ਕਹਿੰਦੇ ਆ ਇਹਦਾ ਮਤਲਬ ਉਹਨੂੰ ਐ ਸਮਾਂ ਲੱਗਦਾ ਹੈ ਕਾ। ਮਤਲਬ ਜੇ ਤੁਸੀਂ ਮੇਰੇ ਹੱਥ ਦੇਖ ਰਹੇ ਹੋ ਨਾ, ਕਾ ਇੰਨਾ ਸਮਾਂ ਲੱਗਦਾ ਹੈ ਉਸ ਨੂੰ। ਜਦੋਂ ਆਪਾਂ ਬੋਲਦੇ ਆ ਇਹ ਫਟਕਾ ਜਿਹੜਾ ਵੱਜਦਾ ਹੈ ਇਹ ਸਮਾਂ, ਇਹ ਲਘੂ ਹੈ। ਇਹ ਸਰ ਜੇ ਅਸੀਂ ਪੂਰੀ ਮਹਾਰਨੀ ਨੂੰ ਇਸ ਤਰ੍ਹਾਂ ਤਾਲੀ ਨਾਲ ਰਿਪਰੈਜ਼ੈਂਟ ਕਰਨਾ ਹੋਵੇ ਲਘੂ ਮਾਤਰਾ ਨੂੰ, ਫਿਰ ਬੋਲ ਕੇ ਦੱਸੋ ਕਿਵੇਂ ਹੋਵੇਗਾ? ਹਾਂ, ਮੈਂ ਉਹ ਦੱਸਦਾ ਬਿਲਕੁਲ ਦੱਸਦਾ। ਉਹੀ ਹੈ। ਇੱਥੋਂ ਹੀ ਸਾਨੂੰ ਪਤਾ ਲੱਗੂਗਾ ਕਿ ਲਘੂ ਤੇ ਗੁਰੂ ਦਾ ਕੀ ਫਰਕ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਇੱਕ ਲਾਈਨ ਨੂੰ ਜੇ ਬੋਲੀਏ ਆਪਾਂ ਕ ਕਾ, ਕਿ ਕੀ, ਕੁ ਕੂ, ਕੇ, ਕੈ, ਕੌ, ਕੋ, ਕੌ, ਕੰ, ਕਾਂ। ਇਹ ਪੂਰੀ ਮਹਾਰਨੀ ਦੀ ਟੋਨ ਹੈ। ਸਾਰੀ ਮਹਾਰਨੀ ਦੀ ਇਹੀ ਟੋਨ ਹੈ। ਇਹ ਜੇ ਆਪਾਂ ਇਸ ਨੂੰ ਸਿੱਖ ਲਈਏ ਤਾਂ ਮੈਨੂੰ ਲੱਗਦਾ ਲਘੂ ਤੇ ਗੁਰੂ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਸਕਦੇ ਨੇ। ਕਦੇ ਵੀ ਜ਼ਿੰਦਗੀ ਸਾਨੂੰ ਭੁਲੇਖਾ ਨਹੀਂ ਪੈਂਦਾ ਹੈਗਾ। ਇਹਨੂੰ ਆਪਾਂ ਇੱਕ ਵਾਰੀ ਹੋਰ ਕਰਕੇ ਦੇਖਦੇ ਹਾਂ। ਉਦੋਂ ਬਾਅਦ ਤੁਸੀਂ ਜੇ ਕੋਈ ਕਰਕੇ ਦਿਖਾ ਸਕਦਾ ਹੋਇਆ ਮੈਨੂੰ ਜ਼ਰੂਰ ਕਰਕੇ ਦਿਖਾਇਓ। ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਦੁਬਾਰੇ ਕਰਦਾ। ਆਪਾਂ ਕ ਵਾਲੀ ਲਾਈਨ ਲੈਨੇ ਆ, ਕੋਈ ਲਾਈਨ ਲੈ ਲਓ, ਚ ਵਾਲੀ, ਟ, ਕ, ਚ, ਟ, ਤ, ਪ, ਹ, ਛ, ਜਿਹੜੀ ਮਰਜ਼ੀ ਲਾਈਨ ਲੈ ਲਓ। ਸਾਰੀ ਮਹਾਰਨੀ ਦਾ ਇੱਕੋ ਹੀ ਪੈਟਰਨ ਹੈ। ਸਾਰੀ ਮਹਾਰਨੀ ਲਘੂ ਤੇ ਗੁਰੂ ਦੇ ਵਿੱਚ ਵੰਡੀ ਹੋਈ ਹੈ। ਮੈਂ ਇੱਕ ਵਾਰੀ ਹੋਰ ਡੈਮੋ ਕਰਦਾ ਤੁਹਾਨੂੰ। ਆਪਾਂ ਕ ਵਾਲੀ ਲਾਈਨ ਦਾ ਦੁਬਾਰਾ ਡੈਮੋ ਕਰਦੇ ਹਾਂ। ਕ ਕਾ, ਕਿ ਕੁ ਕੂ। ਉਦੋਂ ਬਾਅਦ ਹੁਣ ਇੱਥੇ ਇਹਨੂੰ ਧਿਆਨ ਨਾਲ ਸਮਝੋ। ਹੁਣ ਤੱਕ ਮੈਂ ਕੀ ਕੀਤਾ ਸੀ, ਇੱਕ ਵਾਰੀ ਛੋਟਾ ਇੱਕ ਵਾਰੀ ਵੱਡਾ, ਇੱਕ ਵਾਰੀ ਛੋਟਾ ਇੱਕ ਵਾਰੀ ਵੱਡਾ, ਇੱਕ ਵਾਰੀ ਛੋਟਾ ਇੱਕ ਵਾਰੀ ਵੱਡਾ। ਕ ਛੋਟਾ, ਕਾ ਵੱਡਾ। ਇਹਦਾ ਮਤਲਬ ਜਿਹੜਾ ਕ ਇਹ ਮੁਕਤ ਹੈ, ਜਿਹੜਾ ਕਾ ਹੈ ਕੰਨੇ ਵਾਲਾ ਇਹ ਗੁਰੂ ਹੈ। ਫਿਰ ਇਸ ਤਰ੍ਹਾਂ ਸਿਹਾਰੀ ਤੇ ਬਿਹਾਰੀ। ਸਿਹਾਰੀ ਲਘੂ ਹੈ, ਸੀ। ਫਿਰ ਇਸ ਤਰ੍ਹਾਂ ਹੀ ਔਂਕੜ ਤੇ ਉਦੋਂ ਲੈਂਕੜ ਟੂ। ਫਿਰ ਐਸੇ ਉਦੋਂ ਬਾਅਦ ਜਿਹੜੇ ਬਾਕੀ ਸਾਰੇ ਨੇ ਜਿਹਦੇ ਵਿੱਚ ਲਾਂ, ਦੁਲਾਂ, ਹੋੜਾ ਤੇ ਕਨੌੜਾ, ਇਹ ਚਾਰੇ ਗੁਰੂ ਨੇ। ਇਹਨਾਂ ਚਾਰਾਂ ਤੇ ਬੋਲਣ ਤੇ ਵੱਧ ਸਮਾਂ ਲੱਗਦਾ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਲਘੂ ਨਹੀਂ ਹੈਗਾ। ਮੈਂ ਬੋਲਾਂ ਕੇ, ਕੈ, ਕੋ, ਕੌ, ਉਦੋਂ ਬਾਅਦ ਆ ਗਈ ਟਿੱਪੀ, ਕੰਗ, ਇਹ ਫਿਰ ਲਘੂ ਆ ਗਈ। ਫਿਰ ਕਾਂ, ਬਿੰਦੀ, ਫਿਰ ਗੁਰੂ ਆ ਗਈ। ਹੁਣ ਇਸ ਗੱਲ ਨੂੰ ਜੇ ਤੁਸੀਂ ਸਮਝ ਸਕੇ ਹੋ, ਕਿੰਨਾ ਕੁ ਸਮਝ ਸਕੇ ਹੋ, ਇਹ ਤੇ ਖਾਸਾ ਕੁਝ ਡਿਪੈਂਡ ਕਰਦਾ ਹੈ। ਸਾਡਾ ਜਿਹੜਾ ਰਵਾਇਤੀ ਛੰਦ ਵਿਧਾਨ ਹੈ,
ਕੋਈ ਦੱਸ ਸਕਦਾ ਹੁਣ ਮੈਨੂੰ ਇਹਦੇ ਵਿੱਚੋਂ ਕੋਈ ਇਸ ਤਰ੍ਹਾਂ ਕਰਕੇ? ਕੋਈ ਗੱਲ ਨਹੀਂ, ਜੇ ਆਪਾਂ ਗਲਤ ਵੀ ਕਰ ਲੈਂਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ, ਜੇ ਤੁਸੀਂ ਕੁਝ ਮੈਨੂੰ ਕਰਕੇ ਦਿਖਾ ਸਕਦੇ ਹੋ। ਸਰ ਮੈਂ ਕਰਾਂ ਰਜਿੰਦਰ ਕੌਰ। ਹਾਂਜੀ 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 ਮੈਮ, ਕਰੋ ਜੀ ਜ਼ਰੂਰ। ਹਾਂਜੀ ਸਰ, ਮੋਸਟਲੀ ਅਸੀਂ ਕਿਉਂਕਿ ਐਮਏ ਪੰਜਾਬੀ ਵੀ ਕੀਤੀ ਹੈ, ਉਦੋਂ ਇਹ ਚੀਜ਼ਾਂ ਪੜ੍ਹਦੇ ਇੰਟਰਸਟਿੰਗ ਵੀ ਲੱਗਦੀਆਂ ਸੀ ਔਰ ਬੱਚਿਆਂ ਨੂੰ ਵੀ ਕਰਵਾਉਂਦੇ ਰਹਿੰਦੇ ਆ, ਤਾਂ ਇਹ ਵਿਆਕਰਨ ਵਾਲਾ ਪੋਰਸ਼ਨ ਵਧੀਆ ਲੱਗਦਾ ਸੀ। ਜਿਵੇਂ ਸਰ ਇਹਨੂੰ ਅਸੀਂ ਐਕਟੀਵਿਟੀ ਨਾਲ ਕਰਾਉਂਦੇ ਹੁੰਦੇ ਆ ਬੱਚਿਆਂ ਨੂੰ ਵੀ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਕੱਲਾ ਅੱਖਰ ਆ ਜਿਹਨੂੰ ਆਵਾਜ਼ ਘੱਟ ਲੱਗਦੀ ਆ, ਜਿਹਨੂੰ ਅਸੀਂ ਲਘੂ ਕਹਿੰਦੇ ਆ, ਉਹਨੂੰ ਫਟ ਕੇ ਨਾ ਬੋਲਣਾ, ਤਾਂ ਹੀ ਤੁਸੀਂ ਤਾੜੀ ਮਾਰੀ ਆ ਸਰ, ਕਿ ਇੱਕਦਮ ਪਤਾ ਲੱਗੇ ਕਿ ਫੱਟ ਦੇ ਨਹੀਂ ਬੋਲਤਾ, ਦੂਜੇ ਨੂੰ ਅਸੀਂ ਲਮਕਾ ਕੇ ਬੋਲਿਆ। ਜਿਵੇਂ ਸਰ ਅਸੀਂ ਬੋਲਦੇ ਆ ਕ, ਕਾ, ਗੁੱਡ, ਈ, ਈ, ਊ, ਊ, ਏ, ਐ, ਓ, ਓ, ਸਰ ਇਸ ਤਰ੍ਹਾਂ। ਹਾਂ ਮੈਂ ਤੁਸੀਂ ਇਹਦੇ ਵਿੱਚ ਇੱਕ ਗੱਲ ਬਹੁਤ ਬਹੁਤ ਸੋਹਣਾ ਕੀਤਾ ਹੈ। ਇੱਕ ਪ੍ਰੋਬਲਮ ਰਹਿ ਗਈ ਇਹਦੇ ਵਿੱਚ, ਹਾਂਜੀ ਸਰ। ਜਦੋਂ ਤੁਸੀਂ ਲਾਂ ਤੇ ਦੁਲਾਂ ਤੇ ਆ ਗਏ, ਹਾਂਜੀ ਉਦੋਂ ਉਦੋਂ ਇਹ ਛੋਟੇ ਘਟਾਤਾ ਵੱਡੇ ਸਰ। ਨਹੀਂ ਹੈਗੇ, ਠੀਕ ਹੈ ਸਰ। ਉਦੋਂ ਦੋਨੇ ਹੀ ਲੰਬੇ ਨੇ। ਮਤਲਬ ਕਰੀਏ ਏ, ਹਾਂਜੀ ਐ, ਇਹ ਓ, ਦੂਜਿਆਂ ਦੇ ਕੰਪੈਰੀਟਿਵਲੀ ਜ਼ਿਆਦਾ ਸਮਾਂ ਇਹਨੂੰ ਆਪਾਂ ਲੈਂਦੇ ਐ ਨਹੀਂ ਨੇ ਕਹਿ ਸਕਦੇ ਇਹ ਨਹੀਂ ਹੈ ਕਹਿਣਾ ਹੈਗਾ, ਕਿਉਂਕਿ ਇਹਨੂੰ ਲਮਕਾ ਕੇ ਬੋਲੋ। ਇਹ ਦੋਨੇ ਹੀ ਲਮਕਾ ਕੇ ਬੋਲੇ ਜਾਣਗੇ, ਕਿਉਂਕਿ ਇਹ ਸਾਰੇ ਗੁਰੂ ਨੇ। ਇਹ ਹਾਂਜੀ ਸਰ ਠੀਕ। ਸਿਰਫ ਮੁਕਤਾ ਸਰ ਪਹਿਲਾਂ ਮੈਂ ਜਿਹੜਾ ਦੁਬਾਰਾ, ਬੋਲਦੇ ਆ, ਉਸ ਤੋਂ ਬਾਅਦ ਹਾਂਜੀ ਸਿਹਾਰੀ ਤੇ ਉਸ ਤੋਂ ਬਾਅਦ ਔਂਕੜ। ਸਿਆਰੀ ਤੇ ਔਂਕੜ, ਹਾਂ, ਤਿੰਨ ਜਿਹੜੇ ਹੈਗੇ ਹਾਂਜੀ ਨੇ ਇਹ ਤਿੰਨ ਹੀ ਲਘੂ ਨੇ ਸਰ। ਬਾਕੀ ਸਾਰੇ ਗੁਰੂ ਨੇ। ਕੋਈ ਹੋਰ ਡੈਮੋ ਗੁਰੂ ਕਰ ਨੇ, ਸਕਦਾ ਠੀਕ ਜੀ? ਸਰ ਮੈਂ ਕਰਾਂ ਜੀ? ਜੀ ਜੀ ਜੀ, ਤੁਸੀਂ ਹਾਂ। ਵੀਡੀਓ ਔਨ ਕਰ ਲਓ ਪਹਿਲਾਂ ਆਪਣੀ ਜੀ। एक्चुअली मेरा आज विजिबल कट है सर। हो रही है जी शो? हाँ जी हाँ जी हाँ जी। हाँ हाँ, ठीक, ही, हु, हे, है, हो, ओ, हं, हाँ। बहुत अच्छी बहुत अच्छी। बस थोड़ा जा ए ते ए, ऊ ते औ दे विच ਉਹਨੂੰ ਬਰਾਬਰ ਕਰ ਦੋ, ਜਮਾ ਦੋਨੇ ਸਾਊਂਡ ਨੂੰ ਬਰਾਬਰ ਕਰ ਦੋ ਉਹਨਾਂ ਨੂੰ। ਉੱਥੇ ਛੋਟਾ ਨਹੀਂ ਕਰਨਾ ਹੈਗਾ, ਉੱਥੇ ਆਪਾਂ ਇਹ ਨਹੀਂ ਕਹਿਣਾ ਹੈਗਾ ਏ ਐ, ਇਹਦਾ ਮਤਲਬ ਇੱਕ ਮੈਂ ਲੰਬੀ ਕਰ ਰਿਹਾ, ਇੱਕ ਛੋਟੀ ਕਰ ਰਿਹਾ, ਉਹਨੂੰ ਦੋਨਾਂ ਨੂੰ ਇੱਕ ਸੇਮ ਕਰੋ, ਏ ਐ ਓ ਔ। ਜੀ ਸਰ, ਥੈਂਕ ਯੂ ਸਰ। ਸੋ ਮੈਨੂੰ ਲੱਗਦਾ ਇਹ ਕਨਸੈਪਟ ਕਾਫੀ ਸਾਰੇ ਤੁਹਾਡੇ ਜੋ ਕਈਆਂ ਨੂੰ ਕਲੀਅਰ ਹੋ ਗਿਆ, ਪਰ ਫਿਰ ਵੀ ਜੇ ਕੋਈ ਹੋਰ ਡੈਮੋ ਕਰਨਾ ਚਾਹੁੰਦਾ ਤਾਂ ਕਰ ਸਕਦੇ ਹੋ, ਪਲੀਜ਼ ਇੱਕ ਵਾਰੀ ਕਰਕੇ ਦੇਖ ਲਓ। ਮੈਨੂੰ ਲੱਗਦਾ ਆਪਾਂ ਕਾਫੀ ਸੌਖੇ ਰਹਾਂਗੇ ਇਹਦੇ ਵਿੱਚ। ਹਾਂਜੀ ਅੱਗੇ ਵਧੀਏ। ਹਾਂਜੀ ਸਰ ਜੀ ਚਲੋ, ਇਹਦੇ ਵਿੱਚੋਂ ਆਪਾਂ ਨੂੰ ਹੁਣ ਜਿਹੜੀ ਗੱਲ ਆਪਾਂ ਸਮਝ ਸਕੇ ਆ ਹੁਣ ਤੱਕ ਦੀ ਗੱਲ ਦੇ ਵਿੱਚੋਂ, ਕਿ ਅਸੀਂ ਲਘੂ ਤੇ ਗੁਰੂ ਦਾ ਕਨਸੈਪਟ ਸਮਝ ਸਕੇ ਆ। ਇਹ ਪੰਜਾਬੀ ਭਾਸ਼ਾ ਦਾ ਜਾਂ ਕਿਸੇ ਵੀ ਭਾਸ਼ਾ ਦਾ ਬਹੁਤ ਬੁਨਿਆਦੀ ਸੰਕਲਪ ਹੈ, ਕਿ ਸਾਨੂੰ ਇਹ ਪਤਾ ਲੱਗ ਜਾਏ ਕਿ ਕਿਹੜੀ ਸਾਊਂਡ ਨੂੰ ਬੋਲਣ ਤੇ ਕਿੰਨਾ ਸਮਾਂ ਲੱਗਦਾ ਹੈ। ਇਹੀ ਸਾਰਾ ਛੰਦ ਵਿਧਾਨ ਦਾ ਆਧਾਰ ਹੈ। ਜਦੋਂ ਵੀ ਤੁਸੀਂ ਕੋਰੜਾ ਲਿਖਦੇ ਹੋ, ਕਵਿਤ ਲਿਖਦੇ ਹੋ, ਬੈਂਤ ਲਿਖਦੇ ਹੋ, ਦੋਹਰਾ ਲਿਖਦੇ ਹੋ, ਸੋਰਠਾ ਲਿਖਦੇ ਹੋ, ਦਵਈਆ ਲਿਖਦੇ ਹੋ, ਸਵਈਆ ਲਿਖਦੇ ਹੋ, ਕੁੰਡਲੀਆ ਲਿਖਦੇ ਹੋ, ਬੈਂਤ ਲਿਖਦੇ ਹੋ, ਕੋਈ ਵੀ ਛੰਦ ਲਿਖਦੇ ਹੋ, ਇਹ ਬੇਸਿਕ ਚੀਜ਼ ਉਹਦਾ ਆਧਾਰ ਹੈ। ਹੁਣ ਆਪਾਂ ਅਗਲੇ ਚਾਰਟ ਵੱਲ ਚੱਲਦੇ ਹਾਂ। ਹਾਂਜੀ, ਤੁਹਾਨੂੰ ਸਕਰੀਨਸ਼ਾਟ ਸ਼ੋ ਹੋ ਰਿਹਾ ਹੋਣਾ। ਹਾਂਜੀ ਸਰ। ਹਾਂਜੀ ਸਰ। ਇਹਦੇ ਵਿੱਚ ਇੱਕ ਪਾਸੇ ਲਘੂ ਵਰਨ ਨੇ, ਇੱਕ ਪਾਸੇ ਗੁਰੂ ਵਰਨ ਨੇ। ਲਘੂ ਵਰਨ ਵਾਲੇ ਪਾਸੇ ਬ੍ਰੈਕਟ ਦੇ ਵਿੱਚ ਆਈ ਵਰਗਾ ਸਾਈਨ ਪਾਇਆ ਹੋਇਆ, ਇੰਗਲਿਸ਼ ਦਾ ਆਈ ਜਿਹੜਾ ਅਲਫਾਬੈਟ ਹੈ, ਜਾਂ ਪੰਜਾਬੀ ਦਾ ਆਪਾਂ ਗਿਣਤੀ ਦਾ ਇੱਕ ਕਹਿ ਲਈਏ। ਗੁਰੂ ਵਰਨ ਦੇ ਵਿੱਚ ਆਪਾਂ ਐਸ ਵਰਗਾ ਸਾਈਨ ਪਾਇਆ ਹੋਇਆ। ਇਹ ਲਘੂ ਦਾ ਸਾਈਨ ਹੈ, ਉਹ ਗੁਰੂ ਦਾ ਸਾਈਨ ਹੈ। ਇਹਨੂੰ ਯਾਦ ਰੱਖੋ, ਜਿੱਥੇ ਵੀ ਇਹ ਆਇਆ ਹੋਊਗਾ, ਜਿੱਥੇ ਇਸ ਤਰ੍ਹਾਂ ਇੱਕ ਆਇਆ ਹੋਊਗਾ, ਆਈ ਵਰਗਾ ਅਲਫਾਬੈਟ ਆਇਆ ਹੋਊਗਾ, ਇਹਦਾ ਮਤਲਬ ਇੱਕ ਹੈ। ਜਿੱਥੇ ਐਸ ਆਇਆ ਹੋਇਆ, ਇਹਦਾ ਮਤਲਬ 2 ਹੈ। ਦੁੱਗਣਾ ਸਮਾਂ ਲੱਗਦਾ ਉਹਨੂੰ ਬੋਲਣ ਤੇ।
ਲਘੂ ਦੇ ਵਿੱਚ ਮੁਕਤਾ, ਸਿਹਾਰੀ ਤੇ ਔਂਕੜ ਹੈ। ਮੁਕਤੇ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅ, ਕ, ਚ, ਟ, ਤ, ਪ, ਬ ਸਾਰੇ ਮੁਕਤਾ ਨੇ। ਸਿਹਾਰੀ ਦੇ ਵਿੱਚ ਆਪਾਂ ਨੂੰ ਪਤਾ ਹੈ ਈ, ਕਿ, ਤੀ, ਲੀ, ਗੀ। ਇਸ ਤਰ੍ਹਾਂ ਔਂਕੜ ਊ, ਹੂ, ਲੂ, ਜੂ, ਊ। ਅੱਗੇ ਇਹਨਾਂ ਦੀ ਜਦੋਂ ਗਿਣਤੀ ਕਰਦੇ ਆ, ਇਹਨਾਂ ਦੀ ਇੱਕ ਹੀ ਗਿਣਤੀ ਹੈ ਸਾਰਿਆਂ ਦੀ। ਜਿਵੇਂ ਅਮਨ ਲਿਖਿਆ ਹੋਇਆ ਅਮਨ, ਜੇ ਆਪਾਂ ਅਮਨ ਦਾ ਪੋਇਟਿਕ ਤੌਰ ਤੇ ਵਜ਼ਨ ਕੱਢਣਾ ਹੋਵੇ ਤਾਂ 3 ਬਣਦਾ ਹੈ, ਕਿਉਂਕਿ ਤਿੰਨੇ ਹੀ ਲਘੂ ਨੇ। ਇਹ ਥੱਲੇ ਕਿਰਤ ਲਿਖਿਆ ਹੋਇਆ ਹੈ, ਜੇ ਕਿਰਤ ਦਾ ਵਜ਼ਨ ਕੱਢਣਾ ਹੋਵੇ ਉਹ ਵੀ 3 ਹੀ ਬਣਦਾ ਹੈ, ਕਿਉਂਕਿ ਸਿਹਾਰੀ ਵੀ ਲਘੂ ਹੈ, ਰਾਰਾ ਵੀ, ਰ ਵੀ ਲਘੂ ਹੈ ਤੇ ਤ ਵੀ ਲਘੂ ਹੈ। ਸੋ 1 + 1 + 1 = 3। ਕੋਈ ਵੀ ਸ਼ਬਦ ਆਪਣੀ ਕਾਪੀ ਤੇ ਲਿਖ ਲਓ, ਜੇ ਤੁਹਾਡੇ ਕੋਲ ਕਾਪੀ ਹੈਗੀ ਹੈ। ਜਦੋਂ ਆਪਾਂ ਇਧਰ ਗੁਰੂ ਵਾਲੇ ਵਰਣ ਕਰ ਲਏ ਤਾਂ ਤੁਹਾਨੂੰ ਆਪਣੇ ਆਪ ਉਹਦਾ ਵਜ਼ਨ ਕੱਢਣਾ ਆ ਜਾਊਗਾ ਸ਼ਬਦ ਦਾ, ਕਿ ਉਸ ਸ਼ਬਦ ਦਾ ਵਜ਼ਨ ਕੀ ਹੈ। ਹੁਣ ਗੁਰੂ ਵਰਣ ਕਰੋ, ਫਿਰ ਤੁਸੀਂ ਕੋਈ ਕਿਸੇ ਸ਼ਬਦ ਦਾ ਵਜ਼ਨ ਕੱਢ ਕੇ ਦੱਸਿਓ ਮੈਨੂੰ। ਗੁਰੂ ਵਰਣ ਦੇ ਵਿੱਚ ਕੰਨਾ ਆ, ਨਾ, ਆ, ਪਾ, ਖਾ। ਹਰੀ ਈ, ਈ, ਤੀ, ਹੀ, ਚੀ। ਲੈਂਕੜ ਊ, ਊ, ਸੂ, ਮੂ, ਲੂ। ਲਾਂ ਏ, ਤੇ, ਖੇ, ਸੇ, ਏ, ਤੇ, ਕੇ। ਫਿਰ ਦੁਲਾਵਾਂ ਐ, ਨੈ, ਪੈ, ਸੈ, ਤੈ, ਹੈ। ਫਿਰ ਹੋੜਾ ਓ, ਹੋ, ਕੋ, ਪੋ, ਚੋ, ਮੋ, ਗੋ, ਰੋ। ਫਿਰ ਕਨੌੜਾ ਔ, ਕੌ, ਚੌ, ਪੌ, ਸੌ, ਲੌ, ਸੌ। ਥੱਲੇ ਇੱਕ ਹੋਰ ਫੋਟੋ ਦਿੱਤੀ ਹੋਈ ਹੈ, ਉਹਦੇ ਵਿੱਚ ਬਕਾਇਦਾ ਲਘੂ ਤੇ ਗੁਰੂ ਉੱਪਰ ਲਿਖੇ ਹੋਏ ਨੇ। ਮੈਂ ਜੋ ਤਾਰੇ ਚੁਣੇ, ਮੌਤ ਮੇਰੀ ਬਣੇ, ਆਰਸੀ ਨੇ ਚੁਬੇ, ਆਰਸੀ ਨੇ ਚੁਬੇ, ਸ਼ਾਮ ਆਈ। ਇੱਕ ਲਾਈਨ ਹੈ, ਇਹਨੂੰ ਮਤਲਬ ਲਘੂ ਤੇ ਗੁਰੂ ਦੇ ਵਿੱਚ ਤੋੜਿਆ ਹੋਇਆ ਹੈ। ਜਿਵੇਂ ਪਹਿਲਾਂ ਮੈਂ ਹੈ, ਦੁਲਾਵਾਂ ਲੱਗੀਆਂ ਹੋਈਆਂ ਨੇ, ਗੁਰੂ ਹੈ, ਫਿਰ ਔਂਕੜ ਲੱਗਿਆ ਹੋਇਆ ਲਘੂ ਹੈ, ਕੰਨਾ ਲੱਗਿਆ ਹੋਇਆ ਗੁਰੂ ਹੈ, ਲਾਂ ਲੱਗੀ ਹੋਈ ਹੈ ਗੁਰੂ ਹੈ, ਫਿਰ ਔਂਕੜ ਲੱਗਿਆ ਹੋਇਆ ਲਘੂ ਹੈ, ਫਿਰ ਲਾਂ ਲੱਗੀ ਹੋਈ ਹੈ ਗੁਰੂ ਹੈ। ਇਸ ਤਰ੍ਹਾਂ ਮਤਲਬ ਸਾਰੇ ਜੇ ਤੁਸੀਂ ਤੁਹਾਨੂੰ ਦਿਖ ਰਹੇ ਨੇ ਸਕਰੀਨਸ਼ਾਟ ਤੇ, ਤਾਂ ਇਹ ਸਾਰੇ ਲਘੂ ਤੇ ਗੁਰੂ ਦੇ ਵਿੱਚ ਡਿਵਾਈਡ ਕੀਤੇ ਹੋਏ ਨੇ। ਜਦੋਂ ਆਪਾਂ ਇਹਨਾਂ ਨੂੰ ਗਿਣ ਲਾਂਗੇ ਤਾਂ ਆਪਾਂ ਨੂੰ ਆਪਣੀ ਪੂਰੀ ਲਾਈਨ ਦੇ ਵਜ਼ਨ ਦਾ ਪਤਾ ਲੱਗ ਜਾਊਗਾ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਆਪਾਂ ਗਿਣੀਏ ਇਸ ਨੂੰ, ਜਿਹੜਾ ਗੁਰੂ ਹੈ ਉਹਦਾ ਵਜ਼ਨ 2 ਗਿਣ ਲਓ, ਜਿਹੜਾ ਲਘੂ ਹੈ ਉਹਦਾ ਵਜ਼ਨ 1 ਗਿਣ ਲਓ। 2 ਤੇ 1 3 ਤੇ 2 5, 2 7 8 10 12 13 15 17 18 20 22 23, 23 2 25 2 27 ਤੇ 1 28, 28 2 30 2 32 ਤੇ 1 33 2 35 2 37। ਪਹਿਲੀ ਲਾਈਨ ਦਾ ਜਿਹੜਾ ਵਜ਼ਨ ਹੈ 37 ਹੋ ਗਿਆ। ਦੂਜੀ ਲਾਈਨ ਦਾ ਵਜ਼ਨ ਵੀ 37 ਜੇ ਹੋਇਆ ਤਾਂ ਸਾਡੀ ਪੋਇਟਰੀ ਠੀਕ ਹੈ। ਜੇ 37 ਚਲੋ 37 ਤੋਂ 38 ਹੋ ਗਿਆ ਤਾਂ ਕੋਈ ਗੱਲ ਨਹੀਂ, 37 ਤੋਂ 36 ਰਹਿ ਗਿਆ ਤਾਂ ਵੀ ਕੋਈ ਗੱਲ ਨਹੀਂ ਹੈਗੀ। ਪਰ ਜੇ 39 40 41 42 ਸਾਡਾ ਹੋ ਗਿਆ, ਜਾਂ 32 ਰਹਿ ਗਿਆ, 30 ਰਹਿ ਗਿਆ ਵਜ਼ਨ, ਤਾਂ ਇਹਦਾ ਮਤਲਬ ਸਾਡੀ ਪੋਇਟਰੀ 'ਚ ਕਿਤੇ ਫਾਲਟ ਹੈ। ਆਹ ਬੇਸਿਕ ਚੀਜ਼ ਹੈ ਜਿਹੜੀ ਸਭ ਤੋਂ ਹੇਠਲੀ ਚੀਜ਼, ਜਿਹੜੀ ਤੁਸੀਂ, ਇਹ ਸਾਡੀ ਅੱਜ ਦੀ ਕਵਿਤਾ ਤੇ ਲਾਗੂ ਹੁੰਦੀ ਹੈ ਜਦੋਂ ਤੁਸੀਂ ਕੋਈ ਵੀ ਤੁਕਾਂਤ ਵਾਲੀ ਕਵਿਤਾ ਲਿਖਦੇ ਹੋ ਜੀ। ਹੁਣ ਤੁਸੀਂ ਕੋਈ ਵੀ ਇੱਕ ਸ਼ਬਦ, 2 ਸ਼ਬਦ ਲੈ ਕੇ ਆਪ ਉਹਦਾ ਵਜ਼ਨ ਕੱਢ ਕੇ ਦੇਖੋ ਪਲੀਜ਼। ਜੇ ਤੁਹਾਡੇ ਕੋਲ ਕਾਪੀ ਪੈਨ ਹੈਗਾ ਤਾਂ ਵੀ, ਅਦਰਵਾਈਜ਼ ਜੇ ਮੋਬਾਈਲ ਹੈਗਾ ਤਾਂ ਵੀ, ਕੋਈ ਵੀ ਸ਼ਬਦ ਸੋਚ ਲਓ, ਚਾਹੇ ਆਪਣਾ ਨਾਂ ਸੋਚ ਲਓ। ਸਭ ਤੋਂ ਬੈਸਟ ਹੈ ਕਿ ਆਪਣਾ ਨਾਂ ਸੋਚ ਲਓ। ਮੰਨ ਲਓ ਵੀਨਾ ਮੈਡਮ ਹੈ, ਵੀਨਾ ਰਾਣੀ, ਵੀ ਜਿਹੜੀ ਹੈ ਤੇ ਵੀਨਾ, ਇਹ 4 ਮਾਤਰਾ ਬਣ ਜਾਂਦੀਆਂ। ਹਾਂ ਵੀਨਾ ਦਾ ਵਜ਼ਨ 4 ਹੋ ਗਿਆ, ਠੀਕ ਹੈ। ਰਾਣੀ ਦਾ ਵਜ਼ਨ ਵੀ 4 ਹੀ ਹੋ ਗਿਆ, 8 ਦਾ ਵਜ਼ਨ ਵੀ 4 ਹੋ ਗਿਆ, ਠੀਕ ਹੈ। ਸਰ ਐਵੇਂ ਸੂਰਵੀਰ ਲਿਖਿਆ ਮੈਂ, ਉਹਦੇ ਚ ਸੂ ਦਾ ਮਤਲਬ ਐਸ ਮਤਲਬ 2 ਮਾਤਰਾਵਾਂ ਹੋ ਗਈਆਂ, ਰਾਰਾ ਮੁਕਤਾ ਉਹਦੀ 1 ਹੋ ਗਈ, ਬੀ ਬਿਹਾਰੀ ਵਾਲਾ ਉਹਦੀਆਂ ਵੀ 2 ਹੋ ਗਈਆਂ, ਰਾਰਾ ਫਿਰ ਮੁਕਤਾ 1, ਤਾਂ ਫਿਰ ਇਹ ਸਰ 6 ਹੋ ਗਈਆਂ। ਬਿਲਕੁਲ 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 ਬਿਲਕੁਲ। ਆ ਬਾਕੀ ਵੀ ਦੱਸੋ ਪਲੀਜ਼, ਆਪਾਂ ਆਪਣੇ ਨਾਂ ਦਾ ਵਜ਼ਨ ਕੱਢ ਕੇ ਦੱਸੋ। ਆਪਾਂ ਦੇਖਦੇ ਹਾਂ ਕੌਣ ਭਾਰੀ ਹੈ ਕੌਣ ਹੌਲਾ ਹੈ। ਸਰ ਜਿਵੇਂ ਰਣਜੀਤ ਜੀ, ਤੇ ਇਹਦੇ ਵਿੱਚ ਰਾਰਾ 1, ਨਾਣਾ 1, ਮਤਲਬ ਸਾਰਾ ਟੋਟਲ ਜਿਹੜਾ ਹੈਗਾ ਉਹ 5 ਬਣਦਾ ਹੈ। ਜੀ ਜੀ ਜੀ, ਬਿਲਕੁਲ 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 ਬਿਲਕੁਲ। ਇਸ ਤਰ੍ਹਾਂ ਕੌਰ, ਕੌਰ ਜੀ, ਕੌਰ 3 ਟੋਟਲ 8 ਹੋ ਗਿਆ। ਠੀਕ ਹੈ। ਰਣਜੀਤ ਕੌਰ ਹਾਂ ਇਕੁਅਲ ਟੂ ਮਤਲਬ 8 ਹੋ ਗਿਆ। ਜੀ ਜੀ ਜੀ। ਹਾਂ ਬਾਕੀ ਵੀ ਦੱਸੋ ਜੀ ਪਲੀਜ਼। ਸਰ ਜੀ ਸਿਹਾਰੀ ਦੇ
ਹਾਂਜੀ ਕੈਲਾਸ਼ ਮੈਡਮ। ਇਹ ਕੈਲਾਸ਼ ਠਾਕੁਰ, ਕੈਲਾਸ਼ ਦਾ 5, ਠਾਕੁਰ ਦਾ 2 4। ਕੈਲਾਸ਼ ਠੀਕ ਹੈ 5 ਬਣ ਗਏ। ਠਾਕੁਰ ਦਾ 4 ਹਾਂ 2 1 ਰ 1 4 ਵੈਰੀ ਗੁੱਡ ਠੀਕ ਹੈ ਜੀ। ਹਾਂਜੀ ਹੋਰ ਕੋਈ? ਸਰ ਰਾਜਿੰਦਰ ਜਿਸ ਤਰ੍ਹਾਂ ਮੇਰਾ ਨਾਮ ਜੀ ਰਾਹ ਦਾ ਤਾਂ 2 ਹੋ ਗਏ ਸਰ। ਜਦੋਂ ਜੀ। ਜੱਜੇ ਨੂੰ ਸਿਹਾਰੀ ਦੇ ਉੱਤੇ ਟਿੱਪੀ ਪੈਂਦੀ ਆ, ਸਿਹਾਰੀ ਨੂੰ ਅਸੀਂ ਲਘੂ ਗਿਣਦੇ ਸੀ, ਪਰ ਹੁਣ ਜੇ ਟਿੱਪੀ ਪੈ ਗਈ ਅਸੀਂ ਉਹਨੂੰ ਕੀ ਗਿਣਾਂਗੇ ਸਰ? ਉਹ ਡਬਲ ਹੋ ਜਾਊਗਾ ਜੀ ਉਹ। ਐਸੀ ਡਬਲ ਹੀ ਗਿਣਾਂਗੇ। ਠੀਕ ਹੈ ਥੈਂਕ ਯੂ ਸਰ। ਜੀ ਫਿਰ ਇਹਦੇ ਸਰ 2 4 6 1 ਹਾਂ 2 4 5 6 ਠੀਕ ਹੈ 6 ਬਣ ਗਏ ਜੀ। ਹੋਰ ਕੌਣ ਰਹਿ ਗਏ? ਹਾਂਜੀ ਇੰਦਰ ਸਿੰਘ ਜੀ ਜੀ ਹਾਂਜੀ ਸਰ ਮੇਰਾ ਨਾਮ ਹੈ ਜੀ। ਹਾਂ ਪਹਿਲਾਂ ਹਰਜਿੰਦਰਜੀਤ ਤੋਂ ਕਰਦੇ ਨੇ, ਉਸ ਤੋਂ ਬਾਅਦ ਆਪਾਂ ਇੰਦਰ ਸਰਾਂ ਜੀ। ਹਾਂਜੀ ਹਰਜਿੰਦਰਜੀਤ ਕੌਰ ਸਰ, ਮੇਰਾ ਨਾਮ ਤਾਂ ਹਰਜਿੰਦਰ। ਇਹਦੇ 6 ਹੋ ਗਏ ਹੈ ਨਾ। ਹ ਦਾ 1 ਰ ਦਾ 1 ਜਿੰ, ਇਹਦੇ 2 ਹੋ ਗਏ ਜੀ। ਦ ਦਾ 1 ਰ ਦਾ ਵੀ 1 ਹੈ ਨਾ 6 ਹੋ ਗਏ। ਤੇ ਜੀਤ ਜੀ ਜਿਹੜਾ ਉਹ ਫਿਰ ਆ ਗਿਆ ਡਬਲ ਜੀ 2 ਹੋ ਗਏ। ਤ ਦਾ 1 ਹੋ ਗਿਆ 3 ਹੋ ਗਏ। ਤੇ ਕਿੰਨਾ ਹੋ ਕੌਰ ਗਿਆ? ਹਰਜਿੰਦਰਜੀਤ ਦਾ ਸਾਰਾ ਕਿੰਨਾ ਹੋ ਗਿਆ? 2 ਤੇ 3 ਹਾਂਜੀ ਜੀ 6 3 9 3 12 ਹਰਜਿੰਦਰਜੀਤ ਕੌਰ ਜੀ ਓਕੇ। ਹਾਂਜੀ ਇੰਦਰ ਸਰਾਂ ਜੀ। ਹਾਂਜੀ ਜਿਵੇਂ ਇੰਦਰ ਹੈਗਾ ਜੀ, ਈਲੀ ਸਿਹਾਰੀ 1 ਜੀ, ਤੇ ਟਿੱਪੀ ਤੇ ਦੱਦਾ ਤੇ ਰਾਰਾ 1 1 ਜੀ 4 ਹੋ ਗਿਆ ਜੀ। ਟਿੱਪੀ ਨੂੰ ਆਪਾਂ ਜਦੋਂ ਸਿਹਾਰੀ ਤੇ ਟਿੱਪੀ ਇਕੱਠੇ ਲੱਗ ਜਾਣ ਉਦੋਂ ਡਬਲ ਹੋ ਜਾਂਦੇ ਨੇ, ਉਹਨੂੰ 2 ਚ ਗਿਣਾਂਗੇ ਆਪਾਂ, ਗੁਰੂ ਚ ਗਿਣਾਂਗੇ। ਹਾਂਜੀ 2 ਜੀ 2 ਦੱਦਾ 1 ਰਾਰਾ 1 4 ਹੋ ਗਿਆ ਠੀਕ ਹੈ। ਸਰਾਂ ਇਹ ਜੀ ਸੱਸਾ 1 ਰਾਰਾ 1 ਕੰਨਾ 1 ਤੇ ਬਿੰਦੀ 1। ਇਹਨੂੰ ਰਾਰੇ ਜਿਵੇਂ ਰਾਰਾ ਤੇ ਕੰਨਾ ਇਹਨੂੰ ਅਲੱਗ ਨਹੀਂ ਗਿਣਨਾ, ਇਹਨੂੰ ਰਾਰੇ ਕੰਨਾ ਡਬਲ ਗਿਣਨਾ ਬਸ। ਅੱਛਾ ਜਦੋਂ ਇੱਕੋ ਆਵਾਜ਼ ਵਿੱਚ ਆ ਰਹੀ ਹੋਵੇ ਬਿਲਕੁਲ ਇਕੱਠਾ ਹੈ, ਉਹ 1 ਹੈ, ਮਤਲਬ ਉਹਦਾ ਵਜ਼ਨ 2 ਹੈ। ਉਹਨੂੰ ਮਤਲਬ ਐਨ ਅਲੱਗ-ਅਲੱਗ ਨਹੀਂ ਕਰਨਾ ਹੈਗਾ ਉਸਨੂੰ। ਮਤਲਬ ਜੇ ਰਾ ਮੰਨ ਲਓ ਹੈਗਾ ਰਾਰੇ ਕੰਨਾ, ਰਾ ਦਾ ਮਤਲਬ ਉਹ ਗੁਰੂ ਹੈ, 1 ਹੈ ਉਹ, ਪਰ ਉਹਦਾ ਵਜ਼ਨ 2 ਹੈ। ਅੱਛਾ ਲਿਖਣਾ 2 ਹੈ ਜੀ ਠੀਕ। ਹਾਂਜੀ ਹਾਂ ਲਿਖਣਾ ਐਸ ਦਾ ਨਿਸ਼ਾਨ ਲਾਵਾਂਗੇ ਉਹਦੇ ਉੱਤੇ, ਉਹਦਾ ਮਤਲਬ 2 ਹੋਊਗਾ। ਠੀਕ ਹੈ ਜੀ। ਹੋਰ ਕੋਈ ਰਹਿ ਗਿਆ ਜੀ? ਸਰ ਜੋ ਇਹਨਾਂ ਦੇ ਨਾਮ ਨਾਲ ਬਿੰਦੀ ਉੱਪਰ ਆ ਰਹੀ ਹੈ ਸਰਾਂ, ਬਿੰਦੀ ਮਤਲਬ ਜੇ ਬਿੰਦੀ ਹੈਗੀ ਹੈ ਤਾਂ ਕੋਈ ਨਾ 3 ਨਹੀਂ ਹੁੰਦਾ ਹੈਗਾ, 2 ਹੀ ਰਹੂਗਾ ਬਸ। ਓਕੇ 2 ਹੀ ਰਹੇਗਾ। ਹਾਂਜੀ ਹਾਂਜੀ ਠੀਕ ਹੈ ਜੀ। ਯਾਨੀ ਕਿ ਜਾਂ 1 ਹੁੰਦਾ ਜਾਂ 2 ਹੁੰਦਾ, ਮਤਲਬ 3 ਜਾਂ 4 ਨਹੀਂ ਹੁੰਦਾ ਹੈਗਾ ਜੀ ਸਰ ਜੀ। ਹੋਰ ਕੋਈ? ਹਾਂਜੀ ਸਰ ਗੁਰਪ੍ਰੀਤ ਜਦੋਂ ਹਾਂਜੀ ਹਾਂਜੀ ਸਰ 17 ਡਾਕਟਰ ਸਿੰਦਰਜੀਤ ਕੌਰ। ਡਾਕਟਰ ਸਿੰਦਰਜੀਤ ਕੌਰ ਹਾਂਜੀ ਥੋੜਾ ਦੱਸਿਓ ਕਿਵੇਂ? ਡਾਕਟਰ ਦਾ 2 ਤੇ ਇਹਦੇ ਵਿੱਚ ਡਾਕਟਰ ਤੁਸੀਂ ਡਾਕਟਰ ਬੋਲ ਰਹੇ ਹੋ ਤਾਂ 2 ਨਹੀਂ ਬਣਦਾ ਨਾ ਉਹਦਾ, ਫਿਰ ਡਾਕਟਰ ਦਾ ਜੇ ਬੋਲ ਮੈਂ ਫੋਨ ਚ ਕਰਦੀ ਪਈ ਹੈ ਨਾ। ਹਾਂਜੀ ਛੋਟੀ ਫਾਰਮ ਚ ਦੱਸਦੀ ਪਈ ਸਰ। ਨਹੀਂ ਛੋਟੇ ਦੇਖੋ ਕਵਿਤਾ ਦੇ ਵਿੱਚ ਜਿਹੜਾ ਵਜ਼ਨ ਹੁੰਦਾ ਹੈ ਜੋ ਤੁਸੀਂ ਬੋਲ ਰਹੇ ਹੋ ਉਹਦਾ ਹੁੰਦਾ ਹੈ। ਠੀਕ ਹੈ ਜੀ ਠੀਕ ਹੈ। ਜਿਹੜਾ ਆਪਾਂ ਕੋਈ ਸ਼ਾਰਟਕਟ ਲਿਖ ਰਹੇ ਆ, ਆਪਾਂ ਕਦੇ ਵੀ ਕਵਿਤਾ ਵਿੱਚ ਡਾ ਨਹੀਂ ਬੋਲਦੇ ਹੈਗੇ। ਜਦੋਂ ਬੋਲਾਂਗੇ ਡਾਕਟਰ ਬੋਲਾਂਗੇ, ਡਾਕਟਰ ਜੀ ਮੇਰੇ ਟੀਕਾ ਲਾ ਦਿਓ, ਤਾਂ ਆਪਾਂ ਕਦੇ ਕਹਾਂਗੇ ਇਹ ਨਹੀਂ ਕਹਾਂਗੇ ਡਾ ਜੀ ਮੇਰੇ ਟੀਕਾ ਲਾ ਦਿਓ। ਠੀਕ ਹੈ ਜੀ ਜੀ। ਤੇ ਇਹ ਸਰ 5 ਹੋ ਗਏ ਡਾਕਟਰ ਜੀ 5 ਠੀਕ ਹੈ। ਤੇ ਅੱਗੇ ਸਤਿੰਦਰ ਦਾ 1 ਤੇ ਤੱਤੇ ਤੇ 2 ਤੇ ਦੱਦਾ ਰਾਰਾ 2 4 ਹੋ ਗਏ ਸਤਿੰਦਰ ਦੇ। ਤੇ ਜੀਤ ਤੇ 3 ਜੀਤ ਦੇ ਹੋ ਗਏ ਠੀਕ ਹੈ ਜੀ ਠੀਕ ਹੈ। 4 3 7 ਤੇ 3 ਹੋ ਗਏ ਕੌਰ ਦੇ। 10 ਤੇ 4 ਹੋ ਗਏ। ਇਹਨਾਂ ਨੇ ਕਿਹਾ ਸਤਿੰਦਰ ਤੱਤੇ ਨੂੰ ਸਿਹਾਰੀ ਉੱਪਰ ਟਿੱਪੀ ਪਈ ਹੈ ਤੇ ਇੱਥੇ ਦੋਹਰੀ ਆਵਾਜ਼ ਨਹੀਂ ਬਣਾਏਗੀ। ਇਹ 2 ਦੀ ਆਵਾਜ਼ ਆਊਗੀ ਬਿਲਕੁਲ ਇਹ ਡਬਲ ਹੋ ਗਿਆ ਹੈ। ਹਾਂਜੀ 1 2 3 4 5 ਹੋ ਗਏ ਤੇ ਟੋਟਲ ਹੋ ਗਏ 22। ਦੇਖੋ ਲਾਓ ਸਾਹਿਬ ਤੁਸੀਂ ਕਿੰਨੇ ਹੋ ਗਏ ਟੋਟਲ 22 ਹੋ ਗਏ ਜੀ। ਹਾਂਜੀ ਗੁਰਪ੍ਰੀਤ ਜੀ ਬੋਲੋ ਤੁਸੀਂ। ਹਾਂਜੀ ਸਰ ਗੁਰਪ੍ਰੀਤ ਜਦੋਂ ਸਰ ਪੈਰ ਵਿੱਚ ਰਾਰਾ ਪਾ ਕੇ ਲਿਖਦੇ ਆ ਸਰ, ਫਿਰ 5 ਮਾਤਰਾ ਬਣਦੀਆਂ। ਹੂ ਦੀ 1 ਰ ਦੀ 1 ਪ੍ਰੀਤ ਦੀ ਸਰ 2 ਹੀ ਆਏਗੀ ਪੈਰ ਚ ਜਿਹੜਾ ਅੱਖਰ ਆ ਸਰ ਉਹਦੇ। ਇਹਨੂੰ ਆਪਾਂ ਮਤਲਬ ਨਿਖੇੜ ਦਾਂਗੇ ਉਹਦੇ ਵਿੱਚੋਂ, ਜਦੋਂ ਆਪਾਂ ਨਾ ਇਹਦੀ ਗਿਣਤੀ ਕਰਾਂਗੇ ਉਦੋਂ ਪ ਅਲੱਗ ਹੋਊਗਾ ਰੀ ਅਲੱਗ ਹੋਊਗਾ।
ਸਰ ਇਹ ਪੁੱਛਣਾ ਸੀ ਜੀ ਸਰ, ਫਿਰ 6 ਆਏਗਾ ਗੁਰਪ੍ਰੀਤ ਦਾ ਹਾਂ ਤੇ ਹਾਂ ਕੌਰ ਦੇ 3। ਬਿਲਕੁਲ ਬਿਲकुल बिल्कुल। ਥੈਂਕ ਯੂ। ਹੋਰ ਕੋਈ ਰਹਿ ਗਿਆ ਜੀ ਕਿ ਸਾਰੇ ਹੋ ਗਏ? ਚਲੋ ਆਪਾਂ ਇਹਨੂੰ ਮੰਨ ਲੈਂਦੇ ਕਿ ਆਪਾਂ ਨੂੰ ਸਾਰਿਆਂ ਨੂੰ ਹੁਣ ਲਘੂ ਤੇ ਗੁਰੂ ਸੌਰੀ ਮੈਂ ਕੱਟ, ਜਿਵੇਂ ਉਹਨਾਂ ਨੇ ਕਿਹਾ ਪ੍ਰੀਤ, ਪ੍ਰੀਤ ਦੇ ਵਿੱਚ ਆਪਾਂ ਪੈਰ ਵਾਲੇ ਰਾਰੇ ਨੂੰ ਵੱਖਰੀ ਮਾਤਰਾ ਕੰਸੀਡਰ ਕਰਾਂਗੇ ਹਾਂ ਕਿ ਬਿਲਕੁਲ ਬਿਲकुल ਵੱਖਰੀ ਮਾਤਰਾ ਗਿਣਾਂਗੇ ਉਸ ਨੂੰ। ਮਤਲਬ ਕਿ 4 ਵਜਨ ਹੋ ਗਿਆ ਪ੍ਰੀਤ ਦਾ। ਆ ਪ੍ਰੀ ਪ ਦਾ 1 ਰ ਤੇ ਰਾਰੇ ਨੂੰ ਬਿਹਾਰੀ 2 ਤੇ 1 ਉਹ ਹੋ ਗਿਆ ਤੱਤਾ ਤ, 1 ਤੇ 2 3 ਤੇ 1 4 ਹੋ ਗਿਆ ਇਹਦਾ। ਚਲੋ ਠੀਕ ਹੈ ਸਰ, ਥੈਂਕ ਯੂ ਜੀ। ਇਹ ਜਿਹੜੀ ਗੱਲ ਆਪਾਂ ਸਿੱਖੀ ਹੈ, ਮੈਨੂੰ ਲੱਗਦਾ ਹੈ ਕਿ ਬਹੁਤ ਬੇਸਿਕ ਤੇ ਬਹੁਤ ਬੁਨਿਆਦੀ ਗੱਲ ਹੈ ਜਿਹਦੀ ਤੁਸੀਂ ਕੋਈ ਵੀ ਜਦੋਂ ਕਵਿਤਾ ਲਿਖਦੇ ਹੋ ਆਪਣੀ, ਤਾਂ ਤੁਹਾਨੂੰ ਆਪਣੇ ਆਪ ਦੇਖ ਕੇ ਇਸ ਮੀਟਰ ਦੇ ਮੁਤਾਬਕ ਨਾਪ ਕੇ ਆਪਣੀ ਕਵਿਤਾ ਨੂੰ, ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੇਰੀ ਕਵਿਤਾ ਦੇ ਵਿੱਚ ਕਿੰਨੀ ਕੁ ਖਿਚਾਈ ਹੈ, ਕਿੰਨੀ ਕੁ ਪਕਿਆਈ ਹੈ। ਪਰ ਇਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਕਦੇ ਵੀ ਕਵਿਤਾ ਐ ਮਿਣ ਕੇ ਜਾਂ ਗਿਣ ਕੇ ਲਿਖੀ ਨਹੀਂ ਜਾਂਦੀ ਹੁੰਦੀ। ਜਿੰਨਾ ਵੀ ਮੱਧਕਾਲ ਦਾ ਜਿਹੜਾ ਸਾਹਿਤ ਹੈ, ਐਡੇ ਐਡੇ ਕਿੱਸੇ ਲਿਖੇ ਨੇ ਕਵੀਆਂ ਨੇ, ਵਾਰਿਸ਼ਾਂ ਨੇ ਹੀਰ ਲਿਖਤੀ 400 ਪੇਜਾਂ ਦੀ, ਉਹ ਕੋਈ ਐ ਨਹੀਂ ਸੀ ਕਿ ਲੈਣ ਲਿਖਦਾ ਸੀ ਤੇ ਫਿਰ ਉਹਨੂੰ ਗਿਣ ਕੇ ਦੇਖ ਲੈਂਦਾ ਸੀ ਵੀ ਕਿੰਨੇ ਲਘੂ ਨੇ ਕਿੰਨੇ ਗੁਰੂ ਨੇ। ਉਹਦੀ ਕੰਪੋਜੀਸ਼ਨ ਹੁੰਦੀ ਹੈ ਕਵਿਤਾ ਦੀ ਇੱਕ। ਜਦੋਂ ਕੰਪੋਜੀਸ਼ਨ ਤੁਹਾਡੇ ਮਨ ਦੇ ਵਿੱਚ ਬੈਠ ਗਈ, ਮੰਨ ਲਓ ਮੈਂ ਕੋਈ ਗੀਤ ਲਿਖਦਾ, ਉਹ ਗੀਤ ਦੀ ਕੰਪੋਜੀਸ਼ਨ ਨੂੰ ਮੈਂ ਗੁਣਗੁਣਾ ਰਿਹਾ, ਤੇ ਜਦੋਂ ਮੈਂ ਉਸ ਕੰਪੋਜੀਸ਼ਨ ਤੇ ਗੀਤ ਲਿਖੂੰਗਾ ਕੋਈ ਵੀ, ਤਾਂ ਉਹਦੇ ਵਿੱਚ ਮਾਤਰਾਵਾਂ ਦੀ ਗਿਣਤੀ ਆਟੋਮੈਟਿਕਲੀ ਠੀਕ ਆਉਂਦੀ ਹੈ। ਕਿਤੇ ਕੋਈ 19-21 ਦਾ ਫਰਕ ਰਹਿ ਜਾਂਦਾ ਹੈ, ਉਹ ਬੰਦਾ ਬਾਅਦ ਦੇ ਵਿੱਚ ਜਦੋਂ ਚੈੱਕ ਕਰਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਹਾਂ ਮੇਰਾ ਇੱਥੇ ਕੋਈ ਫਰਕ ਰਹਿ ਗਿਆ। ਜਿਵੇਂ ਜਿਵੇਂ ਬੰਦਿਆਂ ਦਾ ਅਨੁਭਵ ਹੋਈ ਜਾਂਦਾ ਲਿਖਣ ਦਾ, ਤਿਵੇਂ ਤਿਵੇਂ ਉਹਨਾਂ ਨੂੰ ਗਿਣਨ ਦੀ ਲੋੜ ਘਟੀ ਜਾਂਦੀ ਹੈ। ਇੱਕ ਸਟੇਜ ਇਹੋ ਜਿਹੀ ਆ ਜਾਂਦੀ ਹੈ ਜਦੋਂ ਪੰਡਤ ਹੋ ਜਾਂਦੇ ਨੇ ਬੰਦੇ। ਜਦੋਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸ਼ਾਇਰ ਸੀ ਉਹ ਪੰਡਤ ਹੋ ਜਾਂਦੇ ਸੀ, ਉਦੋਂ ਮਤਲਬ ਉਹ ਕਦੇ ਗਿਣਦੇ ਨਹੀਂ ਹੁੰਦੇ ਸੀ, ਤਾਂ ਆਟੋਮੈਟਿਕਲੀ ਜਿਹੜਾ ਕੁਝ ਉਹ ਸਿਰਜਦੇ ਸੀ, ਜਿਹੜੇ ਛੰਦ ਦੇ ਵਿੱਚ ਸਿਰਜਦੇ ਸੀ, ਉਹਦੇ ਵਿੱਚੋਂ ਪੂਰਾ ਹੀ ਉਤਰਦਾ ਸੀ, ਉਹਦੇ ਵਿੱਚ ਘੱਟ ਜਾਂ ਵੱਧ ਹੋ ਹੀ ਨਹੀਂ ਸਕਦਾ ਸੀ। ਇੰਨੀ ਮਹਾਰਤ ਉਹਨਾਂ ਨੂੰ ਹਾਸਲ ਹੋ ਜਾਂਦੀ ਸੀ। ਸੋ ਇੱਕ ਤਰੀਕਾ ਹੈ ਆਪਣੇ ਆਪ ਨੂੰ ਚੈੱਕ ਕਰਨ ਦਾ ਕਿ ਜੋ ਕੁਝ ਮੈਂ ਲਿਖਿਆ ਹੈ ਉਹ ਕਿਹੋ ਜਿਹਾ ਤੇ ਕਿੰਨਾ ਕੁ ਉਹ ਤੇ ਖਰਾ ਉਤਰਦਾ ਹੈ, ਕਿੰਨਾ ਕੁ ਮੀਟਰ ਦੇ ਵਿੱਚ ਫਿੱਟ ਬੈਠਦਾ ਹੈ। ਹਾਂਜੀ, ਥੋੜਾ ਜਿਹਾ ਅੱਗੇ ਚੱਲਦੇ ਹਾਂ ਆਪਾਂ ਹੁਣ ਨਾਲ ਨਾਲ। ਚਾਰਟ ਨੰਬਰ 3 ਡਿਸਕਸ ਕਰਦਾ ਮੈਂ ਤੁਹਾਡੇ ਨਾਲ। ਇਹਦੇ ਵਿੱਚ ਕੁਝ ਹੋਰ ਟੈਕਨੀਕਲ ਟਰਮਸ ਨੇ। ਇੱਕ ਹੁੰਦਾ ਤੁਕ, ਜਿਹਨੂੰ ਅਸੀਂ ਲਾਈਨ ਕਹਿੰਦੇ ਆ, ਆਪਣੀ ਕਵਿਤਾ ਦੀ ਇੱਕ ਲਾਈਨ। ਉਸ ਤੋਂ ਬਾਅਦ ਇੱਕ ਹੈ ਵਿਸ਼ਰਾਮ। ਕਵਿਤਾ ਦੀ ਤੁਕ ਨੂੰ ਬੋਲਦੇ ਹੋਏ ਜਾਂ ਪੜ੍ਹਦੇ ਹੋਏ ਜਿੱਥੇ ਅਸੀਂ ਰੁਕਦੇ ਹਾਂ, ਉਹਨੂੰ ਆਪਾਂ ਵਿਸ਼ਰਾਮ ਕਹਿੰਦੇ ਆ। ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਇੱਕ ਤੁਹਾਨੂੰ ਲਾਈਨ ਬੋਲ ਕੇ ਦੱਸਦਾ। ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ। ਹੁਣ ਦੱਸੋ ਕਿੱਥੇ ਵਿਸ਼ਰਾਮ ਆਇਆ ਇਹਦੇ ਵਿੱਚ? ਨਾਮ ਨੂੰ ਸਵੇਰਾ ਚੰਗਾ। ਚੰਗਾ ਤੋਂ ਬਾਅਦ ਅਸੀਂ ਥੋੜਾ ਜਿਹਾ ਰੁਕੇ ਆ। ਜਿਹੜੀ ਪੂਰੀ ਲਾਈਨ ਹੈ ਉਹ ਹੈ ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁਕ ਜੇ। ਇਹ ਇੱਕ ਲਾਈਨ ਪੂਰੀ ਬਣਦੀ ਹੈ ਇਹ। ਹੁਣ ਇਹਦੇ ਵਿੱਚ ਕਿੰਨੇ ਵਾਰੀ ਵਿਸ਼ਰਾਮ ਆ ਗਿਆ ਤੁਸੀਂ ਮੈਨੂੰ ਗਿਣ ਕੇ ਦੱਸਿਓ। ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁਕ ਜੇ। ਸਰ 3 ਸਰ 4 ਵਾਰ। ਹਾਂ 3 ਵਾਰੀ। ਚੌਥੇ ਚੌਥੇ ਤੇ ਫਾਈਨਲ ਮੁੱਕ ਜਾਂਦਾ ਹੈ, ਆਪਣਾ ਪੂਰਨ ਵਿਰਾਮ ਆ ਜਾਂਦਾ ਹੈ। 3 ਵਾਰੀ ਪਹਿਲਾਂ ਅਸੀਂ ਰੁਕਦੇ ਹਾਂ, 3 ਵਾਰੀ ਵਿਸ਼ਰਾਮ ਆਉਂਦਾ ਹੈ ਜੀ ਸਰ। ਸੋ ਇਹਨੂੰ ਅਸੀਂ ਕਹਿੰਦੇ ਆ ਵਿਸ਼ਰਾਮ। ਜਿੱਥੇ ਮਤਲਬ ਆਪਾਂ ਆਮ ਤੌਰ ਤੇ ਕੌਮਾ ਲਾਉਨੇ ਆ, ਉਹ ਵਿਸ਼ਰਾਮ ਦੀ ਸਥਿਤੀ ਹੁੰਦੀ ਹੈ। ਕੌਮਾ ਬੇਸਿਕਲੀ ਲਿਖਤੀ ਭਾਸ਼ਾ ਦੇ ਵਿੱਚ ਹੁੰਦਾ ਹੈ। ਜਿਹੜਾ ਸਾਹਿਤ ਹੁੰਦਾ ਹੈ ਨਾ, ਜਿਹੜੇ ਕਵਿਤਾ ਹੁੰਦੀ ਹੈ, ਬੇਸਿਕਲੀ ਮੌਖਿਕ ਹੁੰਦੀ ਹੈ। ਅਸੀਂ ਮੌਖਿਕ ਚੀਜ਼ਾਂ ਨੂੰ ਨਾਪਦੇ ਹਾਂ। ਲਿਖਣਾ ਤਾਂ ਸਿਰਫ ਅਸੀਂ ਉਹਦੀ ਆਪਣੀ ਸੌਖ ਦੇ ਵਿੱਚੋਂ ਲਿਖ ਲੈਂਦੇ ਚੀਜ਼ਾਂ ਨੂੰ। ਕਦੇ ਵੀ ਲਿਖੀਆਂ ਹੋਈਆਂ ਚੀਜ਼ਾਂ ਦੇ ਵਿੱਚ ਫਰਕ ਰਹਿ ਜਾਂਦਾ ਹੈ, ਪਰ ਜਦੋਂ ਤੁਸੀਂ ਬੋਲਦੇ ਆ ਮੌਖਿਕ, ਇਹ ਉਦੋਂ ਵਿਸ਼ਰਾਮ ਦੇਖਣਾ ਹੁੰਦਾ। ਜਿਵੇਂ ਮੈਂ ਤੁਹਾਨੂੰ ਲੈਣ ਬੋਲੀ ਸੀ, ਮੈਂ ਇਹਦੇ ਵਿੱਚ ਲਿਖੀ ਨਹੀਂ ਸੀ ਕਿਤੇ। ਉਹ ਤੁਸੀਂ ਮੇਰੇ ਬੋਲਣ ਤੋਂ ਅੰਦਾਜ਼ਾ ਲਾਇਆ ਕਿ ਮੈਂ ਕਿੱਥੇ ਰੁਕ ਰਿਹਾ।
ਕਿ ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ। ਮਤਲਬ ਮੇਰੇ ਬੋਲਣ 'ਚ ਤੁਹਾਨੂੰ ਪਤਾ ਲੱਗ ਰਿਹਾ ਮੈਂ ਕਿੱਥੇ ਵਿਸ਼ਰਾਮ ਦੇ ਰਿਹਾ। ਸੋ ਉਹਨੂੰ ਕੌਮਿਆਂ ਦੇ ਹਿਸਾਬ ਨਾਲ ਨਹੀਂ ਨਾਪਿਆ ਜਾਂਦਾ। ਕੌਮਾਂ ਤਾਂ ਬਾਅਦ 'ਚ ਇੰਟਰੋਡਿਊਸ ਕੀਤਾ ਜਦੋਂ ਅਸੀਂ ਚੀਜ਼ਾਂ ਨੂੰ ਲਿਖਣ ਲੱਗੇ ਹਾਂ। ਸਦੀਆਂ ਤੱਕ ਪਹਿਲਾਂ ਸਾਡਾ ਸਾਹਿਤ ਸਾਰਾ ਮੌਖਿਕ ਹੀ ਸੀ। ਉਸ ਤੋਂ ਬਾਅਦ ਹੁੰਦਾ ਗਤੀ। ਗਤੀ ਤੋਂ ਭਾਵ ਹੁੰਦੀ ਹੈ ਚਾਲ। ਸੌਰੀ ਤੁਹਾਨੂੰ ਮੈਂ ਸਰ, ਜਿਵੇਂ ਤੁਸੀਂ ਲਾਈਨਾਂ ਹੁਣ ਨਾ ਜਦੋਂ ਅਸੀਂ ਫਾਸਟਲੀ ਬੋਲ ਜਾਂਦੇ ਨੇ, ਨਾਮ ਨੂੰ ਸਵੇਰਾ ਚੰਗਾ, ਚੋਰ ਨੂੰ ਸਵੇਰਾ ਚੰਗਾ, ਉੱਥੇ ਵੀ ਰੁਕਦੇ ਆ ਜੀ, ਉੱਥੇ ਵੀ ਰੁਕਦੇ ਆ, ਉੱਥੇ ਵੀ ਹਲਕਾ ਜਿਹਾ ਵਿਸ਼ਰਾਮ ਦਿੰਨੇ ਆ। ਅੱਛਾ ਚਾਹੇ ਤੁਸੀਂ ਲਗਾਤਾਰਤਾ ਜੀ ਬੋਲਦੇ ਹੋ, ਜਦੋਂ ਆਪਾਂ ਗਾਉਨੇ ਆ ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁਕ ਜੇ। ਠੀਕ ਹੈ ਸਰ। तो गाया जाता है, तो पता लग जाता है कि इत्थे थोड़ा जिहा विश्राम दिता है। बिल्कुल जी। उस तो बाद हैगी है गति। गति तो भाव हुंदा चाल। जदों तुहाडी कविता ऐ बिल्कुल रवानगी दे विच चले, किते भी उहदे विच रुकावट ना पवे, कोई अखर मातर लघु गुरु घट वध ना होवे, तां उदों असीं कहने कि कविता दे विच गति है, कविता दे विच चाल है। उस तो अगला है टर्म तुकांत। तुकांत बारे तुहानूं मैं पिछली मीटिंग दे विच समझाया सी कि चार्ट राही समझाया सी कि तुक दा अंत। उह मैं तुहानूं दस्सिया सी कि एक शब्द वाला तुकांत हुंदा है, एक तो वध शब्दां वाला तुकांत हुंदा है, दो वाला हुंदा है, चार वाला हुंदा है। कई तरह के तुकांत वो पिछला तुसीं देख सकदे हो प्रोग्राम, उहदे विच तुहानूं उह तुकांत बारे क्लीयर हो जाऊगा। तुकांत मतलब तुक दा अंत। तुक दा अंत फिर अगे अगले नाल जुड़दा है। जिवें आपां कहने आ कि तूड़ी तंद सांभ हाड़ी वेच बट के, लंबड़ां ते शाहां दा हिसाब कट के। वट के ते कट के ये दोने तुकांत ने। वट के पहली लाइन दा तुकांत है, कट के दूजी लाइन दा तुकांत है। ते तुसीं जिहड़ियां कवितावां मैनूं भेजियां ने, इहदे विच्चों भी बहुत सारे थावां ते तुसीं तुकांत मिलाया है। जिवें एक कविता दी मैं उदाहरण दिंदा, उन्होंने पहली लाइन दे अखीर ते लिखिया तकदी, दूजी लाइन ते अखीर ते लिखिया रखदी। ਇਹਦਾ ਮਤਲਬ ਉਹਨੂੰ ਤੁਕਾਂਤ ਦਾ ਪਤਾ ਹੈ ਕਿ ਤਕਦੀ ਦੇ ਨਾਲ ਰਖਦੀ ਦਾ ਤੁਕਾਂਤ ਮਿਲਦਾ ਹੈ। ਸੋ ਤੁਕਾਂਤ ਦਾ ਬਹੁਤ ਵੱਡਾ ਰੋਲ ਹੁੰਦਾ ਕਵਿਤਾ ਦੇ ਵਿੱਚ ਕਿ ਸਾਨੂੰ ਤੁਕਾਂਤ ਮਿਲਾਉਣਾ ਆਉਂਦਾ ਹੈ ਕਿ ਨਹੀਂ ਮਿਲਾਉਣਾ ਆਉਂਦਾ ਹੈਗਾ। ਬਹੁਤ ਸਾਰੇ ਫਾਲਟ ਇੱਥੇ ਹੀ ਪੈ ਜਾਂਦੇ ਨੇ ਅਸਲ ਦੇ ਵਿੱਚ ਕਿ ਸਾਨੂੰ ਸਹੀ ਤੁਕਾਂਤ ਹੀ ਨਹੀਂ ਮਿਲਾਉਣਾ ਆਉਂਦਾ ਹੈਗਾ। ਤੇ ਉੱਥੇ ਫਿਰ ਨਾ ਅਸੀਂ ਗਜ਼ਲ ਲਿਖ ਸਕਦੇ ਹਾਂ, ਨਾ ਅਸੀਂ ਗੀਤ ਲਿਖ ਸਕਦੇ ਹਾਂ, ਨਾ ਅਸੀਂ ਛੰਦ ਲਿਖ ਸਕਦੇ ਹਾਂ। ਤੇ ਈਵਨ ਖੁੱਲੀ ਕਵਿਤਾ ਦੇ ਵਿੱਚ ਵੀ बहुत बारी तुकांत मिलते होंगे ने हल्के हल्के। उत्थे भी जिन्होंने तुकांत की समझ होंगी है, खुली कविता भी ज्यादा रिदमिकल हो सकती है उसकी। उस तो अगे छंद तीन किस्मां दे होंगे ने, वर्णक छंद, मात्रक छंद, गणिक छंद। ये बहुत आसान काम है। वर्णक छंद दे विच वर्ण गिणे जाते हैं, मात्रक छंद दे विच मात्रावां गिणियां जांदियां ने, गणिक छंद दे विच गण गिणे जाते हैं। ਹੁਣ ਇਹਦੇ ਵਿੱਚ ਥੋੜਾ ਥੋੜਾ ਮੈਂ ਤੁਹਾਨੂੰ ਸਮਝਾ ਦਿੰਦਾ, ਕਿਉਂਕਿ ਪੰਜਾਬੀ ਦੇ ਵਿੱਚ ਗਣਕ ਛੰਦ ਕਿਤੇ ਨਹੀਂ ਵਰਤਿਆ ਜਾਂਦਾ। ਗਣਕ ਛੰਦ ਸੰਸਕ੍ਰਿਤ ਦੇ ਵਿੱਚ ਵਰਤਿਆ ਜਾਂਦਾ ਸੀ, ਇਸ ਕਰਕੇ ਗਣਕ ਛੰਦ ਤੇ ਅਸੀਂ ਬਹੁਤੀ ਚਰਚਾ ਕਰਦੇ ਨਹੀਂ ਹੁੰਦੇ ਹੈਗੇ। ਸਾਡੇ ਕੋਲੇ ਪੰਜਾਬੀ ਦੇ ਵਿੱਚ ਦੋ ਤਰ੍ਹਾਂ ਦੇ ਛੰਦ ਹੀ ਨੇ, ਵਰਣਕ ਜਿਹਦੇ ਵਿੱਚ ਇਕੱਲੇ ਵਰਣ ਗਿਣੇ ਜਾਣ। ਜਿਵੇਂ ਉਦਾਹਰਨ ਦੇ ਤੌਰ ਤੇ ਰਣਜੀਤ ਕੌਰ ਮੈਡਮ, ਤੁਹਾਡਾ ਨਾਂ ਰਣਜੀਤ ਹੈ ਹਨਾ, ਜੇ ਤੁਸੀਂ ਵਰਣ ਗਿਣੋਗੇ ਇਹਦੇ ਤਾਂ ਮਾਤਰਾ ਨੂੰ ਛੱਡ ਦੋਗੇ ਤਾਂ ਰਾਰਾ, ਨਾਣਾ, ਜੱਜਾ, ਤੱਤਾ, ਫਿਰ ਇਹਦਾ ਵਜ਼ਨ ਹੋ ਗਿਆ 4। ਜੇ ਇਹਨੂੰ ਮਾਤਰਕ ਛੰਦ ਦੇ ਵਿੱਚ ਲੈ ਕੇ ਆਵਾਂਗੇ ਫਿਰ ਇਹਦਾ ਵਜ਼ਨ ਹੋਊਗਾ 5। ਫਿਰ ਕਿਉਂਕਿ ਜੱਜੇ ਬਿਹਾਰੀ ਨੂੰ ਆਪਾਂ ਡਬਲ ਗਿਣ ਲਿਆ। ਜੀ ਸਰ। ਮੰਨ ਲਓ ਹਰਜਿੰਦਰਜੀਤ ਹੈ ਤਾਂ ਹਾਹਾ ਇੱਕ ਰਾਰਾ, ਇੱਕ ਜੱਜਾ, ਇੱਕ ਦੱਦਾ, ਇੱਕ ਰਾਰਾ, ਇੱਕ ਫਿਰ ਜੱਜਾ, ਇੱਕ ਤੱਤਾ, ਇੱਕ ਮਾਤਰਾਵਾਂ ਛੱਡਤੀਆਂ ਸਾਰੀਆਂ ਆਪਾਂ। ਜਦੋਂ ਤੁਸੀਂ ਸਾਰੀਆਂ ਮਾਤਰਾਵਾਂ ਨੂੰ ਛੱਡਦੇ ਹੋ, ਇਕੱਲੇ ਵਰਣ ਗਿਣਦੇ ਹੋ, ਉਹ ਵਰਣਕ ਛੰਦ ਹੈ। ਜਦੋਂ ਤੁਸੀਂ ਮਾਤਰਾਵਾਂ ਸਮੇਤ ਗਿਣਦੇ ਹੋ, ਜਿਵੇਂ ਆਪਾਂ ਹੁਣ ਗਿਣਿਆ ਸੀ ਕਿ ਆਹ ਲਘੂ ਹੈ ਜੀ, ਆਹ ਗੁਰੂ ਹੈ ਜੀ, ਉਹ ਹੈਗਾ ਮਾਤਰਕ ਛੰਦ। ਉਹਦੇ ਵਿੱਚ ਮਾਤਰਾ ਗਿਣਦੇ ਆ ਆਪਾਂ। ਤੇ ਗਣਕ ਛੰਦ ਦੇ ਵਿੱਚ ਗਣ ਗਿਣੇ ਜਾਂਦੇ ਨੇ। ਇੱਧਰ ਇੱਕ ਸਾਈਡ ਤੇ ਚਾਰਟ ਦਿੱਤਾ ਹੋਇਆ ਹੈ, ਉਹਦੇ ਵਿੱਚ ਮੈਂ ਤੁਹਾਨੂੰ ਗਣਕ ਛੰਦ ਬਾਰੇ ਥੋੜਾ ਜਿਹਾ ਦੱਸਿਆ। ਗਣਕ ਛੰਦ ਕਿਤੇ ਕਿਤੇ ਟੁੱਟਵੇਂ ਰੂਪ ਦੇ ਵਿੱਚ ਪੰਜਾਬੀ 'ਚ ਪ੍ਰਯੋਗ ਹੁੰਦਾ ਹੈ। ਮੈਂ ਅੱਜ ਵਾਲੀਆਂ ਇੱਕ ਦੋ ਕਵਿਤਾਵਾਂ ਦੇ ਵਿੱਚੋਂ ਵੀ ਮੈਂ ਤੁਹਾਨੂੰ ਦੱਸੂਗਾ ਕਿ ਗਣ ਦੀ ਗਲਤੀ ਕਿਵੇਂ ਹੋ ਜਾਂਦੀ ਹੈ ਸਾਡੇ ਤੋਂ। ਗਣਕ ਛੰਦ ਹੁੰਦਾ ਜਿਹਦੇ ਵਿੱਚ ਗਣ ਗਿਣੇ ਜਾਂਦੇ ਨੇ। ਗਣ ਹੁੰਦਾ ਹੈ ਵਰਣਾਂ ਦਾ ਸਮੂਹ। ਜਿਵੇਂ ਇੱਧਰ ਲਿਖਿਆ ਹੋਇਆ ਹੈ ਮਗਨ, ਭਗਨ, ਜਗਨ, ਸਗਨ, ਨਗਨ, ਜਗਨ, ਰਗਨ, ਤਗਨ। ਇਹ 8 ਨੇ, 8 ਗਣ ਨੇ।
ਇਹਦੇ ਵਿੱਚ ਆਪਣੇ ਸਮਝਣ ਵਾਲਾ ਇੰਨਾ ਹੀ ਹੈ, ਜ਼ਿਆਦਾ ਤੇ ਮੱਥਾ ਨਹੀਂ ਮਾਰਨਾ ਹੈਗਾ। ਜਿਵੇਂ ਮਗਨ ਹੈ, ਪਹਿਲਾ ਮਗਨ ਦੇ ਵਿੱਚ ਤਿੰਨੇ ਗੁਰੂ ਹੁੰਦੇ ਨੇ, ਤਿੰਨੇ ਗੁਰੂ। ਭਗਣ ਦੇ ਵਿੱਚ ਪਹਿਲਾ ਅੱਖਰ ਗੁਰੂ ਹੁੰਦਾ ਹੈ, ਦੂਜੇ ਦੋਨੇ ਲਘੂ ਹੁੰਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਆਪਾਂ ਉਦਾਹਰਨ ਲੱਭੀਏ, ਕੀਰਤ ਕੀਰਤ ਦੇ ਵਿੱਚ ਜਿਹੜਾ ਕੀ ਹੈ ਉਹ ਗੁਰੂ ਹੈ, ਰਾਰਾ ਤੇ ਤੱਤਾ ਜਿਹੜਾ ਹੈਗਾ ਲਘੂ ਹੈ, ਸੋ ਉਹ ਭਗਣ ਹੈ। ਇਸ ਤਰ੍ਹਾਂ ਹੀ ਜਗਣ ਦੇ ਵਿੱਚ ਪਹਿਲਾ ਲਘੂ ਫਿਰ ਗੁਰੂ ਫਿਰ ਲਘੂ। ਸਗਣ ਦੇ ਵਿੱਚ ਪਹਿਲੇ ਦੋਨੇ ਲਘੂ ਅਗਲਾ ਗੁਰੂ। ਨਗਣ ਦੇ ਵਿੱਚ ਤਿੰਨੇ ਲਘੂ। ਯਗਣ ਦੇ ਵਿੱਚ ਪਹਿਲਾ ਲਘੂ ਦੂਜੇ ਦੋਨੇ ਗੁਰੂ। ਰਗਣ ਦੇ ਵਿੱਚ ਪਹਿਲਾ ਗੁਰੂ ਵਿਚਕਾਰਲਾ ਲਘੂ ਅਖੀਰਲਾ ਗੁਰੂ। ਤਗਣ ਦੇ ਵਿੱਚ ਦੋਨੇ ਪਹਿਲੇ ਗੁਰੂ ਤੇ ਪਿੱਛੇ ਲਘੂ। ਸੋ ਇਹ ਮੋਟੇ ਜਿਹੇ ਤੌਰ ਤੇ ਤੁਹਾਨੂੰ ਸਮਝਾਇਆ, ਅਦਰਵਾਈਜ਼ ਇਹਦੀ ਲੋੜ ਆਪਾਂ ਨੂੰ ਬਹੁਤ ਘੱਟ ਪੈਂਦੀ ਹੈ, ਪਰ ਕਿਤੇ ਕਿਤੇ ਸਾਨੂੰ ਇਹਨਾਂ ਗੱਲਾਂ ਦੀ ਵੀ ਸਮਝ ਚਾਹੀਦੀ ਹੈ। ਸੋ ਇਹ ਛੰਦ ਦੇ ਜਿਹੜੇ ਟੈਕਨੀਕਲ ਚੀਜ਼ਾਂ ਸੀ ਤੁਹਾਨੂੰ ਮੈਂ ਕਲੀਅਰ ਕੀਤੀਆਂ ਨੇ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਗੱਲ ਸਮਝ ਆਈਆਂ ਹੋਣਗੀਆਂ ਤੇ ਆਪਾਂ ਇਹਨੂੰ ਅਗਲੇ ਆਪਣੀ ਕਵਿਤਾ ਦੇ ਵਿੱਚ ਲਿਖਣ ਵੇਲੇ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਵਰਤਾਂਗੇ। ਆਪਾਂ ਥੋੜਾ ਜਿਹਾ ਹੋਰ ਅੱਗੇ ਚੱਲਦੇ ਹਾਂ। ਹੁਣ ਕੋਈ ਸਵਾਲ ਹੈ ਤਾਂ ਨਾਲ ਦੀ ਨਾਲ ਤੁਸੀਂ ਕਰ ਸਕਦੇ ਹੋ ਜੀ। ਹਾਂਜੀ, ਹੁਣ ਆਪਾਂ ਪ੍ਰੈਕਟੀਕਲ ਵਾਲੇ ਪਾਸੇ ਆ ਰਹੇ ਹਾਂ। ਆਪਾਂ ਛੰਦਾਂ ਦੇ ਸਾਰੀਆਂ ਟੈਕਨੀਕਲ ਚੀਜ਼ਾਂ ਸਿੱਖ ਲਈਆਂ। ਕੁਝ 2-3 ਛੰਦ ਕਰਾਂਗੇ। ਛੰਦ ਤਾਂ ਬਹੁਤ ਸਾਰੇ ਨੇ ਪੰਜਾਬੀ ਦੇ ਵਿੱਚ, ਘੱਟੋ ਘੱਟ 30-35 ਛੰਦ ਨੇ, ਪਰ ਆਪਾਂ ਉਦਾਹਰਨ ਦੇ ਤੌਰ ਤੇ ਹੀ 2-3 ਕਰਾਂਗੇ। ਜਿਵੇਂ ਪਹਿਲਾ ਬਹੁਤ ਮਹੱਤਵਪੂਰਨ ਛੰਦ ਹੈ ਦੋਹਰਾ। ਇਹ ਆਪਾਂ ਉਸ ਦਿਨ ਵੀ ਕੀਤਾ ਸੀ ਜਦੋਂ ਮੈਂ ਤੁਹਾਨੂੰ ਇੱਕ ਉਦਾਹਰਨ, ਕੋਈ ਮੈਨੂੰ ਦੱਸ ਸਕਦਾ ਉਹਦੇ ਆਪਾਂ ਦੋਹਰਾ ਛੰਦ ਦੀ ਕੀ ਉਦਾਹਰਨ ਲਈ ਸੀ ਭਲਾ? ਆਪਾਂ ਉਹਦੇ ਦੋਹਰਾ ਛੰਦ ਦੀ ਇੱਕ ਉਦਾਹਰਨ ਲਈ ਸੀ। ਗਾਰਡ ਸੁੱਤੇ ਘੂਕ ਨੇ, ਨਾ ਪਾਣੀ ਨਾ ਤੇਲ, ਬਿਨਾ ਡਰਾਈਵਰ ਚੱਲਦੀ ਇਹ ਭਾਰਤ ਦੀ ਰੇਲ। ਇਹ ਉਦਾਹਰਨ ਆਪਾਂ ਉਸ ਦਿਨ ਲਈ ਸੀ। ਅੱਜ ਇਹਦੇ ਵਿੱਚ ਆਪਾਂ ਹੋਰ ਉਦਾਹਰਨ ਲਈ ਹੈ, ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਮਾਏ, ਜੋ ਮਹਿੰਦੀ ਕੇ ਪਾਤ ਮੇਂ ਲਾਲੀ ਲਖੀ ਨਾ ਜਾਏ। ਅੱਜ ਆਪਾਂ ਇਹ ਉਦਾਹਰਨ ਲਈ ਹੈ। ਇਹਦਾ ਮਤਲਬ ਇਹਦੇ ਵਿੱਚ 2 ਲਾਈਨਾਂ ਨੇ। ਉੱਪਰ ਲਿਖਿਆ ਹੋਇਆ ਤੁਕਾਂ। ਬੋਲਿਆ ਹੁਣ ਹਾਂਜੀ, ਦੁਬਾਰਾ ਬੋਲਿਓ ਇਹਦਾ ਤੁਸੀਂ ਬੋਲਿਆ ਹੁਣ। ਪੂਰਨ ਤੂੰ ਪਰਮਾਤਮਾ, ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਹੁਣ ਨਾਲ ਸਕਰੀਨਸ਼ਾਟ ਜੀ? ਪੂਰਨ ਮੈਮ ਨੀਚੇ ਲਿਖਿਆ ਹੋਇਆ ਹੈ, ਉੱਥੋਂ ਪੜੋ। ਹਾਂਜੀ 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 ਸਰ। ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਮਾਏ, ਜੋ ਮਹਿੰਦੀ ਕੇ ਪਾਤ ਮੇਂ ਲਾਲੀ ਲਖੀ ਨਾ ਜਾਏ। ਇਹੋ ਜਿਹੇ ਸੈਂਕੜੇ ਉਦਾਹਰਨਾਂ ਨੇ ਪੰਜਾਬੀ ਦੇ ਵਿੱਚ, ਹਜ਼ਾਰਾਂ ਲੱਖਾਂ ਦੋਹਰੇ ਨੇ। ਧੋਬੀ ਕੱਪੜੇ ਧੋਂਦੇ ਆ ਵੀਰਾ ਹੋ ਹੁਸ਼ਿਆਰ, ਪਿਛਲੇ ਪਾਸੇ ਆ ਰਿਹਾ ਮੂੰਹ ਅੱਡੀ ਸੰਸਾਰ। ਕਿੰਨੀ ਉਦਾਹਰਨਾਂ ਨੇ ਦੋਹਰਾ ਛੰਦੀਆਂ, ਬਹੁਤ ਸਾਰੇ ਦੋਹਰੇ ਲਿਖੇ ਗਏ ਨੇ ਪੰਜਾਬੀ ਦੇ ਵਿੱਚ। ਇਹਨੂੰ ਆਪਾਂ ਹੁਣ ਸਟੱਡੀ ਕਰਦੇ ਹਾਂ। ਇਹ ਦੋਹਰਾ ਇੱਕ ਛੰਦ ਹੈ, ਇਹਦੇ ਵਿੱਚ ਬਹੁਤ ਸਾਰੀ ਕਵਿਤਾ ਲਿਖੀ ਗਈ ਹੈ। ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਮਾਏ ਪਹਿਲੀ ਲਾਈਨ, ਜੋ ਮਹਿੰਦੀ ਕੇ ਪਾਤ ਮੇਂ ਲਾਲੀ ਲਖੀ ਨਾ ਜਾਏ ਦੂਜੀ ਲਾਈਨ। ਇਹਦਾ ਮਤਲਬ ਇਹਦੇ ਵਿੱਚ 2 ਲਾਈਨਾਂ ਨੇ। ਹਰੇਕ ਲਾਈਨ ਦੇ ਵਿੱਚ 2-2 ਵਿਸ਼ਰਾਮ ਨੇ। ਪਹਿਲਾ ਵਿਸ਼ਰਾਮ ਪੂਰਨ ਤੂੰ ਪਰਮਾਤਮਾ ਤੇ ਆਉਂਦਾ ਹੈ। ਅਗਲਾ ਵਿਸ਼ਰਾਮ ਦੱਸੋ ਜੀ ਪਲੀਜ਼ ਕਿੱਥੇ ਆਉਂਦਾ ਹੈ? ਹਾਂਜੀ, ਜੋ ਮਹਿੰਦੀ ਕੇ ਪਾਤ ਮੇਂ। ਹਾਂ, ਪੂਰਨ ਤੂੰ ਪਰਮਾਤਮਾ ਤੇ ਪਹਿਲਾਂ ਆਉਂਦਾ ਹੈ, ਘਟ ਘਟ ਰਿਹਾ ਸਮਾਏ ਤੋਂ ਬਾਅਦ ਪੂਰਾ ਵਿਸ਼ਰਾਮ ਆ ਜਾਂਦਾ। 2 ਹੋ ਗਏ। ਪੂਰਨ ਵਿਸ਼ਰਾਮ। ਦੂਸਰਾ ਪਾਤ ਤੇ। ਹਾਂ, ਜੋ ਮਹਿੰਦੀ ਕੇ ਪਾਤ ਮੇਂ ਤੇ ਲਾਲੀ ਲਖੀ ਨਾ ਜਾਏ, ਲਾਲੀ ਲਖੀ ਨਾ ਜਾਏ ਐਂਡ ਤੇ। ਹਾਂ, ਪੂਰਨ ਵਿਸ਼ਰਾਮ। तो 2-2 विश्राम हो गए, 4 विश्राम बनते ने पूरे। पहला विश्राम 13 मात्रा ते, दूजा विश्राम 11 मात्रा ते। हुण तुसीं गिण के देखोगे इन्हां नूं। इत्थे मैं डीकोड कीता है इसनूं, पहली लाइन नूं, एक लाइन नूं पूरन तू परमात्मा। इहनूं जे तुसीं गिणांगे लघु गुरु दे आधार ते, तुसीं देखो कि गुरु लघु लघु गुरु लघु लघु गुरु लघु गुरु। ਹੁਣ ਇਹਨੂੰ ਗਿਣੋ, 2 ਤੇ 1 3 ਤੇ 1 4 2 6 ਤੇ 1 7 8 10 11 ਤੇ 2 13। ਪਹਿਲੇ ਹਿੱਸੇ ਦੇ ਵਿੱਚ 13 ਮਾਤਰਾਵਾਂ ਨੇ। ਘਟ ਘਟ ਰਿਹਾ ਸਮਾਏ ਇਹ ਚ 11 ਹੋਣਗੀਆਂ,
1 2 3 4 5 7 8 10 11 13 + 11 = 24 ਮਾਤਰਾਵਾਂ। ਇੱਕ ਲਾਈਨ ਦੇ ਵਿੱਚ 24, ਅਗਲੀ ਲਾਈਨ ਦੇ ਵਿੱਚ ਵੀ 24। ਇਹ ਹੈ ਕਵਿਤਾ ਦਾ ਮੈਥ। ਕਵਿਤਾ ਵੀ ਮੈਥ ਹੁੰਦੀ ਹੈ, ਪਰ ਇਹਦੇ ਵਿੱਚ ਕੀ ਹੈ, ਮਤਲਬ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਕਿ ਆਪਾਂ ਇਸ ਨੂੰ ਇਸ ਤਰ੍ਹਾਂ ਲਿਖੀਏ ਤੇ ਉਹਨੂੰ ਗਿਣੀਏ। ਜਦੋਂ ਸਾਡੇ ਮਨ ਦੇ ਵਿੱਚ ਟਿਊਨ ਆ ਗਈ, ਇਹਦੀ ਜਦੋਂ ਕੰਪੋਜੀਸ਼ਨ ਆ ਗਈ, ਤਾਂ ਆਟੋਮੈਟਿਕਲੀ 13 + 11 ਹੋਣਗੀਆਂ। ਇਹ ਜਿਹੜੀ ਟਿਊਨ ਹੈ ਉਹ ਮਤਲਬ ਕਵੀਸ਼ਰ ਪੁਰਾਣੇ ਸਮੇਂ ਦੇ ਵਿੱਚ ਬੋਲਦੇ ਹੁੰਦੇ ਸੀ, ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਮਾਏ, ਜੋ ਮਹਿੰਦੀ ਕੇ ਪਾਤ में लाली लखी न जाए, गार्ड सुते कूकने ना पानी ना तेल, बिना ड्राइवर चलदी ए भारत दी रेल। ਹੁਣ ਇਹ ਕੰਪੋਜੀਸ਼ਨ ਮੇਰੇ ਮਨ ਦੇ ਵਿੱਚ ਬੈਠੀ ਹੋਈ ਹੈ। ਜਦੋਂ ਵੀ ਮੈਂ ਇਹਨੂੰ ਗੁਣਗੁਣਾਉਂਗਾ, ਇਸ ਕੰਪੋਜੀਸ਼ਨ ਦੇ ਵਿੱਚ ਕੁਝ ਵੀ ਲਿਖੂੰਗਾ, ਤਾਂ ਆਟੋਮੈਟਿਕਲੀ ਉਹ ਚ 13 + 11 ਆਉਣਗੀਆਂ। ਆਟੋਮੈਟਿਕਲੀ 13 + 11 ਆਉਣਗੀਆਂ। ਸਰ ਇੱਕ ਮਿੰਟ, ਜਿਹੜੀ ਲਾਸਟ ਜਿਹੜੀ ਹੇਠਾਂ ਵਾਲੀ ਲਾਈਨ ਹੈ, ਜੋ ਮਹਿੰਦੀ ਕੇ ਪਾਤ में, ਇਹਦੇ ਵਿੱਚ 24 ਕਿਸ ਤਰ੍ਹਾਂ ਬਣਦੇ ਨੇ? ਇਹ ਗਿਣੋ ਜੀ, ਜੋ ਮਹਿੰਦੀ ਕੇ ਪਾਤ में, ਇਹਨੂੰ ਗਿਣੋ, ਇੰਨੇ ਹਿੱਸੇ ਨੂੰ। ਸਰ 2 3 4 6 7 9 10 ਤੇ 11। ਨਹੀਂ ਸਰ ਬਿੰਦੀ ਦੀ ਮੈਂ ਤਾਂ ਉਹ ਡਬਲ ਹੋਊਗਾ ਹੀ ਨਾ। ਜਿਵੇਂ ਜਿਉਂ ਦੇਖੋ, 1 ਹੋ ਗਿਆ, ਅੱਗੇ ਬਿੰਦੀ ਲੱਗੀ ਹੈ ਨਾਲ ਔਂਕੜ ਦੇ, 2 ਹੋ ਗਿਆ, 3 4, ਫਿਰ 2 ਹੋ ਗਿਆ 6, ਫਿਰ 2 ਹੋ ਗਿਆ 8, ਫਿਰ ਹੋ ਗਿਆ 10, ਫਿਰ 2 ਹੋ ਗਿਆ 12, ਫਿਰ 1 ਹੋ ਗਿਆ 13। ਸਰ ਮੀਨਸ ਬਿੰਦੀ ਜਿੱਥੇ ਲੱਗੀ ਉਹਨੂੰ 2 ਗਿਣਨਾ ਹੈ? ਹਾਂਜੀ 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 ਹਾਂਜੀ, ਬਿਲਕੁਲ ਬਿਲਕੁਲ ਠੀਕ। ਓਕੇ ਸਰ। ਸੋ 13 ਐਂ ਹੈ ਕਿ 11 ਸਾਡੇ ਗਿਣਨ ਚ ਕੋਈ ਗਲਤੀ ਹੋ ਸਕਦੀ ਹੈ, ਵੱਧ ਤੋਂ ਵੱਧ ਕੋਈ ਇੱਕ ਅੱਧੀ ਮਾਤਰਾ ਚਲੋ ਘੱਟ ਵੱਧ ਹੋ ਸਕਦੀ ਹੁੰਦੀ ਹੈ, ਬੋਲਣ ਤੇ ਲਿਖਣ ਦਾ ਫਰਕ ਪੈ ਜਾਂਦਾ। ਅਦਰਵਾਈਜ਼ ਵਜ਼ਨ ਜਿਹੜਾ 13 + 11 ਹੀ ਹੁੰਦਾ ਹੈ। ਇਹਦੇ ਆਧਾਰ ਤੇ ਆਪਾਂ ਕੋਈ ਵੀ ਦੋਹਰਾ ਆਪਾਂ ਇੱਥੇ ਬੈਠੇ ਬੈਠੇ ਵੀ ਲਿਖ ਸਕਦੇ ਹਾਂ। ਚਲੋ ਦੋਸਤੋ ਖੇਡੀਏ, ਇਹਨੂੰ ਗਿਣ ਕੇ ਦੇਖ ਲਓ, ਇਹਦੀਆਂ ਵੀ 13 ਨਿਕਲਣਗੀਆਂ। ਆਜੋ ਮੇਰੇ ਨਾਲ, ਇਹਨੂੰ ਗਿਣ ਕੇ ਦੇਖ ਲਓ, 11 ਨਿਕਲਣਗੀਆਂ। ਮੀਨਸ ਸਰ ਜਦੋਂ ਦੋਹਰਾ ਲਿਖਣਾ ਹੈ, ਉਦੋਂ 13 + 11 ਦੀ ਮਤ ਬਣੇਗੀ, ਇੱਕ ਜਿਹੜੀ ਸਤਰ ਹੈਗੀ ਹੈ। ਹਾਂ ਬਿਲਕੁਲ, ਉਹ ਆਟੋਮੈਟਿਕਲੀ ਇਸ ਕੰਪੋਜੀਸ਼ਨ ਦੇ ਵਿੱਚ ਤੁਸੀਂ ਲਿਖੋਗੇ, ਉਹਦੀਆਂ ਮਾਤਰਾਵਾਂ 13 + 11 ਹੀ ਹੋਣਗੀਆਂ। ਜਦੋਂ ਵੀ ਕਿਤੇ ਦੋਹਰਾ ਲਿਖਣਾ ਹੈ, ਤੁਸੀਂ ਕਿਸੇ ਵੀ ਕਿਤਾਬ ਦੇ ਵਿੱਚ ਦੋਹਰੇ ਕੋਈ ਵੀ ਪੜ੍ਹ ਲਓ, ਉਹਦੀਆਂ ਮਾਤਰਾਵਾਂ 13 + 11 ਹੋਣਗੀਆਂ। ਜੀ ਸਰ, ਜੀ ਸਰ। ਓਕੇ, ਥੈਂਕ ਯੂ ਸਰ। ਅੱਗੇ ਚੱਲਦੇ ਹਾਂ, ਆਪਾਂ ਇੱਕ ਦੋ ਛੰਦ ਹੋਰ ਦੇਖਦੇ ਹਾਂ, ਫਿਰ ਆਪਾਂ ਆਪਣੀ ਕਵਿਤਾਵਾਂ ਵੱਲ ਆਉਂਦੇ ਹਾਂ। ਬਸ ਹਾਂਜੀ, ਇਹ ਹੈਗਾ ਬੈਂਤ ਛੰਦ। ਬੈਂਤ ਛੰਦ ਦੇ ਵਿੱਚ ਤੁਕਾਂ ਦੀ ਗਿਣਤੀ ਸੀਮਿਤ ਨਹੀਂ ਹੈਗੀ, ਘੱਟ ਤੋਂ ਘੱਟ 4 ਹੋ ਸਕਦੀਆਂ ਨੇ, ਵੱਧ ਤੋਂ ਵੱਧ 40 ਵੀ ਹੋ ਸਕਦੀਆਂ ਨੇ, 60 ਵੀ ਹੋ ਸਕਦੀਆਂ ਨੇ, 50 ਵੀ ਹੋ ਸਕਦੀਆਂ ਨੇ। ਵਾਰਿਸ਼ਾਂ ਨੇ ਬਹੁਤ ਲੰਬੇ ਲੰਬੇ ਬੈਂਤ ਲਿਖੇ ਨੇ, ਇੱਕ ਵਾਰੀ ਲਿਖਣ ਲੱਗ ਜਾਂਦਾ, ਮੁੜ ਕੇ ਪਤਾ ਨਹੀਂ 20 ਲੈਣਾ 30 ਲੈਣਾ, ਪਤਾ ਨਹੀਂ ਕਿੰਨੀਆਂ ਲੈਣਾ ਲਿਖ ਦਿੰਦਾ। ਸੋ ਇਹ ਚ ਮਤਲਬ ਜਿਹੜੀ ਲਾਈਨਾਂ ਦੀ ਤੁਕਾਂ ਦੀ ਗਿਣਤੀ ਸੀਮਿਤ ਨਹੀਂ ਹੁੰਦੀ ਹੈਗੀ, 4 ਤੁਕਾਂ ਘੱਟੋ ਘੱਟ ਹੁੰਦੀਆਂ ਨੇ। ਜਿਵੇਂ ਹੁਣ ਆਪਾਂ ਉਦਾਹਰਨ ਦੇਖ ਲਿਆ, ਤੇਰੀ ਖੋਜ ਵਿੱਚ ਅਕਲ ਦੇ ਖੰਭ ਉੱਡ ਗਏ, ਨਹੀਂ ਹੈਗਾ ਵੈਸੇ ਸ਼ਬਦ ਗਲਤ ਪਾਇਆ ਹੋਇਆ ਇਹ, ਮੈਂ ਕਿਤੋਂ ਉਦਾਹਰਨ ਚੱਕੀ ਸੀ ਆਈ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ ਸ਼ਬਦ ਹੈ। ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ, ਲੱਖਾਂ ਸ਼ਬਦ ਨਹੀਂ ਹੈਗਾ, ਲੱਖ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਬਾਲ ਹੋਇਆ। ਘਿੱਗੀ ਵੱਜ ਗਈ ਸੰਖਾਂ ਦੀ ਰੋ ਰੋ ਕੇ, ਘੱਗੀ ਸ਼ਬਦ ਵੀ ਨਹੀਂ ਹੈਗਾ, ਇਹ ਘਿੱਗੀ ਸ਼ਬਦ ਹੈ। ਘਿੱਗੀ ਵੱਜ ਗਈ ਸੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ, ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਹੁਣ ਇਹਦੇ ਵਿੱਚ 20 + 20 ਮਾਤਰਕ ਛੰਦ ਹੈ ਇਹ। ਇੱਕ ਲਾਈਨ ਦੇ ਵਿੱਚ 40 ਮਾਤਰਾਵਾਂ ਹੋਣਗੀਆਂ। ਪਹਿਲਾ ਵਿਸ਼ਰਾਮ ਵੀ 20 ਤੇ ਆਊਗਾ, ਦੂਜਾ ਵਿਸ਼ਰਾਮ ਵੀ 20 ਤੇ ਆਊਗਾ। ਕਿਤੇ 19 ਜਾਂ 21 ਤਾਂ ਹੋ ਸਕਦਾ ਹੈ, ਪਰ 18 ਜਾਂ 22 ਨਹੀਂ ਹੁੰਦਾ ਹੈਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ
ਝੜ ਗਏ 20, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ 20, 20 + 20 = 40, ਲੱਖ ਉਂਗਲਾਂ ਗੁੰਝਲਾ ਖੋਲ ਥੱਕੀਆਂ 20, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ ਫਿਰ 20, 20 + 20 = 40। ਸੋ ਜਿੰਨੀਆਂ ਲੈਣਾ ਹੋਣਗੀਆਂ ਉਹਨਾਂ ਦਾ ਜਿਹੜਾ ਵਜ਼ਨ ਹੈ 40 ਹੀ ਹੋਊਗਾ। ਵਾਰਸ਼ਾ ਦੀ ਕੋਈ ਵੀ ਤੁਸੀਂ ਸਾਰੀ ਕਿਤਾਬ, ਸਾਰੀ ਵਾਰਸ਼ਾ ਦੀ ਹੀਰ ਬੈਂਤ ਛੰਦ ਦੇ ਵਿੱਚ ਹੈ। ਹੀਰ ਆਖਦੀ ਜੋਗੀਆ ਝੂਠ ਬੋਲੇ ਕੌਣ ਰੁੱਠੜੇ ਜਾਰ ਮਨਾਮਦਾਈ, ਐਸਾ ਕੋਈ ਨਾ ਡਿੱਠਾ ਮੈਂ ਢੂੰਡ ਥੱਕੀ ਜਿਹੜਾ ਗਿਆ ਨੂੰ ਮੋੜ ਲਿਆਮਦਾਈ, ਸਾਡੇ ਚੰਮ ਦੀਆਂ ਜੁੱਤੀਆਂ ਕਰੇ ਸੋਈ ਜਿਹੜਾ ਜੀਓ ਦਾ ਰੋਗ ਗਵਾਮਦਾਈ, ਦੇਵਾਂ ਚੂਰੀਆਂ ਘਿਓ ਦੇ ਵਾਲ ਦੀਵੇ ਵਾਰਿਸ ਸ਼ਾਹ ਜੇ ਸੁਣਾ ਮੈਂ ਆਮਦਾਈ। ਸੋ ਤੁਸੀਂ ਕੋਈ ਵੀ ਬੈਂਤ ਚੱਕ ਕੇ ਦੇਖ ਲਓ ਤਾਂ ਉਹਦੇ ਵਿੱਚੋਂ ਮਾਤਰਾਵਾਂ ਦੀ ਗਿਣਤੀ ਇੰਨੀ ਨਿਕਲੂਗੀ। ਇਹਦੀ ਵੀ ਆਪਣੀ ਕੰਪੋਜੀਸ਼ਨ ਹੈ। ਬੈਂਤ ਨੂੰ ਬਹੁਤ ਸਾਰੀਆਂ ਕੰਪੋਜੀਸ਼ਨਾਂ ਤੇ ਅਲੱਗ-ਅਲੱਗ ਕਲਾਕਾਰਾਂ ਨੇ ਗਾਇਆ ਹੋਇਆ ਹੈ। ਵਾਰਿਸ ਦੀ ਹੀਰ ਦੀਆਂ ਪਤਾ ਨਹੀਂ ਕਿੰਨੀਆਂ ਕੰਪੋਜੀਸ਼ਨਾਂ ਬਣ ਗਈਆਂ, ਪਰ ਮਾਤਰਾਵਾਂ ਉਨੀਆਂ ਹੀ ਰਹਿੰਦੀਆਂ ਨੇ ਜੀ। ਇੱਕ ਛੰਦ ਆਪਾਂ ਹੋਰ ਦੇਖਦੇ ਹਾਂ, ਬਸ ਇਹ ਤੋਂ ਬਾਅਦ ਫਿਰ ਆਪਾਂ ਪ੍ਰੈਕਟੀਕਲੀ ਆਪਣੀ ਕਵਿਤਾ ਤੇ ਆਉਂਦੇ ਹਾਂ। ਇਹ ਅੱਗੇ ਹੈਗਾ ਕੋਰੜਾ ਛੰਦ ਜੀ। ਇਹ ਮਾਤਰਕ ਛੰਦ ਨਹੀਂ ਹੈਗਾ, ਇਹ ਵਰਣਕ ਛੰਦ ਹੈ। ਇਹਦੇ ਵਿੱਚ ਮਾਤਰਾਵਾਂ ਆਪਾਂ ਛੱਡ ਦਾਂਗੇ ਜਦੋਂ ਗਿਣਤੀ ਕਰਾਂਗੇ। ਇਹਦੇ ਵਿੱਚ ਇਕੱਲੇ ਵਰਣ ਗਿਣੇ ਜਾਂਦੇ ਨੇ। ਤੇ ਇਹਦੇ ਵਿੱਚ ਦੇਖੋ ਤੁਸੀਂ ਥੱਲੇ ਉਦਾਹਰਨ ਦੇਖੋ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਹੁਣ ਇਹ 4 ਲਾਈਨਾਂ ਨੇ। ਪਹਿਲਾਂ ਤੁਕਾਨ ਦੇਖੋ, ਪਹਿਲੀਆਂ 2 ਲੈਣਾ ਤੁਕਾਨ ਤੇ ਮਿਲਦਾ, ਅਗਲੀਆਂ 2 ਲੈਣਾ ਤੁਕਾਨ ਤੇ ਮਿਲਦਾ। ਵੇਚ ਵੱਟ ਕੇ ਤੇ ਹਿਸਾਬ ਕੱਟ ਕੇ, ਆਨੰਦ ਛਾ ਗਿਆ ਤੇ ਮੇਲੇ ਆ ਗਿਆ। ਉਸ ਤੋਂ ਬਾਅਦ ਤੁਸੀਂ ਇਹਨਾਂ ਤੇ ਗਿਣ ਕੇ ਦੇਖੋ। ਹੁਣ ਮਾਤਰਾਵਾਂ ਨੂੰ ਛੱਡ ਦਿਓ। ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ ਦੇ ਵਰਣ ਗਿਣੋ ਕਿੰਨੇ ਨੇ। ਅਗਲੀ ਲੈਣ ਦੇ ਵਰਣ ਗਿਣੋ, 4 ਲੈਣਾ ਦੇ ਵਰਣ ਗਿਣੋ, ਗਿਣ ਕੇ ਦੇਖੋ। ਸ਼ਾਬਾਸ਼। ਦੇਖੋ ਕਿੰਨੇ ਕਿੰਨੇ ਬਣਦੇ ਨੇ। 13 ਵਰਣ 13 ਬਣਦੇ ਨਾ ਸਾਰੇ। ਹਾਂਜੀ। ਹੁਣ ਦੇਖੋ ਕਵੀ ਨੇ ਕਿਤੇ ਸੋਚ ਕੇ ਨਹੀਂ ਲਿਖੇ ਹੋਣਗੇ ਮੈਂ 13 ਲਿਖਣੇ ਨੇ, ਪਰ ਕਵੀ ਨੇ ਜਦੋਂ ਇਸ ਕੰਪੋਜੀਸ਼ਨ 'ਚ ਲਿਖਣਾ ਸ਼ੁਰੂ ਕੀਤਾ, ਤੁਸੀਂ ਇੱਕ ਵਾਰੀ ਕੰਪੋਜੀਸ਼ਨ ਦੇ ਮਨ 'ਚ ਬਿਠਾ ਲਓ। ਇਸ ਤੋਂ ਬਾਅਦ ਤੁਸੀਂ ਇੱਕ ਅਸਾਈਨਮੈਂਟ ਹੈ ਤੁਹਾਡੇ ਲਈ, ਇਹ ਸਭ ਤੋਂ ਸੌਖਾ ਲਿਖਣਾ ਹੈ। ਕੋਰੜਾ ਛੰਦ ਕਵਿਸ਼ਰੀ ਦਾ ਸਭ ਤੋਂ ਸੌਖਾ ਛੰਦ ਮੰਨਿਆ ਜਾਂਦਾ ਹੈ। ਤੇ ਤੁਸੀਂ ਮੈਨੂੰ ਇਸ ਤੋਂ ਬਾਅਦ ਆਪਣੇ ਗਰੁੱਪ ਦੇ ਵਿੱਚ ਇੱਕ ਕੋਰੜਾ ਛੰਦ ਲਿਖ ਕੇ ਪਾਓਗੇ। ਠੀਕ ਹੈ ਜੀ, ਸਾਰੇ ਕਰ ਲਓਗੇ? ਹਾਂਜੀ ਜੀ ਸਰ, ਕੋਸ਼ਿਸ਼ ਕਰਾਂਗੇ। ਹਾਂ, ਇਹਦੇ ਵਿੱਚ ਕੰਪੋਜੀਸ਼ਨ ਮਾਈਂਡ 'ਚ ਬਿਠਾਉਣੀ ਹੈ ਆਪਾਂ, ਵਰਣ ਨਹੀਂ ਗਿਣਨੇ। ਵਰਣ ਬਾਅਦ 'ਚ ਗਿਣ ਕੇ ਦੇਖਿਓ। ਕੰਪੋਜੀਸ਼ਨ ਬਸ ਇਹਦੀ ਇਹੀ ਹੈ। ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਜਾਂ ਫਿਰ ਤੁਸੀਂ ਉਹ ਗੀਤ ਸੁਣ ਸਕਦੇ ਹੋ ਸਤਿੰਦਰ ਸਰਤਾਜ ਦਾ, ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ। ਉਹ ਕੰਪੋਜੀਸ਼ਨ ਵੀ ਕੋਰੜੇ ਦੀ ਹੈ। ਇਸ ਨੂੰ ਵੀ ਉਸ ਕੰਪੋਜੀਸ਼ਨ ਤੇ ਗਾਇਆ ਜਾ ਸਕਦਾ ਹੈ। ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਹਾੜਾਈ ਓਏ ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਸੋ ਉਹ ਕੰਪੋਜੀਸ਼ਨ ਦੇਖ ਲਓ ਜਾਂ ਇਹ ਕੰਪੋਜੀਸ਼ਨ ਦੇਖ ਲਓ, ਦੋਨੇ ਕੰਪੋਜੀਸ਼ਨਾਂ। ਹੋਰ ਵੀ ਕਈ ਕੰਪੋਜੀਸ਼ਨ ਵੀ ਹੋ ਸਕਦੀ ਹੈ। ਕੋਈ ਇੱਕ ਕੰਪੋਜੀਸ਼ਨ ਆਪਣੇ ਮਨ 'ਚ ਬਿਠਾਓ, ਉਹਦੇ ਮੁਤਾਬਕ ਜਦੋਂ ਤੁਸੀਂ ਲਿਖੋਗੇ ਆਪੀ ਸ਼ਬਦ ਔੜੀ ਜਾਣਗੇ, ਆਪੀ ਤੁਹਾਡਾ ਜਿਹੜਾ ਵਜ਼ਨ ਪੂਰਾ ਹੋਊਗਾ। ਕੋਈ ਵੀ ਚੀਜ਼ ਤੁਸੀਂ ਕੋਈ ਲੈਣ ਇੱਥੇ ਬੈਠੇ ਬੈਠੇ ਵੀ ਆਪਾਂ ਜੋੜ ਸਕਦੇ ਹਾਂ। ਪੈਨ ਚੱਕੋ ਲਿਖੋ, ਪੈਨ ਚੱਕੋ ਤੁਸੀਂ ਲਿਖੋ, ਪੈਨ ਚੱਕੋ ਤੁਸੀਂ ਇੱਥੇ ਲਿਖੋ ਦੋਸਤੋ। ਆਪਾਂ ਇੱਕ ਲਾਈਨ ਬੈਠੇ ਬੈਠੇ ਬਣਾ ਲਈ। ਸੋ ਇਸ ਤਰ੍ਹਾਂ ਜਦੋਂ ਤੁਸੀਂ ਲਿਖੋਗੇ ਉਹ ਤੁਸੀਂ ਗਿਣ ਕੇ ਦੇਖੋ, ਇਹਦੀਆਂ ਮਾਤਰਾਵਾਂ 13 ਹੀ ਨਿਕਲਣਗੀਆਂ, ਕਿਉਂਕਿ ਤੁਹਾਡੇ ਮਾਈਂਡ ਦੇ ਵਿੱਚ ਕੰਪੋਜੀਸ਼ਨ ਆ ਗਈ। ਕੰਪੋਜੀਸ਼ਨ ਨੇ ਤੁਹਾਡਾ ਵਜ਼ਨ ਵਧਣ ਨਹੀਂ ਦੇਣਾ ਆਪਣੇ ਆਪ। ਪ੍ਰੋਬਲਮ ਸਾਡੀ ਉਦੋਂ ਆਉਂਦੀ ਹੈ ਕਵਿਤਾ ਦੇ ਵਿੱਚ, ਜਦੋਂ ਅਸੀਂ ਕੋਈ ਵੀ ਕਵਿਤਾ ਲਿਖਦੇ ਹਾਂ ਲੈਅਬੱਧ, ਪਰ ਉਹਦੀ ਕੋਈ ਕੰਪੋਜੀਸ਼ਨ ਨਹੀਂ ਬਣਾਉਂਦੇ ਹੈਗੇ। ਕਵੀ ਨਾਲ ਨਾਲ ਗਾਉਂਦਾ ਹੈ ਆਪਣੀ ਕਵਿਤਾ ਨੂੰ।
ਜਿਹੜਾ ਕਵੀ ਆਪਣੀ ਕਵਿਤਾ ਨੂੰ ਨਾਲ ਨਾਲ ਗਾਉਂਦਾ ਨਹੀਂ, ਉਹਦੀ ਕਵਿਤਾ ਦੇ ਵਿੱਚ ਵਜ਼ਨ ਘੱਟ ਵੱਧ ਹੋਊਗਾ ਹੀ ਹੋਊਗਾ, ਪਰ ਜਦੋਂ ਤੁਸੀਂ ਗਾਓਗੇ ਆਟੋਮੈਟਿਕਲੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਇੱਥੇ ਅੜ ਗਿਆ, ਇੱਥੇ ਮੈਥੋਂ ਗਾਇਆ ਨਹੀਂ ਜਾਂਦਾ ਹੈਗਾ। ਮੈਂ ਤੁਹਾਨੂੰ ਅੱਗੇ 1-2 ਉਦਾਹਰਨਾਂ ਦੱਸੂਗਾ, 1-2 ਕੋੜਾ ਸ਼ਾਨ ਦੀਆਂ ਕਵਿਤਾਵਾਂ ਆਪਣੇ ਕੋਲੇ ਹੈਗੀਆਂ ਨੇ ਜਿਹੜੀਆਂ ਆਈਆਂ ਹੋਈਆਂ ਨੇ, ਉਹਦੇ ਵਿੱਚ ਮੈਂ ਦੱਸੂਗਾ ਕਿ ਕਿੱਥੇ ਕਿੱਥੇ ਕਮੀ ਆਪਾਂ ਤੋਂ ਰਹਿ ਗਈ ਤੇ ਕੀ ਕਮੀ ਰਹਿ ਗਈ ਉਹਦੇ ਵਿੱਚ। ਠੀਕ ਹੈ ਜੀ, ਅੱਗੇ ਤੁਰੀਏ। ਹਾਂਜੀ ਸਰ, ਇਹ ਜਿਹੜਾ ਕੋਰੜਾ ਛੰਦ ਹੈ ਇਹਦੇ ਵਿੱਚ 6 ਤੋਂ ਬਾਅਦ ਵਿਸਰਾਮ ਜ਼ਰੂਰੀ ਹੈ? ਕਿਵੇਂ ਜੀ? ਜਿਹੜਾ ਕੋਰੜਾ ਛੰਦ ਹੈ ਇਹਦੇ ਵਿੱਚ 6 ਵਰਨਾਂ ਤੋਂ ਬਾਅਦ ਵਿਸਰਾਮ ਜ਼ਰੂਰੀ ਹੈ? ਨਹੀਂ, ਕੋਈ ਜ਼ਰੂਰੀ ਨਹੀਂ, ਕੁਛ ਵਿਸ਼ਰਾਮ ਜ਼ਰੂਰੀ ਹੁੰਦਾ ਹੈ, ਪਰ ਇਸ ਨੂੰ ਤੁਸੀਂ ਮੁਕੰਮਲ 13 ਚ ਲਿਖ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ ਇਹਦਾ। ਠੀਕ ਹੈ ਜੀ, ਇਹ ਕੋਈ ਗੱਲ ਨਹੀਂ ਠੀਕ ਹੈ। ਹਾਂਜੀ ਸਰ, ਮੈਂ ਇਸ ਤਰ੍ਹਾਂ ਹੁਣੇ ਲਿਖਿਆ ਸੀ, ਸਾਰੇ ਰਲ ਮੇਲ ਅੱਜ ਆਪਾਂ ਸਿੱਖਣਾ, ਏਦਾਂ ਹੀ ਬੋਲਿਆ ਤਾਂ ਵੇਖਿਆ ਤਾਂ ਉਹਦੇ ਵੀ ਉਹਨੇ ਬਣ ਗਏ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਹਾਂਜੀ ਹਾਂਜੀ। ਜਦੋਂ ਗਾ ਕੇ ਦੇਖੋਗੇ ਅਸਲ ਦੇ ਵਿੱਚ ਗਾਉਣਾ ਆਪਣੇ ਆਪ ਦੇ ਵਿੱਚ ਤੁਹਾਨੂੰ ਰਿਫਾਈਨ ਕਰਦਾ ਹੈ, ਕਿਉਂਕਿ ਗਾ ਤੁਸੀਂ ਸਕਦੇ ਹੀ ਨਹੀਂ ਹੈਗੇ ਜੇ ਮਾਤਰਾ ਘੱਟ ਵੱਧ ਗਈ, ਉਹ ਗਾਇਆ ਨਹੀਂ ਜਾ ਸਕਦਾ ਹੈਗਾ। ਹਾਂਜੀ ਹਾਂਜੀ। ਲਿਖਣ ਤਾਂ ਸਾਨੂੰ ਪਤਾ ਨਹੀਂ ਲੱਗਦਾ ਹੈਗਾ, ਪਰ ਜਦੋਂ ਅਸੀਂ ਗਾ ਕੇ ਦੇਖਾਂਗੇ ਤਾਂ ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਇੱਥੇ ਮੈਂ ਗਲਤ ਹੋ ਗਿਆ, ਆਹ ਸ਼ਬਦ ਤਾਂ ਮੈਥੋਂ ਗਾਇਆ ਨਹੀਂ ਜਾਂਦਾ ਹੈਗਾ, ਇਹ ਤਾਂ ਕੱਟਣਾ ਪਊਗਾ ਵਿੱਚੋਂ। ਪ੍ਰੋਬਲਮ ਇਹ ਹੈ ਕਿ ਸਾਨੂੰ ਰਿਦਮ ਦਾ ਨਹੀਂ ਪਤਾ ਲੱਗਦਾ, ਸਾਨੂੰ ਸੁਰ ਦਾ ਨਹੀਂ ਪਤਾ ਲੱਗਦਾ, ਲੈਅ ਦਾ ਨਹੀਂ ਪਤਾ ਲੱਗਦਾ, ਕਿਉਂਕਿ ਅਸੀਂ ਕਵਿਤਾਵਾਂ ਨੂੰ ਗੁਣਗੁਣਾਉਂਦੇ ਨਹੀਂ ਹੈਗੇ, ਖਾਸ ਤੌਰ ਤੇ ਲੈਅਬੱਧ ਕਵਿਤਾਵਾਂ। ਸੋ ਇਹ ਸੀ ਪ੍ਰੈਕਟਿਕ ਜਿਹੜਾ ਆਪਣਾ ਸਿਧਾਂਤਕ ਪੱਖ ਜਿਹੜਾ ਕੀਤਾ। ਹੁਣ ਮੈਂ ਆਪਣੀਆਂ ਕਵਿਤਾਵਾਂ ਵੱਲ ਆ ਰਿਹਾ। ਪਹਿਲੀਆਂ ਕਵਿਤਾਵਾਂ ਮੇਰੇ ਕੋਲੇ ਹੈਗੀਆਂ ਨੇ ਮੈਡਮ ਕੈਲਾਸ਼ ਠਾਕੁਰ ਦੀਆਂ। ਮੈਡਮ ਧਿਆਨ ਦਿਓ, ਤੁਸੀਂ ਤੁਹਾਡੇ ਕੋਲੇ ਹੈਗੀਆਂ ਨੇ ਕਵਿਤਾਵਾਂ ਹੁਣ? ਹਾਂਜੀ ਹੈਗੀਆਂ। ਓਕੇ, ਤੁਹਾਡੀਆਂ ਇਹ ਦੋਨੇ ਕਵਿਤਾਵਾਂ ਜਿਹੜੀਆਂ ਹੈਗੀਆਂ ਨੇ ਨਾ, ਇਹ ਗਜ਼ਲ ਦੀ ਛੋਟੀ ਬਹਿਰ ਚ ਲਿਖੀਆਂ ਹੋਈਆਂ ਕਵਿਤਾਵਾਂ ਨੇ। ਠੀਕ ਹੈ ਜੀ। ਪਰ ਗਜ਼ਲ ਦੀ ਛੋਟੀ ਬਹਿਰ ਨੂੰ ਤੁਸੀਂ ਪੂਰਾ ਫਾਲੋ ਨਹੀਂ ਕੀਤਾ ਹੈਗਾ। ਠੀਕ ਹੈ ਜੀ। ਹੁਣ ਇਹਦਾ ਮਤਲਬ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗਜ਼ਲ ਦੀ ਛੋਟੀ ਬਹਿਰ ਕਿਹੜੀ ਹੈ। ਜਦੋਂ ਅਸੀਂ ਗਜ਼ਲ ਦੀ ਛੋਟੀ ਬਹਿਰ 'ਚ ਲਿਖ ਰਹੇ ਹਾਂ ਤਾਂ ਸਾਨੂੰ ਜੇ ਉਹ ਬਹਿਰ ਦਾ ਨਹੀਂ ਪਤਾ ਹੈਗਾ, ਫਿਰ ਅਸੀਂ ਗਲਤੀਆਂ ਕਰਾਂਗੇ। ਠੀਕ ਹੈ ਜੀ। ਜਿਹੜੀ ਦੂਜੀ ਕਵਿਤਾ ਹੈ ਮਾਨਿਕ ਸਮੁੰਦਰ, ਇਹ ਕਾਫੀ ਹੱਦ ਤੱਕ ਉਸ ਬਹਿਰ ਦੇ ਨੇੜੇ ਤੁਸੀਂ ਇਸ ਨੂੰ ਲੈ ਗਏ, ਪਰ ਪਹਿਲੀ ਕਵਿਤਾ ਦੇ ਵਿੱਚ ਬਹਿਰ ਦੇ ਐਂਗਲ ਤੋਂ ਪ੍ਰੋਬਲਮਾਂ ਨੇ। ਤੁਸੀਂ ਤੋਲ ਤੁਕਾਂਤ ਮਿਲਾਏ ਹੋਏ ਨੇ, ਪਰ ਬਹਿਰ ਦੇ ਐਂਗਲ ਤੋਂ ਬਹੁਤ ਪ੍ਰੋਬਲਮਾਂ ਨੇ। ਜਿਵੇਂ ਬਾਹਰ ਸੁੰਨੀਆਂ ਅੱਖਾਂ ਨਾਲ ਤੱਕਦੀ, ਦਰਵਾਜ਼ੇ ਦੀ ਆਹਟ ਤੇ ਕੰਨ ਰੱਖਦੀ। ਹੁਣ ਇਹ ਕੋਈ ਗਜ਼ਲ ਦੀ ਬਹਿਰ ਬਣਦੀ ਨਹੀਂ ਹੈਗੀ। ਠੀਕ ਹੈ ਜੀ। ਜੇ ਅਸੀਂ ਇਹਨੂੰ ਜਿਹੜੀ ਛੋਟੀ ਬਹਿਰ ਹੁੰਦੀ ਹੈ ਨਾ, ਉਹ ਹੁੰਦੀ ਹੈ ਜਿਵੇਂ ਸੁੰਨੀਆਂ ਅੱਖਾਂ ਦੇ ਨਾਲ ਤੱਕਦੀ, ਆਹਟ ਉੱਤੇ ਕੰਨ ਹੈ ਰੱਖਦੀ, ਥੱਕ ਹਾਰ ਕੇ ਬਹਿ ਜਾਂਦੀ ਹੈ, ਕਦੇ ਉਹ ਡੂੰਘੀ ਲੈ ਜਾਂਦੀ ਹੈ। ਉਹ ਚਿੜੀ ਬੋਟਾਂ ਨੂੰ ਚੋਗ ਚੁਗਾਵੇ, ਖੰਭ ਫੈਲਾ ਕੇ ਉੱਡਣਾ ਚਾਹਵੇ, ਗਏ ਪਖੇਰੂ ਮੁੜ ਨਾ ਆਏ, ਚਿੜੀ ਨੂੰ ਨਾ ਫਿਕਰ ਸਤਾਏ, ਆਪਣੇ ਆਰੇ ਲੱਗੀ ਰਹਿੰਦੀ, ਮੀਂਹ ਝੱਖੜ ਨਾ ਟਿਕ ਕੇ ਬਹਿੰਦੀ, ਕਰਮ ਕਰੇ ਪਰ ਫਲ ਨਾ ਚਾਹਿਆ, ਮੈਨੂੰ ਵੱਡਾ ਸਬਕ ਸਿਖਾਇਆ। ਮੈਂ ਤੁਹਾਡੇ ਸ਼ਬਦਾਂ ਨੂੰ ਤੋੜ ਕੇ ਉਹਨਾਂ ਸ਼ਬਦਾਂ ਦੇ ਵਿੱਚੋਂ ਨਵੀਆਂ ਲਾਈਨਾਂ ਕ੍ਰੀਏਟ ਕੀਤੀਆਂ ਨੇ। ਹਾਂਜੀ। ਸੋ ਉਹਨੂੰ ਆਪਣੀ ਇੱਕ ਬਹਿਰ, ਪਹਿਲੀਆਂ 2 ਲਾਈਨਾਂ ਜਿਹਦੇ ਵਿੱਚ ਤੁਹਾਡੀ ਇੱਕ ਬਹਿਰ ਫਿਕਸ ਹੋ ਜਾਊਗੀ, ਠੀਕ ਹੈ। ਉਸ ਬਹਿਰ ਦੇ ਮੁਤਾਬਕ ਫਿਰ ਅਗਲੀਆਂ ਲਾਈਨਾਂ ਆਟੋਮੈਟਿਕਲੀ ਆਈ ਜਾਣਗੀਆਂ। ਤੇ ਇੱਕ ਮੈਂ ਉਹਦੇ ਵਿੱਚ ਗਰੁੱਪ ਦੇ ਵਿੱਚ ਵੀ ਕਮੈਂਟ ਕੀਤਾ ਸੀ ਕਿ ਕਵਿਤਾ ਦੇ ਵਿੱਚ ਕਿਤੇ ਉਪਦੇਸ਼ ਨਹੀਂ ਆਉਣਾ ਚਾਹੀਦਾ। ਹਾਂਜੀ। ਜਿਹੜੀਆਂ ਤੁਹਾਡੀਆਂ ਲਾਸਟ ਲਾਈਨਾਂ ਨੇ, ਉਪਦੇਸ਼ ਗੀਤਾ ਦਾ ਚਿੜੀ ਸਮਝਾਵੇ, ਕਰਮ ਕਰੇ ਫਲ ਦੀ ਇੱਛਾ ਨਾ ਚਾਹਵੇ, ਇਹ ਨਾ ਬਹੁਤ ਸਪਾਟ ਹੋ ਗਈ ਕਵਿਤਾ, ਬਹੁਤ ਸਿੱਧੀ ਹੋ ਗਈ ਕਵਿਤਾ। ਠੀਕ ਹੈ ਜੀ। ਪੋਇਟਿਕ ਨਹੀਂ ਰਹੀ ਹੈਗੀ, ਐਸਥੈਟਿਕ ਨਹੀਂ ਰਿਹਾ ਕਵਿਤਾ 'ਚ ਇੱਥੇ ਆ ਕੇ। ਠੀਕ ਹੈ ਜੀ। ਕਵਿਤਾ ਹੈ ਹੀ ਐਸਥੈਟਿਕ ਦਾ ਨਾਂ। ਮੈਂ ਪਿਛਲੇ 4 ਲਾਈਨਾਂ ਨੂੰ ਢਾ ਕੇ 2 ਲਾਈਨਾਂ ਲਿਖਤੀਆਂ, ਕਿਤੇ ਮੈਂ ਗੀਤਾ ਦਾ ਜ਼ਿਕਰ ਨਹੀਂ ਕੀਤਾ। ਕਰਮ ਕਰੇ ਪਰ ਫਲ ਨਾ ਚਾਹਿਆ, ਮੈਨੂੰ ਵੱਡਾ ਸਬਕ ਸਿਖਾਇਆ। ਹਾਂਜੀ। ਗੱਲ ਉਹੀ ਤੁਹਾਡੇ ਲਈ ਕਹਿਤੀ ਸਾਰੀ, ਪਰ ਕਿਤੇ ਵੀ ਕੋਈ ਗੀਤਾ ਦਾ ਜ਼ਿਕਰ ਨਹੀਂ ਕੀਤਾ, ਕੋਈ ਉਪਦੇਸ਼ ਦਾ ਜ਼ਿਕਰ ਨਹੀਂ ਕੀਤਾ। ਆਪਾਂ ਕਵਿਤਾ ਦੀ ਐਸਥੈਟਿਕ ਨਹੀਂ ਮਰਨ ਦੇਣੀ ਹੈਗੀ। ਠੀਕ ਹੈ ਜੀ। ਜਦੋਂ ਅਸੀਂ ਕਵਿਤਾ ਦੇ ਵਿੱਚ ਸਿੱਧੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ, ਸਿੱਧੇ ਸ਼ਬਦ ਵਰਤਣ ਲੱਗ ਜਾਂਦੇ ਹਾਂ,
ਤਾਂ ਉਹ ਕਵਿਤਾ ਵਾਰਤਕ ਬਣ ਜਾਂਦੀ ਹੈ, ਫਿਰ ਉਹ ਕਵਿਤਾ ਨਾਰਾ ਬਣ ਜਾਂਦੀ ਹੈ, ਫਿਰ ਹਾਂਜੀ ਉਹ ਕਵਿਤਾ ਕਿਸੇ ਧਾਰਮਿਕ ਬੰਦੇ ਦਾ ਉਪਦੇਸ਼ ਬਣ ਜਾਂਦੀ ਹੈ, ਪਰ ਉਹ ਕਵਿਤਾ ਨਹੀਂ ਰਹਿੰਦੀ ਹੈ। ਠੀਕ ਹੈ ਜੀ। ਇਸ ਗੱਲ ਦਾ ਆਪਾਂ ਖਿਆਲ ਰੱਖਣਾ ਹੈ। ਉਸ ਤੋਂ ਬਾਅਦ ਦੂਜੀ ਕਵਿਤਾ ਜਿਹੜੀ ਹੈਗੀ ਹੈ, ਇਹਦੇ ਵਿੱਚ ਵੀ ਕੁਝ ਐਸੇ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ, ਬਹਿਰ ਦੀਆਂ ਪ੍ਰੋਬਲਮਾਂ ਨੇ। ਅਦਰਵਾਈਜ਼ ਤੁਸੀਂ ਲਿਖਦੇ ਵਧੀਆ ਲਿਖਿਆ ਇਹਦੇ ਵਿੱਚ ਵੀ, ਜਿਵੇਂ ਦੇਖਣ ਵਿੱਚ ਲੱਗਦਾ ਸ਼ਾਂਤ ਸਮੁੰਦਰ। ਹੁਣ ਦੇਖਣ ਵਿੱਚ ਲੱਗਦਾ ਸ਼ਾਂਤ ਸਮੁੰਦਰ, ਇਹਦੀ ਥਾਂ ਤੇ ਸਿੱਧਾ ਕਰੋ, ਦੇਖਣ ਨੂੰ ਹੈ ਸ਼ਾਂਤ ਸਮੁੰਦਰ, ਲਹਿਰਾਂ ਉੱਠਣ ਉਸਦੇ ਅੰਦਰ। ਕਈ ਲਹਿਰਾਂ ਉੱਠਣ, ਜਦੋਂ ਕਈ ਸ਼ਬਦ ਮੂਹਰੇ ਲਾਤਾ, ਉਹ ਸਾਰੀ ਉਹਦਾ ਜਿਹੜਾ ਲੈ ਵਿਗੜ ਗਈ। ਦੇਖਣ ਨੂੰ ਹੈ ਸ਼ਾਂਤ ਸਮੁੰਦਰ, ਲਹਿਰਾਂ ਉੱਠਣ ਉਸਦੇ ਅੰਦਰ, ਮਾਰ ਉਛਾਲੇ ਲਹਿਰਾਂ ਆਵਣ, ਘੋਗੇ ਸਿੱਪੀਆਂ ਨਾਲ ਲਿਆਵਣ। ਤੁਸੀਂ ਲਿਖਿਆ ਕੂੜ ਕਬਾੜ, ਘੋਗੇ ਸਿੱਪੀ ਨਾਲ ਲਿਆਵੇ। ਕਿੱਡਾ ਵੱਡਾ ਹੋ ਗਿਆ ਇਹ ਸਾਰਾ ਕੁਝ। ਹਾਂਜੀ ਇਹਦਾ ਸਿੱਧਾ ਘੋਗੇ ਸਿੱਪੀਆਂ ਨਾਲ ਲਿਆਵਣ, ਡੂੰਘੇ ਪਾਣੀ ਮਿਲਦੇ ਮੋਤੀ, ਜਾਂ ਡੂੰਘੇ ਮਿਲਦੇ ਮੋਤੀ ਸੁੱਚੇ, ਪਾਉਣ ਜੋ ਹੋਣ ਜਨੂਨ ਗੁੜੁੱਚੇ। ਸੋ ਇਹਨੂੰ ਇਸ ਐਂਗਲ ਤੋਂ ਦੇਖਿਓ। ਜੇ ਤੁਸੀਂ ਆਪ ਦੇਖੋਗੇ, ਹੁਣ ਮੈਂ ਤੁਹਾਨੂੰ ਇਹਦੀ ਫੋਟੋ ਖਿੱਚ ਕੇ ਭੇਜ ਦੂੰਗਾ, ਜਿਹੜੀਆਂ ਮੈਂ ਬਾਕੀ ਸਾਰੀਆਂ ਗਲਤੀਆਂ ਕੱਢੀਆਂ ਨੇ। ਮੋਟੇ ਤੌਰ ਤੇ ਮੈਂ ਸਮਝਾਇਆ ਕਿ ਆਪਣੀ ਬਹਿਰ ਫਿਕਸ ਕਰੋ। ਬਹਿਰ ਫਿਕਸ ਕਰਨ ਤੋਂ ਬਾਅਦ ਜੇ ਤੁਸੀਂ ਲਿਖੋਗੇ, ਆਟੋਮੈਟਿਕਲੀ ਉਸ ਤੱਕੜੀ ਦੇ ਵਿੱਚ ਤੁਹਾਡੀਆਂ ਲਾਈਨਾਂ ਤੁਲੀ ਜਾਣਗੀਆਂ, ਤੁਸੀਂ ਆਪੇ ਹੀ ਠੀਕ ਲਿਖੀ ਜਾਓਗੇ ਉਹਨਾਂ ਨੂੰ। ਸਾਰੀ ਮੈਂ ਕੋਈ ਬਹਿਰ ਮਨ ਚ ਸੋਚ ਕੇ ਨਹੀਂ ਲਿਖੀ, ਇਹ ਸਿਰਫ ਤੁਕਾਂਤ ਮਿਲਾਉਣ ਦੀ ਕੋਸ਼ਿਸ਼ ਕੀਤੀ। ਤੁਹਾਡੀ ਗੱਲ ਠੀਕ ਆ ਕਿ ਬਹਿਰ ਮੁਤਾਬਕ। ਹਾਂ, ਮੈਂ ਦੱਸਦਾ ਪ੍ਰੋਬਲਮ ਕੀ ਹੁੰਦੀ ਹੈ। ਤੁਸੀਂ ਤਾਂ ਬਹਿਰ ਸੋਚ ਕੇ ਨਹੀਂ ਲਿਖੀ ਹੈਗੀ, ਹੋ ਸਕਦਾ ਤੁਹਾਨੂੰ ਬਹਿਰਾਂ ਦਾ ਪਤਾ ਵੀ ਨਾ ਹੋਵੇ, ਕਿਉਂਕਿ ਆਪਾਂ ਗਜ਼ਲ ਨਹੀਂ ਲਿਖ ਰਹੇ ਹੈਗੇ, ਜਾਂ ਗਜ਼ਲ ਆਪਾਂ ਕਦੇ ਨਹੀਂ ਲਿਖੀ ਹੈਗੀ, ਹਨਾ। ਪਰ ਜਦੋਂ ਤੁਸੀਂ ਬਹਿਰ ਗਜ਼ਲ ਵਾਲੀ ਅਪਣਾ ਲਈ, ਫਿਰ ਤੁਹਾਡੇ ਤੋਂ ਆਸ ਕਰੂਗਾ ਪਾਠਕ ਨਾ, ਜਿਹੜਾ ਸੁਚੇਤ ਪਾਠਕ ਹੈ, ਤੁਹਾਡੇ ਤੋਂ ਆਸ ਕਰੂਗਾ ਫਿਰ ਉਸ ਮਤਲਬ ਗਜ਼ਲ ਦੀ ਬਹਿਰ ਨਾਲ ਪੰਗਾ ਨਾ ਲਓ, ਫਿਰ ਕੋਈ ਗੀਤ ਲਿਖੋ ਜਾਂ ਕੁਝ ਹੋਰ ਲਿਖੋ ਫਿਰ। ਠੀਕ ਹੈ ਜੀ। ਸੋ ਜੇ ਆਪਾਂ ਕਹਾਂਗੇ ਕਿ ਅਸੀਂ ਉੱਡਣਾ ਹੈ ਅਸਮਾਨ ਦੇ ਵਿੱਚ, ਹਾਂਜੀ, ਫਿਰ ਤਾਂ ਸਾਨੂੰ ਖੰਭ ਚਾਹੀਦੇ ਨੇ ਨਾ। ਬਿਲਕੁਲ, ਕਿਉਂਕਿ ਉਹਦਾ ਕਵਿਤਾ ਕੋਈ ਪੜ੍ਹਦਾ ਨਹੀਂ ਜੇ ਮਤਲਬ ਕਿ ਬਹਿਰ ਵਿੱਚ ਹੋਗੀ, ਵਜਨਦਾਰ ਬਣਦੀ ਹੈ ਕਵਿਤਾ। ਇਹ ਤਾਂ ਮੈਂ ਵੀ ਸੋ ਜੇ ਤੁਸੀਂ ਮਤਲਬ ਗਜ਼ਲ ਦੀ ਬਹਿਰ 'ਚ ਆਪਾਂ ਲਿਖ ਰਹੇ ਹਾਂ, ਤਾਂ ਗਜ਼ਲ ਦੀ ਬਹਿਰ ਨੂੰ ਫਾਲੋ ਕਰੋ। ਨਹੀਂ ਆਪਣੇ ਕਵਿਤਾ ਦਾ ਰੂਪ ਬਦਲੋ, ਕੋਈ ਹੋਰ ਲਿਖੋ। ਸੋ ਇਹ ਤੁਹਾਡੇ ਬਾਰੇ ਇੰਨੀਆਂ ਗੱਲਾਂ ਸੀ। ਹੁਣ ਆਪਾਂ ਅਗਲੇ ਵੱਲ ਚੱਲਦੇ ਹਾਂ। ਮੈਡਮ ਸਤਿੰਦਰਜੀਤ ਕੌਰ ਬੁੱਟਰ, ਐਵੇਂ ਹੀ ਹੱਕ ਅਜਮਾ ਲੈਂਦੇ ਹਾਂ, ਫਿਰ ਤੋਂ ਹੀ ਧੋਖਾ ਖਾ ਲੈਂਦੇ ਹਾਂ। ਹੁਣ ਮੈਡਮ ਤੁਸੀਂ ਦੇਖੋ, ਇਹਦੇ ਵਿੱਚ ਜੇ ਹੀ ਸ਼ਬਦ ਨਾ ਲਾਉਂਦੇ, ਐਵੇਂ ਹੀ ਹੱਕ ਅਜਮਾ ਲੈਂਦੇ ਹਾਂ, ਫਿਰ ਤੋਂ ਧੋਖਾ ਖਾ ਲੈਂਦੇ ਹਾਂ। ਕੱਲਾ ਹੀ ਸ਼ਬਦ ਬਾਹਰ ਕੱਢਣ ਨਾਲ ਤੁਹਾਡੀ ਜਿਹੜੀ ਕਵਿਤਾ ਹੈ ਉਹ ਉਸ ਮੀਟਰ ਦੇ ਵਿੱਚ ਫਿੱਟ ਆ ਗਈ। ਕਿਤੇ ਕਿਤੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ। ਅਦਰਵਾਈਜ਼ ਗਜ਼ਲ ਸੋਹਣੀ ਲਿਖੀ ਹੈ। ਇਸ ਤਰ੍ਹਾਂ ਰੂਹ ਦੇ ਜ਼ਖਮ ਜੋ ਰਿਸਦੇ ਰਹਿੰਦੇ, ਫੇਰ ਦਿਲ ਤੋਂ ਠੋਕਰ ਖਾ ਲੈਂਦੇ ਹਾਂ, ਫਿਰ ਸ਼ਬਦ ਫਿਰ ਵੱਧ ਗਿਆ ਇੱਥੇ। ਰੂਹ ਦੇ ਜ਼ਖਮ ਜੋ ਰਿਸਦੇ ਰਹਿੰਦੇ, ਦਿਲ ਤੋਂ ਠੋਕਰ ਖਾ ਲੈਂਦੇ ਹਾਂ। ਜੇ ਫਿਰ ਕੱਟ ਦਈਏ ਤਾਂ ਲਾਈਨ ਸਮੂਥ ਹੋਊਗੀ ਤੁਹਾਡੀ। ਸੋ ਇਸ ਤਰ੍ਹਾਂ ਥੋੜਾ ਥੋੜਾ ਕਿਤੇ ਨਾ ਕਿਤੇ ਇਹਦੇ ਵਿੱਚ ਵਜ਼ਨ ਤੁਹਾਡਾ ਘਟਦਾ ਵੱਧਦਾ ਹੈ। ਅਗਲੀ ਕਵਿਤਾ ਦੇ ਵਿੱਚ ਵੀ ਕਵਿਤਾ ਬਹੁਤ ਸੋਹਣੀ ਹੈ। ਪਿਆਰ ਦਾ ਬੂਟਾ ਰੂਹ ਚ ਲਾਇਆ, ਖੂਨ ਜਿਗਰ ਦਾ ਉਹਨੂੰ ਪਿਆਇਆ, ਮੋਹ ਮੇਰਾ ਨਾ ਸਮਝਿਆ ਉਸਨੇ ਕਾਗਜ਼ ਤੇ ਅਸਾਂ ਮੋਹ ਮਖਰਾਇਆ, ਰੂਹ ਤੋਂ ਪਾਰ ਉਤਾਰਨ ਖਾਤਰ ਸ਼ਬਦਾਂ ਨੂੰ ਅਸਾਂ ਦਰਦ ਸੁਣਾਇਆ। ਹੁਣ ਅਗਲੀਆਂ ਦੋ ਲੈਣਾ ਜਿੱਥੇ ਫਾਲਟ ਹੈ, ਸ਼ਿਕਵਾ ਕੀ ਕਰਨਾ ਮੁਕੱਦਰਾਂ ਉੱਤੇ, ਇਹਦੇ ਵਿੱਚ ਬਹੁਤ ਪ੍ਰੋਬਲਮ ਹੈ। ਇਹ ਲਾਈਨ ਬਦਲਣੀ ਪਊਗੀ ਆਪਾਂ ਨੂੰ। ਇਸ ਮਤਲਬ ਫਰੇਮ ਦੇ ਵਿੱਚ ਫਿੱਟ ਹੀ ਨਹੀਂ ਬੈਠਦੀ ਲਾਈਨ। ਭਾਵੇਂ ਖੁਦਾ ਨੂੰ ਅਸੀਂ ਮਿਟਾ ਬੈਠੇ ਹਾਂ, ਇਹਦੇ ਵਿੱਚ ਭਾਵੇਂ ਸ਼ਬਦ ਕੱਟ ਦੋ, ਖੁਦਾ ਨੂੰ ਅਸੀਂ ਮਿਟਾ ਬੈਠੇ ਹਾਂ, ਸਾਥ ਨਾ ਅਜੇ ਉਸ ਦਾ ਪਾਇਆ। ਉੱਪਰੋਂ ਭਾਵੇਂ ਕੱਟ ਦੋ, ਥੱਲੋਂ ਪਰ ਕੱਟ ਦੋ, ਤੁਹਾਡੀ ਬੈਲੈਂਸ ਆ ਜਾਊਗੀ ਲੈਣ। ਇਹ ਖੁਦ ਨੂੰ ਅਸੀਂ ਮਿਟਾ ਬੈਠੇ ਹਾਂ, ਸਾਥ ਨਾ ਅਜੇ ਉਸ ਦਾ ਪਾਇਆ। ਸੋ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ। ਬੁੱਟਰ ਵਕਤ ਗਵਾਚਾ ਲੱਭਦਾ ਨਹੀਂ, ਇਹਦੇ ਵਿੱਚ ਸਾਰਾ ਬੁੱਟਰ ਸ਼ਬਦ ਮੀਟਰ ਚੋਂ ਬਾਹਰ ਹੈ। ਜੇ ਬੁੱਟਰ ਰੱਖਣਾ ਹੈ ਤਾਂ ਫਿਰ ਆਪਾਂ ਨੂੰ ਅੱਗੇ ਕਿਤੇ ਘਟਾਉਣੇ ਪੈਣਗੇ ਸ਼ਬਦ। ਬੁੱਟਰ ਵਕਤ ਤਾਂ ਮੁੜਦਾ ਨਹੀਂ, ਬੁੱਟਰ ਵਕਤ ਤਾਂ ਮੁੜਦਾ ਨਹੀਂ। ਇਹਦੇ ਤੁਸੀਂ ਮਾਤਰਾ ਮੰਗਣ ਕੇ ਦੇਖਿਓ, ਤੁਹਾਡੀਆਂ ਬਾਕੀ ਲੈਣਾ ਦੇ ਬਰਾਬਰ ਮਾਤਰਾਵਾਂ ਆਉਣਗੀਆਂ। ਸੋ ਹੁਣ ਤੁਸੀਂ ਸਿੱਖ ਗਏ। ਅੱਜ ਜਾ ਕੇ ਆਪਣੀ ਕਵਿਤਾ ਨੂੰ ਆਪ ਚੈੱਕ ਕਰਿਓ, ਆਪਣੀ ਗਜ਼ਲ ਨੂੰ ਆਪ ਚੈੱਕ ਕਰਿਓ ਕਿ ਮੇਰੀ ਕਿਹੜੀ ਲਾਈਨ ਦੇ ਵਿੱਚ
ਵੱਧ ਸ਼ਬਦ ਵੱਧ ਨੇ ਜਾਂ ਮਾਤਰਾਵਾਂ ਵੱਧ ਨੇ, ਉੱਥੇ ਠੀਕ ਕਰੋ ਉਸ ਨੂੰ, ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਊਗੀ ਇਹਦੇ ਵਿੱਚ। ਠੀਕ ਹੈ ਜੀ ਮੈਡਮ ਸਿਮਰਨਜੀਤ ਕੌਰ? ਥੈਂਕ ਯੂ ਸਰ ਜੀ। ਸਿਮਰਨਜੀਤ ਕੌਰ, ਸਿਮਰ ਮੇਰੇ ਖਿਆਲ 'ਚ ਹੈ ਨਹੀਂ ਆਪਣੇ ਨਾਲ, ਹਨਾ? ਨਹੀਂ ਜੀ। ਓਕੇ, ਚਲੋ ਆਪਾਂ ਉਹਨੂੰ ਛੱਡ ਲੈਨੇ ਫਿਲਹਾਲ। ਮੈਡਮ ਸੁਖਵਿੰਦਰ ਕੌਰ ਹੈਗੇ ਨੇ? ਹਾਂਜੀ ਸਰ ਜੀ। ਕਵਿਤਾ ਤੁਹਾਡੀ ਸੋਹਣੀ ਹੈ ਇਹ। ਹਾਂ ਸਮਾਂ ਤੇ ਬਿਲਕੁਲ ਨਹੀਂ ਹੈ ਮੇਰੇ ਕੋਲ, ਪੈਸੇ ਦੇ ਲਾਲਚ ਦੀ ਹੋੜ ਵਿੱਚ ਵਿਚਾਰਾਂ ਤੇ ਸ਼ੌਂਕਾਂ ਨੂੰ ਲਾ ਕੇ ਖੁੱਡੇ, ਤੈਨੂੰ ਪਤਾ ਹੈ ਇਹ ਸਮਾਂ ਬੜਾ ਹੈ ਅਨਮੋਲ। ਮੈਡਮ ਇੱਥੇ ਨਾ ਕੁਝ ਹੋਰ ਹੋਣਾ ਚਾਹੀਦਾ ਸੀ। ਪੈਸੇ ਤੇ ਲਾਲਚ ਦੀ ਹੋੜ ਵਿੱਚ ਵਿਚਾਰਾਂ ਤੇ ਸ਼ੌਂਕਾਂ ਨੂੰ ਲਾ ਕੇ ਖੁੱਡੇ, ਇੱਥੇ ਇਹ ਤੋਂ ਬਾਅਦ ਇਹ ਵਾਕ ਅਧੂਰਾ ਰਹਿ ਗਿਆ ਤੁਹਾਡਾ, ਇਹ ਕਨਸੈਪਟ ਅਧੂਰਾ ਰਹਿ ਗਿਆ, ਇਹ ਪੂਰਾ ਨਹੀਂ ਹੋਇਆ ਹੈਗਾ। ਇੱਥੇ ਮੈਨੂੰ ਲੱਗਦਾ ਕੋਈ ਇੱਕ ਲਾਈਨ ਇੱਥੇ ਹੋਰ ਐਡ ਹੋਣੀ ਚਾਹੀਦੀ ਸੀ, ਜਿਹਦੇ ਨਾਲ ਇਹ ਤੁਹਾਡਾ ਵਾਕ ਜਿਹੜਾ ਤੁਸੀਂ ਉੱਪਰ ਸਿਰਜਿਆ ਹੈ ਕਿ ਪੈਸੇ ਤੇ ਲਾਲਚ ਦੀ ਹੋੜ ਵਿੱਚ ਵਿਚਾਰਾਂ ਤੇ ਸ਼ੌਂਕਾਂ ਨੂੰ ਲਾ ਕੇ ਖੁੱਡੇ, ਅੱਗੇ ਕੋਈ ਇੱਕ ਲਾਈਨ ਐਡ ਕਰਨੀ ਪਊਗੀ, ਫਿਰ ਇਹ ਵਾਕ ਤੁਹਾਡਾ ਪੂਰਾ ਹੋਊਗਾ। ਫਿਰ ਅੱਗੇ ਆਊਗਾ, ਤੈਨੂੰ ਪਤਾ ਹੈ ਕਿ ਸਮਾਂ ਬੜਾ ਹੈ ਅਨਮੋਲ, ਸਮਾਂ ਤੇ ਬਿਲਕੁਲ ਨਹੀਂ ਹੈ ਮੇਰੇ ਕੋਲ। ਠੀਕ ਹੈ ਜੀ। ਕਰਕੇ ਟਿਫਨ ਸਭ ਦੇ ਪੈਕ ਮੁਕਾ ਦਿੰਦੀ ਹਾਂ, ਰੋਟੀ ਦਾ ਕੰਮ ਧੋ ਕੇ ਸਭ ਦੇ ਕੱਪੜੇ ਲੀੜੇ ਭਰ ਦਿੰਦੀ ਹਾਂ ਪਾਣੀ ਦੇ ਡਰਮ, ਤੇ ਸਮੇਂ ਤੇ ਤਿਆਰ ਹੋ ਜਾਂਦੀ ਹਾਂ, ਕਰਦੀ ਨਹੀਂ ਮੈਂ ਰਤਾ ਵੀ ਘੋਲ। ਘੋਲ ਸ਼ਬਦ ਨਹੀਂ, ਘੋਲ ਸ਼ਬਦ ਹੈ ਮਤਲਬ ਇਹ। ਹਾਂ ਸਮਾਂ ਤੇ ਬਿਲਕੁਲ ਨਹੀਂ ਹੈ ਮੇਰੇ ਕੋਲ। ਹੁਣ ਮੈਡਮ ਇੱਥੇ ਤੱਕ ਤਾਂ ਸਾਰਾ ਕੁਝ ਠੀਕ ਹੈ, ਇਦੋਂ ਅੱਗੇ ਤੁਸੀਂ ਦੇਖੋ, ਦਫ਼ਤਰ ਦੀਆਂ ਵੀ ਨਿਭਾ ਲੈਂਦੀ ਹਾਂ ਸਭ ਜ਼ਿੰਮੇਵਾਰੀਆਂ, ਅੱਜ ਦੀ ਨਾਰੀ ਹਾਂ, ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹਾਂ, ਭਾਵੇਂ ਇੱਕ ਨਹੀਂ ਹਜ਼ਾਰਾਂ ਹੀ ਖੁਆਇਸ਼ਾਂ ਮੈਂ ਇਸ ਪਿੱਛੇ ਮਾਰੀਆਂ। ਜ਼ਿੰਮੇਵਾਰੀਆਂ ਤੇ ਮਾਰੀਆਂ, ਇਹਦਾ ਦੋ ਦਾ ਤੁਕਾਂਤ ਜੋੜਿਆ ਤੁਸੀਂ, ਬਹੁਤ ਦੂਰ ਚਲਾ ਗਿਆ ਉਹ, ਕਿੰਨੇ ਹੀ ਸ਼ਬਦ ਆ ਗਏ ਉਹਦੇ ਵਿੱਚ, ਸਾਰਾ ਇਹ ਸਿਮਟਰੀ ਚੋਂ ਬਾਹਰ ਨਿਕਲ ਗਿਆ। ਠੀਕ ਹੈ। ਸੋ ਇਹਨੂੰ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਹੁਣ ਕਿ ਉੱਪਰਲੇ ਜਿਹੜਾ ਆਪਾਂ ਪਹਿਲੀਆਂ ਲੈਣਾ ਦੇ ਵਿੱਚ ਆਪਣਾ ਮੀਟਰ ਸਿਰਜ ਲਿਆ ਨਾ, ਉਸ ਲੈਣਾ ਦੇ ਮੁਤਾਬਕ ਹੀ ਚੱਲਣਾ ਥੱਲੇ, ਆਪਾਂ ਉਸ ਫਰੇਮ ਚੋਂ ਬਾਹਰ ਨਹੀਂ ਨਿਕਲਣਾ ਹੈਗਾ। ਜੇ 4 ਮੀਟਰ ਦਾ ਪਹਾ ਆਪਾਂ ਪਹਿਲਾਂ ਬਣਾ ਲਿਆ, ਇਹ ਨਹੀਂ ਮੁੜ ਕੇ ਜਾ ਕੇ ਕਿਤੇ ਆਪਾਂ 8 ਮੀਟਰ ਦਾ ਰਸਤਾ ਬਣਾ ਲਈਏ, ਫਿਰ ਜਾ ਕੇ 3 ਮੀਟਰ ਦਾ ਬਣਾ ਲਈਏ, ਉਹ ਇੱਕ ਸਿਮਟਰੀ ਬਣਾ ਲਈ। ਜੇ ਆਪਾਂ ਕਹਿੰਦੇ ਕਿ 4 ਮੀਟਰ ਦਾ ਰਸਤਾ ਹੀ ਆਪਾਂ ਬਣਾਉਣਾ ਹੈ, ਤਾਂ ਸਿਰੇ ਤੋਂ ਲੈ ਕੇ ਐਂਡ ਤੱਕ 4 ਮੀਟਰ ਦਾ ਹੀ ਹੋਵੇ। ਕੁਝ ਪਾਉਣ ਲਈ ਕੁਝ ਖੋਣਾ ਵੀ ਤਾਂ ਪੈਂਦਾ ਹੈ, ਬਸ ਆਖ ਦਿੰਦੀ ਹੈ ਮੈਂ ਇੰਜ ਹੀ ਅਣਭੂਲ, ਹਾਂ ਸਮਾਂ ਤੇ ਬਿਲਕੁਲ ਨਹੀਂ ਮੇਰੇ ਕੋਲ। ਜਿਹੜੇ ਇਹਨੂੰ ਅਗਲਾ ਪੈਰਾ ਉਹ ਬਹੁਤ ਖੂਬਸੂਰਤ ਹੈ ਵੈਸੇ ਵਿਚਾਰ ਦੇ ਪੱਖੋਂ, ਉਹਦੇ ਵਿੱਚ ਕਿਤੇ ਕਿਤੇ ਛਿਲਤਰਾਸ਼ ਕਰਨ ਵਾਲੀ ਹੈ, ਬਹੁਤ ਸੋਹਣੇ ਭਾਵ ਨੇ ਉਹਦੇ ਵਿੱਚ ਤੁਹਾਡੇ, ਪਰ ਪਤਾ ਨਹੀਂ ਕਿੱਥੋਂ ਤੇ ਪਤਾ ਨਹੀਂ ਕਿਵੇਂ ਜਦ ਆ ਜਾਂਦੀ ਹੈ ਸਾਰੇ ਪਰਿਵਾਰ ਲਈ ਛੁੱਟੀ, ਅਚਨਚੇਤੀ ਝੀਥਾਂ ਵਿੱਚੋਂ ਵਿੱਥਾਂ ਵਿੱਚੋਂ ਦੀਵਾਰਾਂ ਦੇ ਓਲੇ ਜਾਂ ਸ਼ਾਇਦ ਕੰਧਾਂ ਕੋਠੇ ਟੱਪ ਕੇ ਮਨ 'ਚ ਖਿਆਲ ਜਿਹਾ ਆਉਂਦਾ ਹੈ, ਹਾਏ ਮੈਂ ਵੀ ਬਹਿ ਜਾਂਦੀ ਅੱਜ ਬੱਚਿਆਂ ਕੋਲ। ਬਹੁਤ ਖੂਬਸੂਰਤ ਨੇ ਲੈਣਾ ਹੈ, ਥੈਂਕ ਯੂ ਸਰ। ਮਤਲਬ ਬਹੁਤ ਸੂਖਮ ਚੀਜ਼ਾਂ ਨੇ ਕਿ ਝੀਥਾਂ ਦੇ ਵਿੱਚੋਂ ਵਿੱਥਾਂ ਦੇ ਵਿੱਚੋਂ ਕਿਵੇਂ ਖਿਆਲ ਸਾਡੇ ਅੰਦਰੋਂ ਪੈਦਾ ਹੁੰਦਾ ਹੈ, ਕਿਵੇਂ ਦਬੇ ਹੋਏ ਭਾਵ ਉਜਾਗਰ ਹੁੰਦੇ ਨੇ। ਇਹੋ ਜਿਹੇ ਮੈਟਾਫਰ ਯੂਜ਼ ਜੇ ਤੁਸੀਂ ਕਰੋ ਤਾਂ ਸਾਡੀ ਕਵਿਤਾ ਅਮੀਰ ਹੁੰਦੀ ਹੈ, ਸਾਡੀ ਕਵਿਤਾ ਰਿਚ ਹੁੰਦੀ ਹੈ। ਉਦੋਂ ਸੋਚੋ ਇਹਨਾਂ ਗੱਲਾਂ ਤੇ, ਮਤਲਬ ਕਿਤੇ ਵੀ ਸਿੱਧੇ ਤੌਰ ਤੇ ਜਿਵੇਂ ਤੁਸੀਂ ਸ਼ਬਦ ਵਰਤਿਆ ਪੈਸੇ ਤੇ ਲਾਲਚ ਦੀ ਹੋੜ ਵਿੱਚ ਵਿਚਾਰਾਂ ਤੇ ਸ਼ੌਂਕਾਂ ਨੂੰ ਲਾ ਖੁੱਡੇ, ਇਹ ਸਿੱਧੇ ਸ਼ਬਦ ਨੇ, ਇੱਥੇ ਐਸਥੈਟਿਕ ਨਹੀਂ ਹੈਗੀ। ਇਹਨੂੰ ਕਿਸੇ ਮੈਟਾਫਰ ਰਾਹੀਂ ਕਹੋ ਇਸ ਗੱਲ ਨੂੰ, ਜਿਵੇਂ ਇੱਥੇ ਤੁਸੀਂ ਮੈਟਾਫਰ ਰਾਹੀਂ ਕਿਹਾ। ਇੱਥੇ ਵੀ ਸਿੱਧਾ ਕਹਿ ਸਕਦੇ ਸੀ ਕਿ ਮੈਨੂੰ ਆਇਆ ਖਿਆਲ, ਮੈਨੂੰ ਖਿਆਲ ਆ ਗਿਆ ਕਿ ਮੈਂ ਵੀ ਬੱਚਿਆਂ ਨਾਲ ਬਹਿ ਜਾਂਦੀ, ਤਾਂ ਕਵਿਤਾ ਦੇ ਵਿੱਚ ਕਵਿਤਾ ਮਰ ਜਾਂਦੀ। ਆਪਾਂ ਗੱਲ ਨਹੀਂ ਕਹਿਣੀ, ਸਿਰਫ ਆਪਾਂ ਗੱਲ ਐਸਥੈਟਿਕ ਸੈਂਸ ਨਾਲ ਕਹਿਣੀ ਹੈ, ਸੁਹਜਾਤਮਕ ਤਰੀਕੇ ਨਾਲ ਗੱਲ ਕਹਿਣੀ ਹੈ। ਸੋ ਇਹ ਬਹੁਤ ਅੱਛਾ ਹੈ, ਇਹਨੂੰ ਮਤਲਬ ਦੇਖਿਓ ਧਿਆਨ ਦੇ ਵਿੱਚ, ਤੇ ਇਸ ਵਾਂਗੂ ਮੈਟਾਫਰ ਸਿਰਜੋ ਤੇ ਸਿਮਟਰੀ ਚ ਕਰੋ ਆਪਣੀ ਕਵਿਤਾ, ਬਹੁਤ ਸੋਹਣੀ ਕਵਿਤਾ ਬਣੂਗੀ ਤੁਹਾਡੀ। ਥੈਂਕ ਯੂ ਸਰ। ਮੈਡਮ ਰਾਜਿੰਦਰ ਕੌਰ, ਵਾਤਾਵਰਨ ਦਿਵਸ। ਇੰਨਾ ਅਕਿਰਤ ਘਣ ਹੋ ਗਿਆ ਹੈ ਅੱਜ ਦਾ ਮਨੁੱਖ, ਲਾਲਚ ਦੇ ਬਸ ਪੈ ਗਿਆ, ਬਾਂਝ ਕਰਤੀ ਧਰਤੀ ਦੀ ਕੁੱਖ, ਫੜ ਕੁਹਾੜਾ ਤੁਰ ਪਿਆ ਛੱਡਿਆ ਨਾ ਕੋਈ ਰੁੱਖ, ਝੀਲਾਂ ਛੱਪੜ ਟੋਭਿਆਂ ਦੇ ਪਾਣੀ ਗਏ ਨੇ ਸੁੱਕ, ਪੰਛੀਆਂ ਦੀ ਕਈ ਜਾਤੀਆਂ ਧਰਤੀ ਤੋਂ ਰਹੀਆਂ ਮੁੱਕ। ਇਹਦੇ ਵਿੱਚ ਜਿਹੜੀ ਸੈਕੰਡ ਲਾਈਨ ਹੈ ਤੁਹਾਡੀ, ਇਹ ਸ਼ਬਦ ਵੱਧ ਨੇ, ਲਾਲਚ ਦੇ ਬਸ ਪੈ ਗਿਆ, ਬਾਂਝ ਕਰਤੀ ਧਰਤੀ ਦੀ ਕੁੱਖ। ਠੀਕ ਹੈ, ਬਾਂਝ ਕਰਤੀ ਧਰਤੀ ਦੀ ਕੁੱਖ, ਇਹ ਮੀਟਰ ਚੋਂ ਬਾਹਰ ਨਿਕਲਦੀ ਹੈ ਲਾਈਨ ਤੁਹਾਡੀ। ਠੀਕ ਹੈ ਸਰ। ਅਗਲੀ ਲਾਈਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਨੇ। ਅੰਬਰੋਂ ਵਰਦੀ ਅੱਗ ਨੇ ਸਾੜ ਸੁੱਟੀ ਸੋਹਣੀ ਕਾਇਨਾਤ। ਹੁਣ ਇਹਦੇ ਵਿੱਚੋਂ ਸੋਹਣੀ ਸ਼ਬਦ ਕੱਟ ਦਿਓ, ਅੰਬਰੋਂ ਵਰਦੀ ਅੱਗ ਨੇ ਸਾੜ ਸੁੱਟੀ ਕਾਇਨਾਤ,
ਅੱਗੇ ਤੁਸੀਂ ਲੈਣ ਲਿਖਿਆ ਕਹਿੰਦੇ ਸਾਇੰਸਦਾਨ ਸਭ ਓਜ਼ੋਨ ਪਰਤ ਰਹੀ ਹੈ ਪਾਟ। ਇਹ ਲੈਣਾ ਵੈਸੇ ਵੀ ਇੱਕ ਤਾਂ ਐਸਥੈਟਿਕ ਪੱਖੋਂ ਵੀ ਕਮਜ਼ੋਰ ਨੇ ਲੈਣਾ। ਕਵਿਤਾ ਦੇ ਵਿੱਚ ਸਿੱਧੀ ਓਜ਼ੋਨ ਪਰਤ ਕਦੇ ਨਹੀਂ ਆਉਂਦੀ ਹੈਗੀ। ਕਵਿਤਾ ਦੇ ਵਿੱਚ ਜਦੋਂ ਆਪਾਂ ਆਉਨੇ ਆ ਨਾ ਤਾਂ ਉਹਨੂੰ ਕਿਸੇ ਮੈਟਾਫਰ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰੋ। ਓਜ਼ੋਨ ਵਾਸਤੇ ਤੁਸੀਂ ਕੀ ਮੈਟਾਫਰ ਯੂਜ਼ ਕਰ ਸਕਦੇ। ਪਰ ਜੇ ਆਪਾਂ ਲਿਖਣਾ ਵੀ ਹੈ ਅੰਬਰੋਂ ਵਰਦੀ ਅੱਗ ਨੇ ਸਾੜ ਸੁੱਟੀ ਕਾਇਨਾਤ, ਕਹਿੰਦੇ ਪਰਤ ਓਜ਼ੋਨ ਦੀ ਰੋਜ਼ ਰਹੀ ਹੈ ਪਾਟ। ਠੀਕ ਹੈ ਸਰ, ਇਹਨੂੰ ਆਪਾਂ ਐਂ ਲਿਖ ਸਕਦੇ ਹਾਂ, ਕਹਿੰਦੇ ਪਰਤ ਓਜ਼ੋਨ ਦੀ ਰੋਜ਼ ਰਹੀ ਹੈ ਪਾਟ। ਹੁਣ ਦੇਖੋ ਅਗਲੀ ਲਾਈਨ ਕਿੱਡੀ ਵੱਡੀ ਲਿਖੀ ਹੈ ਤੁਸੀਂ, ਚਮੜੀ ਦੇ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਲਈ ਲਾਈ ਬੈਠੀ ਘਾਤ। ਇਹ ਤਾਂ ਵਾਰਤਕ ਦੀ ਲਾਈਨ ਬਣ ਗਈ, ਇਹ ਤਾਂ ਕਵਿਤਾ ਦੀ ਲਾਈਨ ਹੀ ਨਹੀਂ ਰਹੀ ਹੈਗੀ। ਇਹਦੇ ਵਿੱਚ ਅਸੀਂ ਇੰਨੇ ਸ਼ਬਦ ਵਧਾਤੇ। ਸੋ ਇਹ ਥੋੜਾ ਜਿਹਾ ਦੁਬਾਰੇ ਦੇਖਿਓ ਇਸ ਨੂੰ। ਮੈਂ ਤੁਹਾਨੂੰ ਇਹ ਦੋਨੇ ਲੈਣਾ ਪੂਰੀਆਂ ਕੀਤੀਆਂ ਨੇ ਇਹਦੇ ਵਿੱਚ। ਅੰਬਰੋਂ ਵਰਦੀ ਅੱਗ ਨੇ ਸਾੜ ਸੁੱਟੀ ਕਾਇਨਾਤ, ਕਹਿੰਦੇ ਪਰਤ ਓਜ਼ੋਨ ਦੀ ਰੋਜ਼ ਰਹੀ ਹੈ ਪਾਟ। ਕੈਂਸਰ ਵਰਗੀਆਂ ਬਿਮਾਰੀਆਂ ਲਾਈ ਬੈਠੀਆਂ ਘਾਤ। ਮਾਰੂ ਸ਼ਬਦ ਕੱਟਤਾ, ਚਮੜੀ ਦੇ ਵਿੱਚੋਂ ਕੱਟਤਾ, ਲੈਣ ਨੂੰ ਹੌਲੀ ਕਰਤਾ, ਬਰਾਬਰ ਦੀ ਕਰਤਾ। ਹਾਂਜੀ, ਵਜ਼ਨ ਸਹੀ ਹੋ ਗਿਆ ਸਰ, ਵਜ਼ਨ ਉਹਦਾ ਸਹੀ ਹੋ ਗਿਆ। ਧਰਤੀ ਤੋਂ ਹੀ ਮੁੱਕ ਜਾਣੀ ਬੰਦੇ ਦੀ ਇਹ ਜਾਤ। ਤੁਸੀਂ ਹੁਣ ਪਸ਼ੂ ਪੰਛੀ ਮਨੁੱਖ ਕਿੰਨਾ ਕੁਛ ਪਾ ਲਿਆ ਉਹਦੇ ਵਿੱਚ, ਵਾਧੂ ਵਿਸਥਾਰ ਪਾਤਾ ਸਰ। ਧਰਤੀ ਤੋਂ ਹੀ ਮੁੱਕ ਜਾਣੀ ਬੰਦੇ ਦੀ ਇਹ ਜਾਤ, ਹਾਲੇ ਵੀ ਵੇਲਾ ਸੋਹਣਿਓ ਸਾਂਭ ਲਵੋ ਕਾਇਨਾਤ। ਕੁਦਰਤੀ ਸ਼ਬਦ ਕੱਟ ਦੋ ਵਿੱਚੋਂ, ਹਾਲੇ ਵੀ ਵੇਲਾ ਸੋਹਣਿਓ ਸਾਂਭ ਲਵੋ ਕਾਇਨਾਤ। ਜਦੋਂ ਤੁਸੀਂ ਹੁਣ ਚਾਰ ਲੈਣਾਂ ਨੂੰ ਬੋਲ ਕੇ ਦੇਖੋਗੇ ਤੁਹਾਨੂੰ ਆਨੰਦ ਆਊਗਾ, ਆਪ ਹੀ ਬੋਲਣ ਲੱਗੇ ਆਨੰਦ ਆਊਗਾ। ਹਾਂਜੀ ਸਰ, ਪਹਿਲਾਂ ਮੈਂ ਅੜਕਦੀ ਸੀ, ਜਦੋਂ ਮੈਂ ਲਿਖਦੀ ਵੀ ਸੀ ਨਾ ਮੈਨੂੰ ਵੀ ਫੀਲ ਹੁੰਦਾ ਸੀਗਾ ਬਹੁਤ ਜ਼ਿਆਦਾ ਸ਼ਬਦ ਸੀ ਨਾ, ਬਹੁਤ ਜ਼ਿਆਦਾ ਸ਼ਬਦ ਸੀ। ਇਸ ਕਰਕੇ ਹੁਣ ਉਦੋਂ ਅਗਲੀ ਲਾਈਨ ਹੈ ਜਿਹੜੀ, ਉਹਦੇ ਵਿੱਚ ਤੁਹਾਨੂੰ ਮੈਂ ਇੱਕ ਸੁਝਾਅ ਦੇਣਾ ਹੈ। ਚਲੋ ਇਹ ਤਾਂ ਲੈਣ ਤਾਂ ਵੱਡੀ ਛੁੱਟੀਆਂ ਉਹਦੇ ਵਿੱਚ ਵੀ ਹੈਗੀਆਂ ਨੇ, ਉਹ ਤੁਸੀਂ ਕਰ ਲਓਗੇ ਉਸ ਤੋਂ ਬਾਅਦ। ਉਹਦੇ ਵਿੱਚ ਵੀ ਉਹੀ ਗੱਲ ਹੈ ਜਿਵੇਂ ਪਿਛਲੀ ਕਵਿਤਾ ਦੇ ਪ੍ਰਸੰਗ 'ਚ ਕਿਹਾ ਸੀ, ਪਹਿਲੀ ਕਵਿਤਾ 'ਚ ਮੈਡਮ ਕੈਲਾਸ਼ ਠਾਕੁਰ ਨੂੰ, ਕਿ ਕਦੇ ਵੀ ਨਾ ਆਪਣੀ ਕਵਿਤਾ ਨੂੰ ਪ੍ਰਚਾਰ ਨਹੀਂ ਬਣ ਦੇਣਾ ਹੈਗਾ ਆਪਾਂ। ਆਓ ਸਾਰੇ ਰਲ ਕੇ ਵਿਸ਼ਵ ਵਾਤਾਵਰਣ ਦਿਵਸ ਮਨਾ ਲਈਏ, ਇਹ ਨਾ ਨਾਰਾ ਹੈ ਇਹ। ਹਾਂਜੀ, ਇਹ ਕਵਿਤਾ ਨਹੀਂ ਹੈਗੀ। ਠੀਕ, ਜਿਵੇਂ ਆਪਾਂ ਅੰਬਰੋਂ ਵਰਦੀ ਅੱਗ ਨੇ ਸਾੜ ਸੁੱਟੀ ਕਾਇਨਾਤ, ਕਿੱਡਾ ਸੋਹਣੀ ਗੱਲ ਹੈ ਇਹ ਪੋਇਟਿਕ ਚੀਜ਼ ਹੈ ਇਹ। ਪਰ ਥੱਲੇ ਜਾ ਕੇ ਅਸੀਂ ਸਿੱਧਾ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਵੀ ਆਓ ਆਪਾਂ ਕੰਮ ਕਰੀਏ, ਆਓ ਆਪਾਂ ਉੱਥੇ ਜਾਈਏ, ਆ ਜਾਓ ਪੌਦੇ ਲਾਈਏ, ਇਹ ਫਿਰ ਕਵਿਤਾ ਨਹੀਂ ਰਹੀ, ਇਹ ਤਾਂ ਗੱਲਾਂ ਹੋ ਗਈਆਂ। ਧਰਤੀ ਦੀ ਸੋਹਣੀ ਦਿੱਖ ਨੂੰ ਪ੍ਰਦੂਸ਼ਿਤ ਹੋਣੋਂ ਬਚਾਈਏ, ਪ੍ਰਦੂਸ਼ਿਤ ਸ਼ਬਦ ਕੋਈ ਪੋਇਟਿਕ ਸ਼ਬਦ ਨਹੀਂ ਹੈਗਾ। ਸੋ ਇਹਨੂੰ ਥੋੜਾ ਦੁਬਾਰੇ ਲਿਖਿਓ, ਭਾਵੇਂ ਇਸ ਪੈਰੇ ਨੂੰ ਕੱਟ ਕੇ ਕੋਈ ਹੋਰ ਪੈਰਾ ਲਿਖੋ, ਪਰ ਕਵਿਤਾ ਦੇ ਵਿੱਚ ਸਿੱਧਾ ਪ੍ਰਚਾਰ ਨਹੀਂ। ਇਹ ਯਾਦ ਰੱਖੋ ਕਿ ਕਵਿਤਾ ਦੇ ਵਿੱਚ ਅਸੀਂ ਇਨਫੋਰਮੇਸ਼ਨ ਨਹੀਂ ਦੇ ਰਹੇ। ਠੀਕ ਹੈ ਸਰ, ਕਵਿਤਾ ਦੇ ਵਿੱਚ ਅਸੀਂ ਐਸਥੈਟਿਕ ਦੇ ਰਹੇ ਹਾਂ, ਸੋਝ ਦੇ ਰਹੇ ਹਾਂ, ਤੁਹਾਡੀਆਂ ਭਾਵਨਾਵਾਂ ਨੂੰ ਕੁਝ ਚੰਗਾ ਲੱਗੇ ਉਹ ਦੇ ਰਹੇ ਹਾਂ। ਵਿਆਹ ਦੇ ਵਿੱਚ ਆਪਾਂ ਨੂੰ ਕਾਹਤੋਂ ਚੰਗਾ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਵੀ ਚੀਜ਼ ਅਸੀਂ ਪੇਟ ਭਰਨ ਵਾਸਤੇ ਨਹੀਂ ਦਿੰਦੇ ਹੈਗੇ, ਚਾਹੇ ਲੱਡੂ ਖਾਂਦੇ ਆ, ਜਲੇਬੀਆਂ ਖਾਂਦੇ ਆ, ਉਹ ਸਾਰੀਆਂ ਚੀਜ਼ਾਂ ਇੰਜੋਏ ਵਾਸਤੇ ਦਿੰਦੇ ਆ, ਉਹਨਾਂ ਦੀ ਐਸਥੈਟਿਕ ਹੁੰਦੀ ਹੈ ਇੱਕ ਆਪਣੇ ਆਪ ਦੇ ਵਿੱਚ। ਠੀਕ, ਕਵਿਤਾ ਦੇ ਵਿੱਚ ਆਪਾਂ ਸਿੱਧੀਆਂ ਦੇਣ ਲੱਗ ਜਾਂਦੇ ਆ। ਸਰ ਮੈਂ ਇੱਕ ਗੱਲ ਦੱਸਾਂ ਜੀ, ਇਹ ਕਵਿਤਾ ਮੈਂ ਕਿਵੇਂ ਲਿਖੀ ਸੀ, ਔਰ ਮੈਂ ਬਹੁਤ ਘੱਟ ਕਵਿਤਾਵਾਂ ਲਿਖੀਆਂ ਆਪਣੀ ਲਾਈਫ 'ਚ। ਮੈਨੂੰ ਲੱਗਦਾ ਨਹੀਂ ਹੁੰਦਾ ਕਿ ਮੈਂ ਲਿਖਣਾ ਆਉਂਦਾ ਮੈਨੂੰ, ਮੈਂ ਵੈਸੇ ਹੀ ਕਦੇ ਜੇ ਲੱਗਦਾ ਕੋਈ ਪੈਰਾ ਜੇ ਬਣ ਜਾਂਦਾ ਸਰ, ਕੋਈ ਮੇਰੇ ਤੋਂ ਨਹੀਂ ਬਣਦਾ ਜੇ ਮੈਂ ਲਿਖਣ ਬਹਿ ਜਾਂਦੀ ਆ, ਇਹ ਪ੍ਰੋਬਲਮ ਆਉਂਦੀ ਆ। ਤੇ ਸਰ ਮੈਨੂੰ ਮੈਂ ਜਦੋਂ ਵਾਤਾਵਰਣ ਦਿਵਸ ਸੀਗਾ ਪਿਛਲੇ ਸਾਲ, ਲੋਕਡਾਊਨ ਹੋਇਆ ਸੀ, ਤਾਂ ਮੈਂ ਸੁੱਤੀ ਪਈ ਸੀ, ਮੇਰੇ ਪ੍ਰਿੰਸੀਪਲ ਮੈਨੂੰ ਫੋਨ ਕਰਕੇ ਕਹਿੰਦੇ ਕਿ ਤੁਸੀਂ ਰਜਿੰਦਰ ਬੱਚਿਆਂ ਨੂੰ ਤਾਂ ਕਹਿਤਾ ਕਵਿਤਾ ਲਿਖੋ, ਤੁਸੀਂ ਵੀ ਲਿਖ ਕੇ ਪਾਓ ਕੁਛ। ਮੈਂ ਸੋਚਿਆ ਸਰ ਮੇਰੇ ਤੋਂ ਨਹੀਂ ਲਿਖੀ ਜਾਣੀ ਕਵਿਤਾ, ਤੇ ਸਰ ਫਿਰ ਮੈਨੂੰ ਲੱਗਿਆ ਕਿ ਉਸ ਇਨਸਾਨ ਨੇ ਮੇਰੇ ਤੋਂ ਕਿੰਨੀ ਉਮੀਦ ਕੀਤੀ ਹੈ ਮੈਂ ਲਿਖਾਂ, ਤਾਂ ਸਰ ਫਿਰ ਉਹ ਤਾਂ ਪ੍ਰਚਾਰ ਪਿੱਛੇ ਆ ਗਿਆ ਕਿ ਮੈਂ ਅੱਜ ਵਾਤਾਵਰਣ ਦਿਵਸ ਤੇ ਬੱਚਿਆਂ ਨੂੰ ਗੱਲ ਕੀਤੀ ਸੀ ਕਿ ਇਹੋ ਜਿਹੇ ਕੰਮ ਸਾਨੂੰ ਕਰਨੇ ਪੈਂਦੇ ਨੇ, ਹਨਾ। ਮੈਨੂੰ ਪਤਾ ਨਹੀਂ ਦਿਨ ਦੇ ਵਿੱਚ ਕਿੰਨੀਆਂ ਅਸਾਈਨਮੈਂਟ ਇਸ ਤਰ੍ਹਾਂ ਦੀ ਆ ਜਾਂਦੀਆਂ ਨੇ, ਮੈਨੂੰ ਸਲੋਗਨ ਲਿਖ ਕੇ ਦੇ ਦਿਓ ਜੀ, ਮੈਨੂੰ ਚਾਰ ਲੈਣਾ ਲਿਖ ਕੇ ਦੇ ਦਿਓ ਜੀ, ਮੈਨੂੰ ਆਹ ਚੀਜ਼ ਲਿਖ ਕੇ ਦੇ ਦਿਓ ਜੀ, ਮਤਲਬ ਬੱਚਿਆਂ ਦੇ ਜਨਮ ਦਿਨ ਤੇ ਮੈਨੂੰ ਚਾਰ ਲੈਣਾ ਲਿਖ ਕੇ ਦੇ ਦਿਓ ਜੀ, ਤੇ ਮੈਂ ਉਹਨਾਂ ਨੂੰ ਲਿਖ ਕੇ ਦੇ ਦੇਣਾ। ਪਰ ਉਦੋਂ ਬਾਅਦ ਜੇ ਮੈਂ ਉਹਦੀ ਕਵਿਤਾ ਬਣਾਉਣੀ ਚਾਹਾਂ ਨਾ, ਫਿਰ ਮੈਂ ਉਹਨੂੰ ਢਾਹ ਕੇ ਦੁਬਾਰੇ ਉਸਾਰਦਾ। ਠੀਕ ਹੈ, ਜ਼ਰੂਰ ਕਰੂੰਗੀ ਸਰ ਮੈਂ ਦੁਬਾਰਾ। ਕਵਿਤਾ ਨਹੀਂ, ਤੁਹਾਡੀ ਸੰਭਾਵਨਾਵਾਂ ਨੇ, ਵਧੀਆ ਸੰਭਾਵਨਾਵਾਂ ਨੇ, ਤੁਸੀਂ ਸੋਹਣਾ ਲਿਖਿਆ। ਜਦੋਂ ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਫਰੇਮ ਕੀ ਹੁੰਦਾ ਹੈ, ਲੈਣਾ ਵੱਡੀਆਂ ਕਿਵੇਂ ਹੁੰਦੀਆਂ ਨੇ, ਮੈਟਾਫਰ ਕੀ ਹੁੰਦਾ ਕਵਿਤਾ ਦੇ ਵਿੱਚ, ਕਵਿਤਾ ਸਿੱਧੀ ਕਿਉਂ ਨਹੀਂ ਲਿਖੀ ਜਾਂਦੀ ਹੁੰਦੀ, ਕਵਿਤਾ ਦੇ ਵਿੱਚ ਪ੍ਰਚਾਰ ਨਹੀਂ ਹੋਣਾ ਚਾਹੀਦਾ, ਇਦੋਂ ਬਾਅਦ ਤੁਸੀਂ ਆਟੋਮੈਟਿਕਲੀ ਜਦੋਂ ਲਿਖੋਗੇ ਇਸ ਨਾਲੋਂ ਵਧੀਆ ਲਿਖੋਗੇ।
ਠੀਕ ਹੈ ਜੀ। ਉਹ ਤੋਂ ਬਾਅਦ ਇੰਦਰ ਸਰਾਂ ਜੀ। ਠੀਕ ਹੈ, ਥੈਂਕ ਯੂ। ਦੀ ਦੁਨੀਆ ਦੇ ਵਿੱਚ ਜ਼ਿੰਦਗੀ ਜੀਣ ਦਾ ਢੰਗ ਸਿਖਾਇਆ, ਬੇਸ਼ੱਕ ਅਸੀਂ ਤੱਕ ਕੱਖ ਵੀ ਨਹੀਂ ਸੀ। ਜਿਹੜਾ ਵੀ ਸ਼ਬਦ ਅੜ ਗਿਆ, ਠੀਕ ਹੈ ਜੀ। ਬੇਸ਼ੱਕ ਅਸੀਂ ਤੱਕ ਕੱਖ ਨਹੀਂ ਸੀ, ਵੀ ਦੀ ਲਾਉਣ ਦੀ ਲੋੜ ਨਹੀਂ, ਫਿਰ ਵੀ ਆਪਣਾ ਭਾਵ ਉਹੀ ਹੈ। ਬੇਸ਼ੱਕ ਅਸੀਂ ਤੱਕ ਕੱਖ ਨਹੀਂ ਸੀ, ਸਾਨੂੰ ਸਾਡਾ ਵਜੂਦ ਸਮਝਾਇਆ। ਪਰ ਸ਼ਬਦ ਨੂੰ ਵੀ ਕੱਟ ਦੋ, ਪਰ ਵੀ ਕੱਟ ਦੇਣਾ ਜੀ। ਹਾਂਜੀ ਹਾਂ, ਵੈਸੇ ਤਾਂ ਸਾਨੂੰ ਸਾਡਾ ਵਜੂਦ ਸਮਝਾਇਆ, ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਸ਼ਬਦ ਵੱਧ ਹੈ, ਫਿਰ ਸਾਰੀ ਲਾਈਨ ਕੱਟ ਕੇ ਨਵੀਂ ਬਣਾਉਣੀ ਪਊਗੀ। ਵਜ਼ਨ ਉਹਦਾ ਵੀ ਪੂਰਾ ਨਹੀਂ ਹੈਗਾ, ਥੋੜਾ ਜਿਹਾ ਕਿਤੇ ਵੱਧ ਹੈ, ਪਰ ਨਾਲ ਤਾਂ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਠੀਕ ਹੈ ਜੀ। ਸਾਡੀਆਂ ਜਿੰਦਾਂ ਤੇ ਸ਼ੌਂਕਾਂ ਦੇ ਖਾਤਰ, ਹੁਣ ਸਾਡੀਆਂ ਸ਼ਬਦ ਕੱਟ ਦੋ, ਜਿੰਦਾਂ ਤੇ ਸ਼ੌਂਕਾਂ ਦੇ ਖਾਤਰ। ਸਾਡੀਆਂ ਕੱਟਣਾ ਜੀ। ਸਾਡੀ ਮਤਲਬ ਕਵਿਤਾ ਦੇ ਵਿੱਚ ਨਾ ਬਹੁਤ ਸਾਰੀ ਚੀਜ਼ਾਂ ਅੰਡਰਸਟੂਡ ਹੁੰਦੀਆਂ ਨੇ, ਆਪਾਂ ਸਾਰੀਆਂ ਚੀਜ਼ਾਂ ਨਾ ਪਾਠਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ। ਮਤਲਬ ਮੈਂ ਕਹਿੰਦਾ ਕਿ ਜਿੰਦਾਂ ਤੇ ਸ਼ੌਂਕਾਂ ਦੀ ਖਾਤਰ, ਤਾਂ ਚਾਹੇ ਸਾਡੀਆਂ ਕਹਿ ਦੋ ਚਾਹੇ ਨਾ ਕਹਿ ਦੋ, ਤਾਂ ਮੀਨਿੰਗ ਉਹੀ ਹੈ। ਠੀਕ ਹੈ। ਜਿੰਦਾਂ ਤੇ ਸ਼ੌਂਕਾਂ ਦੀ ਖਾਤਰ ਤੰਗੀ ਦਾ ਨਾ ਅਹਿਸਾਸ ਕਰਾਇਆ, ਧੁੱਪਾਂ ਮੀਹਾਂ ਤੇ ਧੁੰਦਾਂ ਜਰਕੇ, ਨੂੰ ਵੀ ਕੱਟ ਦੋ, ਧੁੱਪਾਂ ਮੀਹਾਂ ਤੇ ਧੁੰਦਾਂ ਜਰਕੇ ਖੂਨ ਪਸੀਨਾ ਡੋਲ ਪੜਾਇਆ। ਠੀਕ ਹੈ। ਖੂਨ ਪਸੀਨਾ ਸਾਨੂੰ ਡੋਲ ਪੜਾਇਆ, ਸਾਨੂੰ ਨੇ ਸਾਰਾ ਵਿਗਾੜਦਾ ਹੈ, ਸਾਨੂੰ ਕੱਟ ਦੋ, ਖੂਨ ਪਸੀਨਾ ਡੋਲ ਪੜਾਇਆ। ਠੀਕ ਹੈ ਜੀ। ਚਾਵਾਂ ਸਦਰਾਂ ਨੂੰ ਭੁਲਾ ਕੇ ਜੀਵਨ ਪਰਿਵਾਰ ਦੇ ਲੇਖੇ ਲਾਇਆ, ਬਣਨਾ ਚਾਹਾਂ ਮੈਂ ਤੇਰੇ ਵਰਗਾ, ਤਾਂ ਕੱਟ ਦੋ, ਪਹਿਲੇ ਚ ਆਪਣੇ ਕੱਟ ਦੋ, ਬਣਨਾ ਚਾਹਾਂ ਮੈਂ ਤੇਰੇ ਵਰਗਾ, ਰੀਸ ਤੇਰੀ ਪਰ ਕਰਨਾ ਪਾਇਆ, ਪਰ ਤੇਰਾ ਮੁਕਾਬਲਾ ਨਾ ਕਰ ਪਾਇਆ। ਮੁਕਾਬਲਾ ਸ਼ਬਦ ਬਹੁਤ ਵੱਡਾ ਹੈ, ਕੱਲੇ ਹੀ ਬਹੁਤ ਸਾਰੀਆਂ ਮਾਤਰਾਵਾਂ ਦਾ ਘਰ ਪੂਰਾ ਕਰ ਦਿੰਦਾ ਹੈ। ਇਹਦੀ ਜਗ੍ਹਾ ਤੇ ਰੀਸ, ਹਾਂ, ਰੀਸ ਤੇਰੀ ਪਰ ਕਰਨਾ ਪਾਇਆ। ਠੀਕ ਹੈ ਜੀ। ਸੋ ਇਸ ਤਰ੍ਹਾਂ ਨਿੱਕੇ ਨਿੱਕੇ ਮਤਲਬ ਪੋਲਿਸ਼ ਕਰਨ ਦੀ ਜ਼ਰੂਰਤ ਹੈ। ਬਸ ਦੇਖੋ ਕੋਈ ਸ਼ਬਦ ਵੱਧ ਨਾ ਹੋਵੇ, ਲੈ ਚ ਨਾ ਅੜਦਾ ਹੋਵੇ। ਠੀਕ ਹੈ। ਜਦੋਂ ਇਹਨੂੰ ਗਾ ਕੇ ਦੇਖੋਗੇ ਉਦੋਂ ਮਤਲਬ ਤੁਹਾਨੂੰ ਹੋਰ ਪਤਾ ਲੱਗਣ ਲੱਗ ਜਾਊਗਾ ਜੀ। ਸੋ ਫालतू ਚੀਜ਼ਾਂ ਆਪਾਂ ਕੱਟਣੀਆਂ ਨੇ, ਫਿਰ ਆਪਾਂ ਲੈ ਦੇ ਵਿੱਚ ਆ ਜਾਾਂਗੇ, ਮੀਟਰ ਦੇ ਵਿੱਚ ਆ ਜਾਾਂਗੇ। ਜਿਵੇਂ ਅੱਗੇ ਹੈ, ਬਾਪੂ ਬਣ ਕੇ ਸਮਝ ਹੈ ਆਇਆ, ਕੀ ਖੱਟਿਆ ਤੇ ਕੀ ਗਵਾਇਆ। ਖੁਦ ਸ਼ਬਦ ਦੀ ਲੋੜ ਨਹੀਂ, ਬਾਪੂ ਬਣ ਕੇ ਸਮਝ ਹੈ ਆਇਆ, ਕੀ ਖੱਟਿਆ ਤੇ ਕੀ ਗਵਾਇਆ, ਸ਼ੁਕਰ ਕਰਾਂ ਮੈਂ ਰੱਬ ਦਾ ਜਿਸਨੇ ਬਾਪੂ ਰਾਹੀਂ ਰੱਬ ਦਿਖਾਇਆ। ਬਾਪੂ ਦੇ ਰੂਪ ਵਿੱਚ ਰੱਬ ਦਿਖਾਇਆ, ਇਹ ਗਾਈ ਨਹੀਂ ਜਾ ਸਕਦੀ ਲੈਣ ਕਦੇ ਵੀ। ਠੀਕ ਹੈ। ਸ਼ੁਕਰ ਕਰਾਂ ਮੈਂ ਰੱਬ ਦਾ ਜਿਸਨੇ ਬਾਪੂ ਰਾਹੀਂ ਰੱਬ ਦਿਖਾਇਆ। ਠੀਕ ਹੈ ਜੀ। ਸੋ ਇਹ ਥੋੜਾ ਜਿਹਾ ਵਰਕ ਬਸ ਆਪਾਂ ਐ ਕਰਨਾ ਹੁੰਦਾ ਹੈ ਕਿ ਜੇ ਆਪਾਂ ਆਹ ਸ਼ਬਦ ਦੀ ਆਹ ਪਾ ਕੇ ਦੇਖੀਏ, ਜੇ ਆਹ ਸ਼ਬਦ ਦੀ ਆਹ ਪਾ ਕੇ ਦੇਖੀਏ, ਤਾਂ ਸਾਡੀ ਕਵਿਤਾ ਮੀਟਰ ਚ ਆ ਜਾਏ, ਸਾਡੀ ਲਾਈਨ ਫਰੇਮ ਚ ਆ ਜਾਏ। ਓਕੇ। ਹਾਂਜੀ, ਜਸਵਿੰਦਰ ਕੌਰ ਮੈਡਮ ਚਲੇ ਗਏ, ਆਪਾਂ ਉਹਨਾਂ ਦੇ ਬਾਅਦ ਚਰਚਾ ਕਰ ਲਾਂਗੇ ਗਰੁੱਪ ਦੇ ਵਿੱਚ, ਮੈਂ ਦੱਸ ਦੂੰਗਾ ਉਹਨਾਂ ਨੂੰ। ਹੁਣ ਜਿਹੜੇ ਹਾਜ਼ਰ ਨੇ ਆਪਾਂ ਉਹਨਾਂ ਦੀ ਗੱਲ ਕਰਦੇ। ਰਣਜੀਤ ਕੌਰ ਮੈਡਮ ਹਾਜ਼ਰ ਨੇ ਜੀ ਸਰ। ਹਾਂ ਮੈਡਮ ਰਣਜੀਤ ਕੌਰ, ਤੁਹਾਡੀ ਕਵਿਤਾ ਦੇ ਵੀ ਭਾਵ ਬਹੁਤ ਅੱਛੇ ਨੇ। ਵੈਸੇ ਤੁਸੀਂ ਭਾਵਾਂ ਦੇ ਆਧਾਰ ਤੇ ਬਹੁਤ ਸੋਹਣੀ ਕਵਿਤਾ ਲਿਖਦੇ ਹੋ। ਅੰਦਰੋਂ ਸਾਡੇ ਭਾਵ ਜਦੋਂ ਨਿਕਲਦੇ ਨੇ ਤਾਂ ਸੱਚਮੁੱਚ ਵਧੀਆ ਹੁੰਦੇ ਨੇ, ਪਰ ਟੈਕਨੀਕਲ ਤੌਰ ਤੇ ਸ਼ਿਲਪ ਦੀ ਪੱਧਰ ਤੇ ਇਹਦੇ ਵਿੱਚ ਵੀ ਉਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੈਗੀਆਂ ਨੇ, ਜਿਹੜੀ ਲੈਣ ਦੇ ਵਿੱਚ ਸ਼ਬਦ ਵੱਧ ਘੱਟ, ਜਿਵੇਂ ਤੇਰਾ ਮੇਰਾ ਰਿਸ਼ਤਾ ਫੁੱਲਾਂ ਵਰਗਾ, ਤੇਰਾ ਮੇਰਾ ਸ਼ਬਦ ਅੜ ਜਾਂਦਾ ਹੈ। ਜੀ ਸਰ। ਇੱਥੇ ਕਰ ਦੋ ਸਾਡਾ ਰਿਸ਼ਤਾ ਫੁੱਲਾਂ ਵਰਗਾ। ਠੀਕ ਹੈ ਸਰ। ਸਾਡਾ ਰਿਸ਼ਤਾ ਫੁੱਲਾਂ ਵਰਗਾ, ਰੂਹਾਂ ਨੂੰ ਮਹਿਕਾਉਂਦਾ ਏ, ਸੋਚਦਿਆਂ ਹੀ ਰੂਹ ਮਹਿਕਾਉਂਦਾ ਹੈ, ਲੈਣ ਬਣਦੀ ਨਹੀਂ ਹੈਗੀ। ਜੀ ਸਾਡਾ ਰਿਸ਼ਤਾ ਫੁੱਲਾਂ ਵਰਗਾ, ਰੂਹਾਂ ਨੂੰ ਮਹਿਕਾਉਂਦਾ ਏ, ਤਿਤਲੀਆਂ ਦੇ ਸ਼ੋਖ ਰੰਗ ਜਿਹਾ ਜ਼ਿੰਦ ਰੰਗੀਨ ਬਣਾਉਂਦਾ ਹੈ। ਜ਼ਿੰਦਗੀ ਕਰੋਗੇ ਤਾਂ ਵੱਜ ਜੂਗਾ, ਕੱਲਾ ਜਿੰਦ। ਜੀ ਸਰ। ਜਿੰਦ ਰੰਗੀਨ ਬਣਾਉਂਦਾ ਏ। ਆ ਦੋ ਲੈਣਾ ਨੇ ਜਿਹੜੀਆਂ ਤੁਹਾਡੀਆਂ ਬਹੁਤ ਕਮਾਲ ਦੀਆਂ ਨੇ ਮੀਟਰ ਪੱਖੋਂ, ਬਾਕੀ ਲੈਣਾ ਅੱਛੀਆਂ ਨੇ ਸਾਰੀਆਂ ਹੀ। ਮੋਰ ਦੇ ਖੰਭ ਜਿਹਾ ਪਾਕ ਪਵਿੱਤਰ, ਮੇਰੇ ਮਨ ਨੂੰ ਮੋਹਦਾ ਏ, ਧਰਤੀ ਵਾਂਗੂ ਆਪਣੇ ਅੰਦਰ ਦੁੱਖ ਸੁੱਖ ਮੇਰੇ ਸਮਾਉਂਦਾ ਏ। ਇਹਦੇ ਵਿੱਚ ਕੋਈ ਵੀ ਸ਼ਬਦ ਵੱਧ ਘੱਟ ਨਹੀਂ ਹੈਗਾ। ਜੀ ਸਰ। ਦੋਨੇ ਬਹੁਤ ਆਈਡੀਅਲ ਲੈਣਾ ਨੇ ਟੈਕਨੀਕਲ ਪੱਖੋਂ, ਸ਼ਿਲਪ ਪੱਖੋਂ। ਇਹਨਾਂ ਲੈਣਾ ਨੂੰ ਮਾਡਲ ਮੰਨ ਕੇ ਬਾਕੀ ਲੈਣਾ ਦੀ ਛਿਲ ਤਰਾਸ਼ ਇਹਦੇ ਮੁਤਾਬਕ ਕਰਿਓ। ਜੀ ਸਰ। ਜਿਵੇਂ ਜੁਗਨੂਆਂ ਦੇ ਕੂਲੇ ਚਾਨਣ ਵਰਗਾ, ਇਹਨੂੰ ਸਿੱਧਾ ਕਰ ਦੋ, ਜੁਗਨੂਆਂ ਦੇ ਚਾਨਣ ਵਰਗਾ ਯਾਦਾਂ ਵਿੱਚ ਟਿਮਟਿਮਾਉਂਦਾ ਏ, ਚੰਨ ਦੀਆਂ ਰੇਸ਼ਮਾਂ ਵਰਗਾ ਕੋਮਲ ਠੰਡ ਦਿਲਾਂ ਵਿੱਚ ਪਾਉਂਦਾ ਏ। ਆ ਕਿੱਡਾ ਸੋਹਣਾ ਹੈ ਇਹ। ਜੀ। ਚੰਨ ਦੀਆਂ ਰੇਸ਼ਮਾਂ ਵਰਗਾ ਕੋਮਲ ਠੰਡ ਦਿਲਾਂ ਵਿੱਚ ਪਾਉਂਦਾ ਏ। ਹੁਣ ਇੱਕ ਮੈਂ ਤੁਹਾਡੀ ਕਵਿਤਾ ਦਾ ਇੱਕ ਗੁਣਗੁਣਾ ਕੇ ਇੱਕ ਮੀਟਰ ਬਣਾ ਲਿਆ ਆਪ ਹੀ। ਜੀ ਸਰ। ਤੁਸੀਂ ਉਸ ਦਾ ਕੋਈ ਹੋਰ ਮੀਟਰ ਬਣਾਓ।
ਜਦੋਂ ਇੱਕ ਵਾਰੀ ਤੁਸੀਂ ਆਪਣਾ ਮੀਟਰ ਬਣਾਇਆ, ਜੇ ਤੁਸੀਂ ਆਪਣੀ ਸਾਰੀ ਕਵਿਤਾ ਨੂੰ ਗੁਣਗੁਣਾ ਕੇ ਦੇਖੋ, ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਕਿ ਆਹ ਸ਼ਬਦ ਤਾਂ ਬੋਲੇ ਹੀ ਨਹੀਂ ਜਾਂਦਾ ਹੈਗਾ। ਜੀ ਰੂਹ ਦਾ ਸਰ ਵੈਸੇ ਰਿਸ਼ਤਾ ਮੈਂ ਹਾਂ ਕੋਸ਼ਿਸ਼ ਕਰਦੀ ਹੁੰਦੀ ਹਾਂ ਪਹਿਲਾਂ ਮਤਲਬ ਇਹਨੂੰ ਗੁਣਗੁਣਾ ਕੇ ਦੇਖਾਂ, ਜੀ ਬਟ ਅਜੇ ਤੁਹਾਨੂੰ ਪਤਾ ਹੈ ਕਿ ਅਜੇ ਹਾਂ ਅਸੀਂ ਕੁਝ ਕੱਚੇ ਥਾਵਾਂ ਤੇ ਹਾਂ। ਪ੍ਰੋਬਲਮਾਂ ਨੇ, ਬਹੁਤ ਅੱਛੀਆਂ ਨੇ, ਬਹੁਤ ਸਾਰੇ ਵਾਕ ਬਹੁਤ ਸੋਹਣੇ ਨੇ। ਰੂਹ ਦਾ ਰਿਸ਼ਤਾ ਰੂਹ ਨਾਲ ਜੁੜਿਆ, ਦਿਲ ਹੋਰ ਕੁਝ ਨਹੀਂ ਚਾਹੁੰਦਾ ਹੈ। ਇਹਨੂੰ ਹੁਣ ਆਪਾਂ ਕੀ ਕਰਨਾ ਹੈ, ਇਹਨੂੰ ਸ਼ਬਦਾਂ ਨੂੰ ਅੱਗੇ ਪਿੱਛੇ ਕਰਨਾ ਹੈ। ਹੋਰ ਨਹੀਂ ਕੁਝ ਚਾਹੁੰਦਾ ਏ, ਹੋਰ ਨਹੀਂ ਕੁਝ, ਹੋਰ ਕੁਝ ਨਹੀਂ ਦੀ ਥਾਂ ਤੇ ਹੋਰ ਨਹੀਂ ਕੁਝ ਜੀ। ਬਾਕੀ ਸੋਹਣੀਆਂ ਕਵਿਤਾ ਬਹੁਤ ਵਧੀਆ ਜੀ, ਥੈਂਕ ਯੂ ਸਰ। ਉਸ ਤੋਂ ਬਾਅਦ ਮੈਡਮ ਵੀਨਾ, ਤੁਸੀਂ ਮੈਡਮ ਪ੍ਰੋਪਰ ਕਵਿਸ਼ਰੀ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਗੱਲ ਤਾਂ ਇਸ ਗੱਲ ਦੀਆਂ ਤੁਹਾਨੂੰ ਵਧਾਈਆਂ, ਕੋੜਾ ਛੰਦ ਤੁਸੀਂ ਲਿਖਿਆ। ਹੁਣ ਤੁਹਾਨੂੰ ਉਹਦੇ ਵਿੱਚ ਮੈਂ ਇੱਕ ਦੋ ਗੱਲਾਂ ਦੱਸਦਾ, ਵਧੀਆ ਲਿਖਿਆ ਹੈ। ਜਿਹੜੀ ਤੁਹਾਡੀ ਸਥਾਈ ਹੈ, ਰਹਿੰਦੀ ਨਹੀਂ ਕਦੇ ਫਿਰ ਹੋਸ਼ ਆਪਦੀ, ਆਪਣੀ ਅਕਲ ਸਦਾ ਦੂਣੀ ਜਾਪਦੀ, ਇਹ ਬਿਲਕੁਲ ਸਹੀ ਹੈ ਮੀਟਰ ਦੇ ਵਿੱਚ। ਜਿਵੇਂ ਆਪਾਂ ਕਹਿੰਦੇ ਆ, ਰਹਿੰਦੀ ਨਹੀਂ ਕਦੇ ਫਿਰ ਹੋਸ਼ ਆਪਦੀ, ਆਪਣੀ ਅਕਲ ਸਦਾ ਦੂਣੀ ਜਾਪਦੀ, ਬਿਲਕੁਲ ਸੇਮ ਮੀਟਰ ਹੈ ਕੋੜਾ ਛੰਦ ਦਾ। ਪਰ ਪਹਿਲੀਆਂ ਦੋਨੇ ਲੈਣਾ ਗਾਈਆਂ ਹੀ ਨਹੀਂ ਜਾ ਸਕਦੀਆਂ ਹੈਗੀਆਂ। ਅਕਲ ਦਾ ਨਸ਼ਾ ਜੇ ਕਰ ਦੇਵੇ ਚੂਰ, ਤੁਸੀਂ ਇਸ ਨੂੰ ਗਾ ਨਹੀਂ ਸਕਦੇ ਕੋੜੇ ਦੇ ਮੀਟਰ 'ਚ। ਰਹਿੰਦਾ ਨਹੀਂ ਉਦੋਂ ਫਿਰ ਚਿਹਰੇ ਤੇ ਨੂਰ, ਇਹ ਲੈਣ ਵੀ ਨਹੀਂ ਗਾਈ ਜਾ ਸਕਦੀ ਹੈਗੀ। ਹੁਣ ਜੇ ਤੁਸੀਂ ਸਾਰੇ ਧਿਆਨ ਦਿਓ, ਮੈਂ ਤੁਹਾਨੂੰ ਇੱਕ ਨਾ ਬਹੁਤ ਇਹਦੇ ਵਿੱਚੋਂ ਤਕਨੀਕੀ ਗੱਲ ਦੱਸਦਾ ਕਿ ਇਹ ਲੈਣ ਕਾਹਤੋਂ ਨਹੀਂ ਗਾਈ ਜਾ ਸਕਦੀ, ਕਿੰਨੀ ਬਰੀਕ ਹੁੰਦੀ ਹੈ। ਮਤਲਬ ਜਦੋਂ ਅਸੀਂ ਛੰਦਾਬੰਦੀ 'ਚ ਲਿਖਦੇ ਹਾਂ, ਮੈਂ ਤੁਹਾਨੂੰ ਇੱਕ ਲਾਈਨ ਬੋਲਦਾ ਕੋਰਡੇ ਦੀ, ਜਿਹੜਾ ਪਹਿਲਾਂ ਕੀਤਾ, ਜਿਵੇਂ ਤੂੜੀ ਤੰਦ ਸਾਮ ਹਾੜੀ ਵੇਚ ਵੱਟ ਕੇ। ਜੇ ਤੁਹਾਡੇ ਕੋਲ ਕਾਪੀ ਹੈਗੀ, ਤੁਸੀਂ ਵੱਟ ਕੇ ਸ਼ਬਦ ਲਿਖੋ ਆਪਣੇ ਕੋਲੇ, ਵੱਟ ਕੇ ਜਾਂ ਕੱਟ ਕੇ ਲਿਖ ਲਓ, ਵੱਟ ਕੇ ਕੱਟ ਕੇ। ਕੱਛੇ ਮਾਰ ਬੰਜਲੀ ਆਨੰਦ ਛਾ ਗਿਆ ਲਿਖ ਲਓ ਤੇ ਆ ਗਿਆ ਲਿਖ ਲਓ। ਇਹਨਾਂ ਚਾਰ ਸ਼ਬਦਾਂ ਦੇ ਵਿੱਚੋਂ ਤੁਹਾਨੂੰ ਮੈਂ ਇੱਕ ਗੱਲ ਸਮਝਾ ਰਿਹਾ, ਕੋਈ ਵੀ ਕੋਡ ਦੀ ਹੋਰ ਵੀ ਉਦਾਹਰਨ ਲੈ ਲਓ, ਉਹਦੇ ਵਿੱਚ ਪਤਾ ਲੱਗ ਜੂ। ਤੁਕਾਨ ਚਾਰੇ ਲਿਖ ਲਓ, ਤੁਸੀਂ ਦੇਖੋਗੇ ਅਖੀਰ ਤੇ ਗੁਰੂ ਆਉਂਦਾ ਹੈ, ਅਖੀਰ ਤੇ ਗੁਰੂ ਆ ਰਿਹਾ ਹੈ। ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ, ਅਖੀਰ ਤੇ ਗੁਰੂ ਆ ਰਿਹਾ ਹੈ। ਕੋਈ ਵੀ ਜਦੋਂ ਤੁਸੀਂ ਲਿਖੋਗੇ ਨਾ, ਕੋਰਡੇ ਦੇ ਵਿੱਚ ਅਖੀਰ ਤੋਂ ਗੁਰੂ ਤੋਂ ਬਿਨਾਂ ਗਾਇਆ ਹੀ ਨਹੀਂ ਜਾ ਸਕਦਾ ਹੈਗਾ। ਸਰ ਮੈਨੂੰ ਲੱਗਦਾ ਤਾਂ ਸੀਗਾ ਕਿ ਗੱਲ ਬਣਦੀ ਨਹੀਂ ਪਈ ਜੀ, ਪਰ ਵਰਨ ਗਿਣ ਲੈ, ਚੂਰ ਨੂਰ ਗਿਣ ਲਿਆ। ਹਾਂ ਹੁਣ ਦੇਖੋ, ਜਿੱਥੇ ਤੁਸੀਂ ਬੋਲਿਆ ਕਿਸੇ ਦੇ ਫਤੂਰ ਸਿਰ ਚੜ ਬੋਲਦਾ, ਦਿਲਾਂ ਨੂੰ ਦਿਖਾਉਣ ਤੋਂ ਰਤਾ ਨਹੀਂ ਡੋਲਦਾ, ਪਿੱਛੇ ਦਾ ਆ ਗਿਆ, ਗੁਰੂ ਆ ਗਿਆ, ਆਪਦੇ ਆਪ ਹੀ ਲਹਿ ਚ ਆ ਗਿਆ। ਇਹ ਡੋਲਦਾ ਚ ਇਹ ਵੀ ਦਾ ਹੈ। ਜਿੱਥੇ ਜਿੱਥੇ ਪਿੱਛੇ ਗੁਰੂ ਆ ਗਏ, ਉਹ ਸਾਰੀਆਂ ਲਾਈਨਾਂ ਠੀਕ ਨੇ ਤੁਹਾਡੀਆਂ। ਜਿੱਥੇ ਲਘੂ ਲਿਖਤੇ ਪਿੱਛੇ, ਉਹ ਸਾਰੀਆਂ ਗਲਤ ਨੇ। ਤੀਜਾ ਪੈਰਾ ਦੇਖੋ, ਚੰਗੇ ਮਾੜੇ ਦਾ ਫਿਰ ਮੁੱਕ ਜੇ ਧਿਆਨ, ਇਹ ਨਹੀਂ ਗਾਇਆ ਜਾ ਸਕਦਾ ਹੈ, ਇਹਦੇ ਪਿੱਛੇ ਗੁਰੂ ਨਹੀਂ ਹੈਗਾ। ਜਿਹੜਾ ਆਪਾਂ ਕੀਤਾ ਸੀ ਜਗਣ ਮਗਣ ਸ਼ਗਨ ਭਗਣ, ਉਹ ਇਹੀ ਹੈ। ਉਹ ਦੱਸਦਾ ਹੈ ਕਿ ਇਹਦੇ ਪਿੱਛੇ ਇੱਕ ਲਘੂ ਚਾਹੀਦਾ, ਇੱਕ ਗੁਰੂ ਚਾਹੀਦਾ। ਜਿਵੇਂ ਹੁਣ ਆਪ ਦੀ ਲਿਖਿਆ ਤੁਸੀਂ, ਆਪ ਦੀ ਇੱਕ ਗੁਰੂ ਹੈ, ਇੱਕ ਲਘੂ ਹੈ, ਫਿਰ ਗੁਰੂ ਹੈ। ਇਹ ਇਹਦੀ ਸਟਰਕਚਰ ਹੈ, ਇਹ ਤੋਂ ਬਿਨਾਂ ਗਾਇਆ ਨਹੀਂ ਜਾ ਸਕਦਾ ਹੈਗਾ। ਇਹ ਕੋਈ ਵੀ ਦੇਖ ਲਓ ਅੱਗੇ ਆਪਾਂ, ਬਾਪ ਦੀ, ਜਾਪ ਦੀ। ਹੁਣ ਜਿੱਥੇ ਰੰਗ ਰੂਪ ਵਿਦਿਆ ਬਣਦੇ ਗਰੂਰ, ਇਹ ਗਰੂਰ ਵਾਲੀ ਲਾਈਨ ਤੁਹਾਡੀ ਗਲਤ ਹੋ ਗਈ, ਕਿਉਂਕਿ ਪਿੱਛੇ ਦੇ ਲਘੂ ਰਹਿ ਗਿਆ। ਜਦੋਂ ਪਿੱਛੇ ਲਘੂ ਰਹਿ ਗਿਆ ਤਾਂ ਗਾਇਆ ਨਹੀਂ ਜਾ ਸਕਦਾ ਹੈਗਾ। ਜਿਵੇਂ ਮੈਂ ਤੁਹਾਨੂੰ ਦੋਹਰੇ ਦੀ ਉਦਾਹਰਨ ਇੱਕ ਵਾਰੀ ਹੁਣ ਦੁਬਾਰੇ ਦੱਸਦਾ, ਦੁਬਾਰੇ ਤੁਹਾਨੂੰ ਹੋਰ ਸਮਝ ਆਊਗੀ। ਹੁਣ ਪੂਰਨ ਤੂੰ ਪਰਮਾਤਮਾ, ਘਟ ਘਟ ਨਾਥ ਅਨਾਥ, ਇਹ ਹੋਰ ਲਾਈਨ ਹੈ। ਮਤਲਬ ਜੇ ਆਪਾਂ ਉਸੇ ਨੂੰ ਕਰ ਲਈਏ ਕਿ ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਮਾਏ, ਉਹਦੇ ਅਖੀਰ ਤੇ ਲਘੂ ਆ ਰਿਹਾ ਹੈ। ਕਿਸੇ ਵੀ ਦੋਹਰੇ ਦੇ ਪਿੱਛੇ ਗੁਰੂ ਨਹੀਂ ਆ ਸਕਦਾ ਹੈਗਾ, ਤੇ ਕਿਸੇ ਵੀ ਕੋਰਡੇ ਦੇ ਪਿੱਛੇ ਲਘੂ ਨਹੀਂ ਆ ਸਕਦਾ ਹੈਗਾ। ਇੱਕ ਮਿੰਟ ਸਰ, ਮੈਨੂੰ ਨੋਟ ਕਰ ਲੈਣ ਦਿਓ, ਕਿਉਂਕਿ ਉਹਦੀ ਕੰਪੋਜੀਸ਼ਨ ਨਹੀਂ ਬਣਦੀ ਹੈਗੀ। ਕੋਰਡੇ ਦੇ ਪਿੱਛੇ ਹਮੇਸ਼ਾ ਗੁਰੂ ਆਊਗਾ ਹੀ ਆਊਗਾ, ਤਾਂ ਗਾਇਆ ਜਾਊਗਾ, ਅਦਰਵਾਈਜ਼ ਕੋਰਡਾ ਗਾਇਆ ਨਹੀਂ ਜਾਂਦਾ। ਆਓ ਸਾਰੇ ਬਾਲ ਛੱਤ ਬੀੜ ਚੱਲੀਏ, ਚੱਲੀਏ ਦੇ ਪਿੱਛੇ ਇਹ ਆ ਗਿਆ, ਗੁਰੂ ਆ ਗਿਆ। ਤੇ ਦੋਹਰਾ ਇਹਦੇ ਬਿਲਕੁਲ ਉਲਟ ਹੈ। ਦੋਹਰੇ ਦੇ ਪਿੱਛੇ ਹਮੇਸ਼ਾ ਹੀ ਲਘੂ ਆਉਂਦਾ ਹੈ, ਗੁਰੂ ਜੇ ਆ ਗਿਆ ਫਿਰ ਉਹ ਦੋਹਰਾ ਨਹੀਂ ਗਾਇਆ ਜਾਂਦਾ। ਸੋ ਇਸ ਤਰ੍ਹਾਂ ਇਹ ਬਰੀਕ
ਗੱਲਾਂ ਹੁੰਦੀਆਂ ਨੇ ਜਦੋਂ ਆਪਾਂ ਛੰਦਾਬੰਦੀ ਦੇ ਵਿੱਚ ਕਰਦੇ ਹਾਂ, ਇਹ ਥੋੜੀ ਜਿਹੀ ਪ੍ਰੋਬਲਮਾਂ ਨੇ। ਅਦਰਵਾਈਜ਼ ਤੁਹਾਡੇ ਇਹ ਜਿਹੜਾ ਛੰਦ ਹੈ ਠੀਕ ਹੈ ਤੁਹਾਡਾ। ਇਹ ਮਨਿੰਦਰ ਕੌਰ ਬੱਸੀ ਮੈਡਮ ਹੁਣੇ ਨੇ ਮੇਰੇ ਖਿਆਲ 'ਚ ਨਾ ਆਪਣੇ ਨਾਲ। ਨਹੀਂ ਹੈਗੇ ਜੀ, ਮਨਿੰਦਰ ਕੌਰ ਬੱਸੀ। ਹਾਂ, ਇਸ ਤੋਂ ਬਾਅਦ ਮੈਡਮ ਗੁਰਪ੍ਰੀਤ। ਸਰ 1 ਮਿੰਟ ਮੈਂ ਤੁਹਾਨੂੰ ਕੱਟਣ ਲੱਗੀ ਸਰ। ਜਿਵੇਂ ਮੇਰੀ ਆ ਸੀਗਾ ਨਾ, ਅਕਲ ਦਾ ਨਸ਼ਾ ਜੇ ਕਰ ਦੇ ਵਿੱਚ ਜੇ ਮੈਂ ਕਹਾਂ ਅਕਲੀ ਨਸ਼ਾ ਜੇ ਕਰ ਦੇ ਵਿੱਚ ਉਰਜੀ ਰਹਿੰਦਾ ਨਹੀਂ ਉਦੋਂ ਫਿਰ ਚਿਹਰੇ ਉੱਤੇ ਨੂਰ ਜੀ। ਬਿਲਕੁਲ 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 ਬਿਲਕੁਲ। ਅਕਲਾਂ ਦਾ ਨਸ਼ਾ, ਥੋੜਾ ਜਿਹਾ ਇਹਨੂੰ ਦੇਖਣਾ ਪਊਗਾ ਆਪਾਂ ਨੂੰ ਮਾੜਾ ਮੋਟਾ ਕਿਤੇ। ਅਕਲਾਂ ਦਾ ਨਸ਼ਾ ਮੈਂ ਲਿਖਿਆ ਸੀ ਇਹ। ਅਕਲਾਂ ਦਾ ਨਸ਼ਾ ਕਰੇ ਚੂਰ ਦੋਸਤੋ, ਰਹਿੰਦਾ ਨਹੀਂ ਚਿਹਰੇ ਉੱਤੇ ਨੂਰ ਦੋਸਤੋ, ਰਹਿੰਦੀ ਨਹੀਂ ਕਦੇ ਫਿਰ ਹੋਸ਼ ਆਪਦੀ, ਆਪਣੀ ਅਕਲ ਸਦਾ ਦੂਣੀ ਜਾਪਦੀ। ਜੀ ਹਾਂਜੀ ਗੁਰਪ੍ਰੀਤ ਕੌਰ ਜੀ, ਤੁਹਾਡੀ ਕਵਿਤਾ ਮੈਂ ਪੜ੍ਹੀ। ਤੁਹਾਡੀ ਕਵਿਤਾ ਮਤਲਬ ਖੁੱਲੀ ਕਵਿਤਾ ਇਹ। ਇਹਦੇ ਨਾਲ ਤੁਸੀਂ 2 ਭਾਗ ਬਣਾਤੇ ਇਸ ਕਵਿਤਾ ਦੇ ਵਿੱਚ। ਪਹਿਲੀ ਗੱਲ ਤਾਂ ਇਹ ਕਿ ਤੁਸੀਂ ਗੱਲਾਂ ਤਾਂ ਬਹੁਤ ਸੋਹਣੀਆਂ ਲਿਖਦੇ ਹੋ, ਅਕਸਰ ਲਿਖਦੇ ਹੋ, ਜਿੰਨੇ ਮੈਂ ਤੁਹਾਡੀ ਕਵਿਤਾਵਾਂ ਪੜ੍ਹੀਆਂ ਨੇ, ਪਹਿਲਾਂ ਵੀ ਪੜ੍ਹੀਆਂ ਨੇ, ਤੇ ਬਹੁਤ ਵਧੀਆ ਤੁਹਾਡੇ ਕੋਲੇ ਭਾਵ, ਤੁਹਾਡੇ ਕੋਲੇ ਕਹਿਣ ਦੀਆਂ ਗੱਲਾਂ, ਤੁਹਾਡਾ ਵਿਸ਼ਲੇਸ਼ਣ, ਉਹ ਸਾਰਾ ਕੁਝ ਵਧੀਆ ਹੈ। ਪਰ ਇਸ ਕਵਿਤਾ ਦੇ ਵਿੱਚ ਤੁਸੀਂ ਜਦੋਂ ਦੇਖਦੇ ਹੋ, ਮੈਂ ਤੁਹਾਨੂੰ ਦੱਸਦਾ, ਮੇਰੀ ਬੁੱਕਲ ਦਾ ਨਿੱਘ ਮਾਣਦਾ ਕਦੋਂ ਤੂੰ ਇੰਨਾ ਨਿਰਦਈ ਹੋ ਗਿਓ, ਸ਼ਾਇਦ ਤੈਨੂੰ ਖੁਦ ਵੀ ਪਤਾ ਨਾ ਲੱਗਿਆ, ਹਨਾ, ਸ਼ਾਇਦ ਤੈਨੂੰ ਖੁਦ ਵੀ ਪਤਾ ਨਾ ਲੱਗਿਆ। ਇਸ ਲਾਈਨ ਨੂੰ ਯਾਦ ਰੱਖਿਓ। ਮੇਰੇ ਬੰਡੇ ਮਿੱਠੇ ਮੇਵਿਆਂ ਦਾ ਸਵਾਦ ਚੱਖਦਾ ਕਦੋਂ ਮੇਰੀਆਂ ਜੜਾਂ ਜ਼ਹਿਰੀ ਕਰ ਗਿਓ, ਤੈਨੂੰ ਭੂਰਾ ਵੀ ਭਿਣਕਣਾ ਲੱਗੀ। ਹੁਣ ਤੈਨੂੰ ਭੂਰਾ ਵੀ ਭਿਣਕਣਾ ਲੱਗੀ, ਇਹ ਲਾਈਨ ਨੂੰ ਯਾਦ ਰੱਖਿਓ ਨਾਲ ਉਹਦੇ। ਮੇਰੇ ਨਿਰਮਲ ਪਾਣੀ ਦੀਆਂ ਛੱਲਾਂ 'ਚ ਨਹਾ ਤਨ ਮਨ ਦੀ ਮੈਲ ਧੋਂਦਾ ਕਦੋਂ ਤੂੰ ਮੇਰਾ ਸਮੁੱਚਾ ਵਜੂਦ ਗੰਧਲਾ ਕਰਤਾ, ਤੈਨੂੰ ਅਹਿਸਾਸ ਹੀ ਨਾ ਹੋਇਆ। ਤੀਜੀ ਲਾਈਨ ਇਹ ਹੈ। ਪਹਿਲੀ ਲਾਈਨ ਹੈ ਸ਼ਾਇਦ ਤੈਨੂੰ ਖੁਦ ਵੀ ਪਤਾ ਨਾ ਲੱਗਿਆ, ਦੂਜੀ ਲਾਈਨ ਹੈ ਤੈਨੂੰ ਭੂਰਾ ਵੀ ਭਿਣਕਣਾ ਲੱਗੀ, ਤੀਜੀ ਲਾਈਨ ਹੈ ਤੈਨੂੰ ਅਹਿਸਾਸ ਹੀ ਨਾ ਹੋਇਆ। ਜਾਂ ਤਾਂ ਇਹਨਾਂ ਲਾਈਨਾਂ ਨੂੰ ਅੱਗੇ ਵੀ ਰਿਪੀਟ ਕਰੋ, ਇਹਦੇ ਵਰਗੀਆਂ ਲਾਈਨਾਂ ਨੂੰ, ਜਾਂ ਫਿਰ ਇੱਥੋਂ ਵੀ ਕੱਟੋ ਇਸ ਨੂੰ। ਜੀ ਸਰ। ਇਦੋਂ ਅੱਗੇ ਤੁਸੀਂ ਕਵਿਤਾ ਨੂੰ ਹੋਰ ਪੈਟਰਨ ਤੇ ਲਿਖਤਾ, ਅੱਗੇ ਕਿਤੇ ਵੀ ਇਸ ਕਿਸਮ ਦੀਆਂ ਲਾਈਨਾਂ ਨਹੀਂ ਆਈਆਂ। ਹਰ 2 ਜਾਂ 3 ਲਾਈਨਾਂ ਤੋਂ ਬਾਅਦ ਤੁਸੀਂ ਇੱਕ ਸਵਾਲ ਕਰਦੇ ਹੋ ਕਿ ਸ਼ਾਇਦ ਤੈਨੂੰ ਖੁਦ ਵੀ ਪਤਾ ਨਾ ਲੱਗਿਆ, ਤੈਨੂੰ ਭੂਰਾ ਵੀ ਭਿਣਕਣਾ ਲੱਗੀ, ਤੈਨੂੰ ਜਰਾ ਵੀ ਅਹਿਸਾਸ ਨਾ ਹੋਇਆ, ਤੂੰ ਕਦੇ ਸੋਚਿਆ ਹੀ ਨਹੀਂ। ਹਾਂਜੀ। ਫਿਰ ਅੱਗੇ ਵੀ ਲਾਈਨਾਂ ਰਿਪੀਟ ਕਰੋ ਇਸ ਤਰ੍ਹਾਂ ਦੀਆਂ 2-2 3-3 ਲਾਈਨਾਂ ਤੋਂ ਬਾਅਦ। ਜਾਂ ਫਿਰ ਆਪਾਂ ਇੱਥੋਂ ਵੀ ਕੱਢ ਦਈਏ, ਫਿਰ ਸਾਰੀ ਕਵਿਤਾ, ਹੇਠਲੀ ਕਵਿਤਾ ਤੇ ਉੱਪਰਲੀ ਕਵਿਤਾ ਇੱਕ ਫਰੇਮ 'ਚ ਆ ਜਾਊਗੀ। ਹੁਣ ਉਦਾਹਰਨ ਦੇ ਤੌਰ ਤੇ ਤੁਹਾਨੂੰ ਮੈਂ ਦੱਸਦਾ, ਮੈਂ ਨਾ ਇੱਕ ਲਾਈਨ ਇਹ 'ਚ ਬਦਲਤੀ ਆ, 3 ਲਾਈਨਾਂ ਕੱਟਤੀਆਂ ਮੈਂ ਤੇਰੀਆਂ। ਸ਼ਾਇਦ ਤੈਨੂੰ ਖੁਦ ਹੀ ਪਤਾ ਨਾ ਲੱਗੇ, ਇਹ ਵੀ ਕੱਟਤੀ। ਤੈਨੂੰ ਭੂਰਾ ਵੀ ਭਿਣਕਣਾ ਲੱਗੀ, ਇਹ ਵੀ ਲਾਈਨ ਕੱਟਤੀ। ਤੈਨੂੰ ਅਹਿਸਾਸ ਹੀ ਨਾ ਹੋਇਆ, ਇਹ ਵੀ ਲਾਈਨ ਕੱਟਤੀ। ਤੇ ਮੂਰੇ ਇੱਕ ਲਾਈਨ ਪਾਤੀ, ਉਹ ਲਾਈਨ ਪਾਤੀ ਕਿ ਤੈਨੂੰ ਕਦੇ ਅਹਿਸਾਸ ਨਹੀਂ ਹੋਇਆ। ਹੁਣ ਆਪਾਂ ਪੜ੍ਹਦੇ ਹਾਂ ਤੁਹਾਡੀ ਕਵਿਤਾ ਨੂੰ, ਤੁਹਾਡੀ ਇਸੇ ਕਵਿਤਾ ਨੂੰ ਪੜ੍ਹਦੇ ਹਾਂ। ਇੱਕ ਲਾਈਨ ਮੈਂ ਆਪਣੇ ਕੋਲ ਐਡ ਕਰਕੇ 3 ਲਾਈਨਾਂ ਕੱਟ ਕੇ, ਤੈਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਮੇਰੀ ਬੁੱਕਲ ਦਾ ਨਿੱਘ ਮਾਣਦਾ ਕਦੋਂ ਤੂੰ ਇੰਨਾ ਨਿਰਦਈ ਹੋ ਗਿਆ। ਮੇਰੇ ਵੰਡੇ ਮਿੱਠੇ ਮੇਵਿਆਂ ਦਾ ਸਵਾਦ ਚੱਖਦਾ ਕਦੋਂ ਮੇਰੀਆਂ ਜੜਾਂ ਜ਼ਹਿਰੀ ਕਰ ਗਿਆ। ਮੇਰੇ ਨਿਰਮਲ ਪਾਣੀ ਦੀਆਂ ਛੱਲਾਂ 'ਚ ਨਹਾ ਤਨ ਮਨ ਦੀ ਮੈਲ ਧੋਂਦਾ ਕਦੋਂ ਤੂੰ ਮੇਰਾ ਸਮੁੱਚਾ ਵਜੂਦ ਗੰਧਲਾ ਕਰ ਦਿੱਤਾ। ਮੈਂ ਝੱਲੀ ਮਮਤਾ 'ਚ ਗੜੁੱਚੀ, ਤੇਰੀ ਤਰੱਕੀ ਦੇ ਸੰਦਲੀ ਸੁਪਨੇ ਬੁਣਦੀ ਰਹੀ, ਤੇ ਤੂੰ ਉਧੇੜਦਾ ਰਿਹਾ ਮੇਰੇ ਤਨ ਦੀ ਰੰਗਲੀ ਬੁਣਤੀ, ਜੋ ਨਿਰਾ ਮੇਰੇ ਤਨ ਦਾ ਨਹੀਂ ਮੇਰੀ ਰੂਹ ਦਾ ਲਿਬਾਸ ਸੀ। ਲੱਗਿਆ ਕੁਛ ਫਰਕ? ਹਾਂਜੀ ਸਰ। ਮਤਲਬ ਉਹ ਲੈਣਾ 3 ਲਾਈਨਾਂ ਕੱਟੀਆਂ ਨੇ ਆਪਾਂ, ਤਾਂ ਸਾਰੀ ਕਵਿਤਾ ਇੱਕ ਪੈਟਰਨ ਦੇ ਵਿੱਚ ਆ ਗਈ ਤੁਹਾਡੀ। ਬਸ ਮੂਰੇ ਇੱਕ ਲਾਈਨ ਪਾਤੀ, ਤੈਨੂੰ ਕਦੇ ਅਹਿਸਾਸ ਨਹੀਂ ਹੋਇਆ, ਉਹਨਾਂ 3 ਲਾਈਨਾਂ ਦੀ ਥਾਂ ਤੇ ਇੱਕ ਲਾਈਨ ਪਾਤੀ ਬਸ। ਜੀ ਸਰ। ਸਰ ਕਿਉਂਕਿ ਆਪਣਾ ਥੀਮ ਜਿਹੜਾ ਆ ਉਹ ਮਦਰ ਨੇਚਰ ਸੀ, ਅਰਥ ਸੀਗਾ, ਇਸ ਲਈ ਆਪਾਂ ਉਹਨੂੰ ਹਾਂ ਬਿਲਕੁਲ। ਜਦੋਂ ਆਪਾਂ ਵਾਰ-ਵਾਰ ਉਹ ਲੈਣਾ ਲਿਆ ਰਹੇ ਹਾਂ ਨਾ, ਤਾਂ ਫਿਰ ਜਦ ਥੱਲੇ ਵੀ ਸਾਰੀ ਕਵਿਤਾ 'ਚ ਲੈ ਕੇ ਆਓ ਜੀ, ਫਿਰ ਕਵਿਤਾ ਤੁਹਾਡੀ ਸਿਮੈਟਰੀ ਜਾਊਗੀ। ਪਰ ਉਹਦੀ ਲੋੜ ਨਹੀਂ, ਥੱਲੇ ਬਾਕੀ ਸਾਰੀ ਕਵਿਤਾ ਬਹੁਤ ਖੂਬਸੂਰਤ ਹੈ, ਉੱਪਰ ਲੈਣਾ ਵੀ ਬਹੁਤ ਖੂਬਸੂਰਤ ਨੇ ਸਾਰੀਆਂ। ਮਤਲਬ ਬਹੁਤ ਕਮਾਲ ਦੇ ਤੇਰੇ ਕੋਲੇ ਜਿਹੜੇ ਹੈਗੇ ਨੇ ਮੈਟਾਫਰ। ਤੂੰ ਬਹੁਤ, ਮੈਂ ਹੁਣ ਇਹ ਕਿਹਾ ਕਿ ਮੈਂ ਝੱਲੀ ਮਮਤਾ 'ਚ ਗੜੁੱਚੀ, ਤੇਰੀ ਤਰੱਕੀ ਦੇ ਸੰਦਲੀ ਸੁਪਨੇ ਬੁਣਦੀ ਰਹੀ, ਤੇ ਤੂੰ ਉਧੇੜਦਾ ਰਿਹਾ ਮੇਰੇ ਤਨ ਦੀ ਰੰਗਲੀ ਬੁਣਤੀ। ਤਨ ਦੀ ਰੰਗਲੀ ਬੁਣਤੀ ਉਧੇੜਨਾ, ਤਰੱਕੀ ਦੇ ਸੰਦਲੀ ਸੁਪਨੇ ਲੈਣਾ, ਰੂਹ ਦਾ ਲਿਬਾਸ ਬਣ ਜਾਣਾ, ਇਹ ਬਹੁਤ ਖੂਬਸੂਰਤ ਚੀਜ਼ਾਂ ਨੇ, ਇਹ ਬਹੁਤ ਕਮਾਲ ਨੇ, ਬਹੁਤ ਐਸਥੈਟਿਕ ਹੈ ਇਹਦੇ ਵਿੱਚ।
ਬਸ ਮੂਹਰੋਂ ਇਹ ਚੀਜ਼ਾਂ ਨੂੰ ਦੇਖੋ। ਤੇ ਇੱਕ ਜਦੋਂ ਕਵਿਤਾ ਲਿਖਣੀ ਹੁੰਦੀ ਹੈ ਨਾ ਤਾਂ ਉਦੋਂ ਜਿਹੜੇ ਆਪਾਂ ਇੱਕ ਲਾਈਨ ਦੇ ਵਿੱਚ ਡਾਟ ਪਾ ਕੇ ਅੱਗੇ ਲਾਈਨ ਪਾ ਦਿੰਦੇ ਆ, ਉਹਦੀ ਬਜਾਏ ਥੱਲੇ ਲਾਈਨ ਚ ਲੈ ਆਓ। ਜੀ ਸਰ। ਨਵੀਂ ਲਾਈਨ ਯੂਜ਼ ਕਰ ਲਓ, ਜਿਵੇਂ ਮੈਂ ਝੱਲੀ ਤਾਂ ਅੱਗੇ ਕਰ ਦਿਓ ਮਮਤਾ ਜਗਲੂਚੀ ਹੇਠਲੀ ਲਾਈਨ, ਉਸੇ ਲਾਈਨ ਚ ਨਾ ਪਾਓ। ਕਵਿਤਾ ਵਾਰਤਕ ਵਾਂਗੂ ਕੋਮੇ ਲਾ ਕੇ ਨਹੀਂ ਲਿਖੀ ਜਾਂਦੀ ਹੁੰਦੀ ਵੀ ਅੱਗੇ ਕੋਮਾ ਲਾ ਕੇ ਅੱਗੇ ਲੈ ਜਾਈਏ, ਅੱਗੇ ਕੋਮਾ ਲਾ ਕੇ ਅੱਗੇ ਲੈ ਜਾਈਏ। ਉਹਦੀ ਥਾਂ ਤੇ ਨਵੀਂ ਲਾਈਨ ਬਣਾ ਦਿਓ। ਜੀ ਸਰ। ਵੈਸੇ ਜੀ ਸਰ ਇੱਕ ਜਿਹੜਾ ਤੁਸੀਂ ਕੋਰਲਾ ਚੰਦ ਦਾ ਦੱਸ ਰਹੇ ਸੀ ਸਰ, ਉਹ ਕਲਮਾਂ ਦਾ ਕਾਫਲਾ ਗਰੁੱਪ ਵਿੱਚ ਇਸ ਵਾਰ ਮੈਂ ਟਰਾਈ ਕੀਤਾ ਸੀਗਾ ਕੋਰਲਾ ਚੰਦ ਦਾ। ਜੀ 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 ਵਿੱਚ ਵੀ ਮੈਂ ਇਹ ਚੀਜ਼ ਦੇਖੀ ਸੀ ਸਰ, ਜਿੱਦਾਂ ਤੁਸੀਂ ਦੱਸਿਆ ਉਹ ਚੀਜ਼ ਤਾਂ ਮੈਂ ਸਰ ਪਹਿਲਾਂ YouTube ਤੇ ਸਰਚ ਕਰ ਲਿੱਤਾ ਸੀ ਪਾਰਟਿਸਿਪੇਸ਼ਨ ਤੋਂ ਪਹਿਲਾਂ, ਕਿ ਜਿਹੜਾ ਸਾਡਾ ਤੁਕਾਂਤ ਆ ਉਹ ਹਮੇਸ਼ਾ ਗੁਰੂ ਹੋਣਾ ਚਾਹੀਦਾ ਸਰ। ਇਸ ਕਰਕੇ ਸਰ ਉਹ ਚੀਜ਼ ਤਾਂ ਮੈਂ ਪੈਟਰਨ ਦੇ ਅਕੋਰਡਿੰਗ ਕਰ ਲਿੱਤੀ ਸੀਗੀ ਸਰ। ਬਟ ਜਿੱਦਾਂ ਤੁਸੀਂ ਇਹ ਕਿਹਾ ਕਿ ਮੈਨੂੰ ਐਕਚੁਅਲ ਦੇ ਵਿੱਚ ਪੜ੍ਹਾਉਂਦੇ ਸਮੇਂ ਬੱਚਿਆਂ ਨੂੰ, ਚਾਹੇ ਮੈਂ ਪ੍ਰਾਇਮਰੀ ਵਿੰਗ ਤਾਂ ਮੈਂ ਵਿਸ਼ਰਾਮ ਚਿੰਨ੍ਹ ਤੇ ਬਹੁਤ ਧਿਆਨ ਦਿੰਦੀ ਹੁੰਦੀ ਹਾਂ ਤਾਂ ਕਿ ਬੱਚੇ ਦਾ ਬਣਿਆ ਰਵੇ ਸਰ। ਕਿਤੇ ਨਾ ਕਿਤੇ ਉਹ ਮੇਰੇ ਤੇ ਵੀ ਇੰਪੈਕਟ ਰਹਿੰਦਾ। ਮੈਂ ਪੋਇਟਰੀ ਲਿਖਦੇ ਵੀ ਜਿੱਦਾਂ ਤੁਸੀਂ ਹੁਣ ਕਿਹਾ, ਮੈਂ ਵਿਸ਼ਰਾਮ ਚਿੰਨ੍ਹ ਜ਼ਿਆਦਾ ਫੋਕਸ ਕਰਨ ਲੱਗ ਜਾਂਦੀ ਹਾਂ ਸਰ। ਤੇ ਜਦੋਂ ਕੋਈ ਜਿੱਦਾਂ ਇੱਕ ਕੋਰੜਾ ਚਾਹੁੰਦਾ ਉਹਦੇ ਵਿੱਚ ਸਰ, ਜਿੱਦਾਂ ਇਹਦੇ 'ਚ ਹੀ ਹੈ ਤੂੜੀ ਤਨ ਸਾਹਿਬ ਹਾੜੀ ਵਿੱਚ ਸਰ, ਆ ਗਿਆ 2 ਵਾਰੀ ਆਉਂਦਾ। ਕਈ ਬੁੱਕਸ ਦੇ ਵਿੱਚ ਦੋਨੇ ਜਗ੍ਹਾ ਡੰਡੀ ਪਾਈ ਹੁੰਦੀ ਆ, ਕਿਸੇ ਵਿੱਚ ਪਹਿਲੀ ਲਾਈਨ ਤੇ ਕੋਮਾ ਪਾਇਆ ਹੁੰਦਾ ਸਰ। ਏਦਾਂ ਕੁਝ ਹੈ ਇਹ ਚੀਜ਼ ਦੇ ਰੂਲਸ? ਤੁਸੀਂ ਇੱਕ ਗੱਲ ਜਿਹੜੀ ਸਮਝਣ ਦੀ ਕੋਸ਼ਿਸ਼ ਕਰੋ ਸਾਰੇ, ਕਿ ਜਿਹਨੇ ਇਹ ਲਿਖਿਆ ਸੀ ਕੋਰੜਾ ਛੰਦ, ਹਾਂਜੀ, ਉਹਨੇ ਲਿਖਿਆ ਨਹੀਂ ਸੀ, ਉਹਨੇ ਗਾਇਆ ਸੀ ਕੱਲਾ। ਉਹਨੇ ਕੱਲਾ ਗਾਇਆ ਸੀ। ਗਾਉਣ ਦੇ ਵਿੱਚ ਨਾ ਕੋਮਾ ਲੱਗਦਾ ਨਾ ਡੰਡੀ ਲੱਗਦੀ ਹੈ। ਠੀਕ ਜੀ, ਠੀਕ ਹੈ ਨਾ? ਉਹ ਤਾਂ ਅਸੀਂ ਲਿਖਿਆ ਉਹਨੂੰ ਬਾਅਦ ਦੇ ਵਿੱਚ। ਜੀ ਸਰ। ਮਤਲਬ ਸਾਡੇ ਜਿਹੜੇ ਤੁਸੀਂ ਇੱਕ ਬਚਪਨ ਦੇ ਵਿੱਚ ਸੁਣਦੇ ਹੋਵੋਗੇ, ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ, ਡੱਡ ਦੀਆਂ ਲਿਖੀਆਂ ਨੂੰ ਕੌਣ ਮੋੜਦਾ, ਕੱਸੀ ਉੱਤੇ ਬੈਠ ਕੇ ਕਵਿਤ ਜੋੜਦਾ। ਇਹ ਅੱਜ ਤੋਂ 50 ਸਾਲ ਪਹਿਲਾਂ ਮੈਂ ਆਪਣੇ ਬਚਪਨ ਸੁਣਦਾ ਹੁੰਦਾ ਸੀ। ਪਤਾ ਨਹੀਂ ਕਿਹਨੇ ਬਣਾਈਆਂ ਸੀ ਰਹਿਣਾ। ਉਹਨੂੰ ਨਾ ਤਾਂ ਕੌਮੇ ਦਾ ਪਤਾ ਸੀ, ਨਾ ਉਹਨੂੰ ਡੰਡੀਆਂ ਦਾ ਪਤਾ ਸੀ, ਨਾ ਉਹਨੂੰ ਵਿਸ਼ਰਾਮ ਚੰਦ ਦਾ ਪਤਾ ਸੀ। ਉਹ ਤਾਂ ਕੋਈ ਅਨਪੜ੍ਹ ਬੰਦਾ ਸੀ। ਜੀ ਸਰ। ਤੁਸੀਂ ਕੌਮੇ ਲਾਓ, ਡੰਡੀਆਂ ਲਾਓ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਉਹਦੀ ਕੰਪੋਜੀਸ਼ਨ ਉਹੀ ਰਹੂਗੀ। ਸਰ ਇੱਕ ਮਿੰਟ, ਇਹ ਮੈਂ ਮਤਲਬ ਹੁਣ ਮੈਨੂੰ ਅਹਿਸਾਸ ਹੁੰਦਾ ਹੈ ਕਿ ਜਿਹੜੇ ਲੋਕ ਗਾਉਂਦੇ ਨੇ ਭਾਵੇਂ ਉਹ ਅਨਪੜ੍ਹ ਹੁੰਦੇ ਨੇ, ਮੇਰਾ ਖਿਆਲ ਇਹ ਵੀ ਕੋਈ ਰੱਬੀ ਬਖਸ਼ਿਸ਼ ਹੁੰਦੀ ਹੈ। ਹਰ ਬੰਦਾ ਤਾਂ ਨਹੀਂ ਉਹ ਕਰ ਸਕਦਾ। ਬਿਲਕੁਲ, ਜਿਨ੍ਹਾਂ ਬੰਦੇ ਪੁਰਾਣੇ ਸਮੇਂ ਦੇ ਵਿੱਚ ਸ਼ਾਇਰ ਹੁੰਦੇ ਹੀ ਉਹ ਸੀ ਜਿਹੜੇ ਗਾ ਸਕਦੇ ਸੀ। ਜਿਹੜੇ ਗਾ ਨਹੀਂ ਸਕਦੇ ਸੀ ਉਹ ਕਦੇ ਸ਼ਾਇਰ ਹੁੰਦੇ ਹੀ ਨਹੀਂ ਸੀ ਪੁਰਾਣੇ ਸਮੇਂ ਦੇ ਵਿੱਚ। ਮੱਧ ਕਾਲ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਔਰਤਾਂ ਨੇ ਬੋਲੀਆਂ ਗਾਉਂਦੀਆਂ ਨੇ ਗਿੱਧੇ ਦੇ ਵਿੱਚ, ਹੈ ਨਾ, ਪਾਉਂਦੀਆਂ ਨੇ ਬੋਲੀਆਂ। ਉਹ ਜਿਨ੍ਹਾਂ ਨੇ ਬੋਲੀਆਂ ਬਣਾਈਆਂ ਨੇ ਉਹ ਸਾਰੀਆਂ ਉਹ ਨੇ ਜਿਹੜੀਆਂ ਗਾਉਂਦੀਆਂ ਸੀ। ਬਿਨਾਂ ਗਾਉਣ ਤੋਂ ਬੋਲੀ ਬਣ ਹੀ ਨਹੀਂ ਸਕਦੀ। ਬੋਲੀ ਦੀ ਆਪਣੀ ਇੱਕ ਰਿਦਮ ਹੈ, ਬੋਲੀ ਦਾ ਆਪਣਾ ਇੱਕ ਫਰੇਮ ਹੈ, ਟੱਪੇ ਦਾ ਆਪਣਾ ਇੱਕ ਫਰੇਮ ਹੈ, ਢੋਲੇ ਦਾ ਆਪਣਾ ਫਰੇਮ ਹੈ, ਮਾਈਏ ਦਾ ਆਪਣਾ ਫਰੇਮ ਹੈ। ਜੇ ਤੁਸੀਂ ਮਾਈਏ ਦਾ ਫਰੇਮ ਤੁਹਾਨੂੰ ਜੇ ਪਤਾ ਨਹੀਂ ਲੱਗਦਾ ਹੈਗਾ, 2 ਪੱਤਰ ਅਨਾਰਾਂ ਦੇ ਸਾਡੀ ਗਲੀ ਲੰਘ ਮਾਈਆ ਦੁੱਖ ਟੁੱਟਣ ਬਿਮਾਰਾਂ ਦੇ, ਤਾਂ 2 ਪੱਤਰ ਅਨਾਰਾਂ ਦੇ ਦਾ ਤੁਕਾਂਤ ਅੱਗੇ ਦੁੱਖ ਟੁੱਟਣ ਬਿਮਾਰਾਂ ਦੇ ਨਾਲ ਕਿਵੇਂ ਜੋੜਨਾ, 1.5 ਲਾਈਨ ਕਿਵੇਂ ਬਣਾਉਣੀ ਹੈ। ਹਰ ਲਾਈਨ 1.5 ਹੁੰਦੀ ਹੈ, ਪਹਿਲਾਂ ਅੱਧੀ, ਫਿਰ 1, ਫਿਰ ਅੱਧੀ, ਫਿਰ 1, ਫਿਰ ਅੱਧੀ, ਫਿਰ 1। ਜਦੋਂ ਤੁਹਾਨੂੰ ਉਹਦਾ ਮੀਟਰ ਪਤਾ ਲੱਗ ਗਿਆ ਤਾਂ ਤੁਸੀਂ ਟੱਪੇ ਲਿਖਣ ਲੱਗ ਜਾਓਗੇ। ਸੋ ਮਤਲਬ ਜਿੰਨਾ ਸਾਹਿਤ ਸਿਰਜਿਆ ਗਿਆ ਨਾ ਸਾਡਾ, ਉਹ ਗਾਇਨ ਰੂਪ ਦੇ ਵਿੱਚ ਸਿਰਜਿਆ ਗਿਆ। ਇਹਦਾ ਹੁਣ ਅਸੀਂ ਖੁੱਲੀਆਂ ਕਵਿਤਾਵਾਂ ਲਿਖਣ ਲੱਗ ਗਏ ਜਿਹੜੀਆਂ ਲਿਖ ਕੇ ਲਿਖਦੇ ਹਾਂ ਆਪਾਂ। ਪੁਰਾਣੇ ਸਮੇਂ ਦੇ ਵਿੱਚ ਕੋਈ ਕਵਿਤਾ ਲਿਖ ਕੇ ਨਹੀਂ ਲਿਖੀ ਜਾਂਦੀ ਸੀ, ਗਾ ਕੇ ਲਿਖੀ ਜਾਂਦੀ ਸੀ। ਪਰ ਸਰ ਫਿਰ ਮੈਂ ਹੁਣ ਜਿਸ ਤਰ੍ਹਾਂ ਤੁਸੀਂ ਇੱਕ ਅਧਿਆਪਕ ਹੋ ਹਨਾ, ਮੈਨੂੰ ਲੱਗਦਾ ਅਧਿਆਪਕ ਨੂੰ ਇੰਨਾ ਗਿਆਨਵਾਨ ਹੋਣਾ ਜ਼ਰੂਰੀ ਹੈ। ਪਰ ਅਸੀਂ ਹੁਣ ਆਪਣੇ ਆਲੇ ਦੁਆਲੇ ਜਦੋਂ ਝਾਤ ਮਾਰਦੇ ਆ ਨਾ, ਮਤਲਬ ਮੈਨੂੰ ਕਹਿਣਾ ਨਹੀਂ ਪਤਾ ਨਹੀਂ ਚਾਹੀਦਾ ਕਿ, ਪਰ ਬੜੇ ਅਫਸੋਸ ਨਾਲ ਮੈਨੂੰ ਲੱਗਦਾ ਕਿ ਸਾਡੇ ਅਧਿਆਪਕਾਂ ਵਿੱਚ, ਮੈਂ ਵੀ ਵਿੱਚ ਨਹੀਂ, ਸਾਡੇ ਵਿੱਚ ਉਹਨਾਂ ਗਿਆਨ ਨਹੀਂ, ਸ਼ਾਇਦ ਕਰਕੇ ਅਸੀਂ ਵਧੀਆ ਸਮਾਜ ਨਹੀਂ ਸਿਰਜ ਪਾ ਰਹੇ। ਬਿਲਕੁਲ ਬਿਲਕੁਲ ਮੈਮ, ਆਪਾਂ ਨੂੰ ਉਹੀ, ਸਾਡੇ ਕੋਲੇ ਮੌਕੇ ਹੀ ਨਹੀਂ ਹੈਗੇ ਸਿੱਖਣ ਦੇ ਕਿਤੇ ਨਾ। ਮਤਲਬ ਅਸੀਂ ਤਾਂ ਫੇਸਬੁੱਕਾਂ ਤੇ 2 ਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਆਪਾਂ ਦੇਖਦੇ ਹਾਂ, ਜਾਂ ਤਾਂ ਗਾਲਾਂ ਕੱਢੀਆਂ ਜਾਂਦੀਆਂ ਨੇ ਜਾਂ ਬੇਲੋੜੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਜਦੋਂ ਅਸੀਂ ਬੈਲੈਂਸ ਅਪਰੋਚ ਸਾਡੀ ਨਹੀਂ ਰਹੀ ਹੈਗੀ, ਅਸੀਂ ਤਾਂ ਹੀ ਮੈਂ ਸ਼ੁਰੂ ਚ ਕਿਹਾ ਸੀ ਇਹ ਪਰਿਵਾਰ ਹੈ, ਪਰਿਵਾਰ ਦੇ ਵਿੱਚ ਬਹਿ ਕੇ ਆਪਾਂ ਬਿਲਕੁਲ ਸਾਰੀਆਂ ਗੱਲਾਂ ਕਰਾਂਗੇ ਵੀ ਇੱਥੇ ਠੀਕ ਨਹੀਂ ਲੱਗਿਆ ਮੈਨੂੰ, ਇਹ ਮੈਂ ਤੁਹਾਨੂੰ ਇਸ ਵਰਕਸ਼ਾਪ ਦੇ ਵਿੱਚ ਕਹਿ ਸਕਦਾ। ਤੁਸੀਂ ਮੈਨੂੰ ਕਹਿ ਸਕਦੇ ਹੋ, ਤੁਸੀਂ ਮੈਨੂੰ ਦੱਸ ਸਕਦੇ ਹੋ, ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਕੋਈ ਵੀ, ਪਰ ਸਾਡੀ ਜ਼ਿੰਦਗੀ 'ਚ ਡਿਬੇਟ ਰਹੀ ਕਿੱਥੇ ਹੈ? ਕਿਤੇ ਵੀ ਨਹੀਂ ਹੈਗੀ। ਤਾਂ ਹੀ ਅਸੀਂ ਰਿਫਾਈਨ ਨਹੀਂ ਹੁੰਦੇ ਹੈਗੇ। ਪਰ ਸਰ ਜਿਵੇਂ ਇੰਨਾ ਮੈਨੂੰ ਨਾ 2008 ਦੀ ਮੈਂ ਜੌਬ 'ਚ, ਇੰਨੇ ਸਾਡੇ ਸੈਮੀਨਾਰਸ ਲੱਗੇ,
ਉੱਥੇ ਸਾਨੂੰ ਜੇ ਇਹੋ ਜਿਹੀਆਂ ਗੱਲਾਂ ਵੀ ਦੱਸੀਆਂ ਜਾਣ ਸਰ, ਸਾਡੇ ਪੜਾਉਣ ਦੀ ਵਿਧਾ ਵਿੱਚ ਬੜਾ ਫਰਕ ਪੈ ਸਕਦਾ। ਪਰ ਉੱਥੇ ਜਿਹੜੇ ਸਾਡੇ BMs ਜਿਹੜੇ ਸਾਡੇ ਅੱਗੇ ਹੁੰਦੇ, ਉਹਨਾਂ ਨੂੰ ਤਾਂ ਮੈਨੂੰ ਲੱਗਦਾ ਆਪ ਹੀ ਇਹ ਚੀਜ਼ਾਂ ਦਾ ਪਤਾ ਹੁੰਦਾ, ਬਸ ਐਵੇਂ ਟਾਈਮ ਪਾਸ ਹੁੰਦਾ। ਅਨਪੜ੍ਹ ਹੁੰਦੇ ਨੇ ਬਹੁਤ ਸਾਰੇ ਨਾ ਉਹਨਾਂ ਦੇ ਵਿੱਚ, ਉਹਨਾਂ ਨੂੰ ਆਪ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ, ਫਿਰ ਉਹ ਕਿਵੇਂ ਦੱਸਣਗੇ ਅੱਗੇ। ਤੇ ਇਹ ਫਿਰ ਸਰ ਮੇਰੇ ਹਿਸਾਬ ਨਾਲ, ਜਿਵੇਂ ਮੈਂ ਆਪਣੇ ਵਿਸ਼ੇ ਦੀ ਗੱਲ ਕਰਦੀ ਹਾਂ, ਸੈਮੀਨਾਰਸ ਦੇ ਵਿੱਚ ਜਿਵੇਂ ਤੁਹਾਡੇ ਵਰਗੇ ਵਿਦਵਾਨ ਲੋਕ, ਇਹ ਇਹਨਾਂ ਨੂੰ ਨਜ਼ਰ ਹੀ ਨਹੀਂ ਪੈਂਦੇ। ਚਲੋ ਛੱਡੋ ਜੀ ਇਸ ਗੱਲ ਨੂੰ ਤਾਂ। ਨਹੀਂ ਪਰ ਸਰ ਮੈਨੂੰ ਲੱਗਦਾ, ਕਿਉਂਕਿ ਸਰ ਉਦੋਂ ਸਾਡੇ ਕੋਲ ਸਿੱਖਣ ਦਾ ਸਮਾਂ ਹੁੰਦਾ, ਸੈਮੀਨਾਰ ਦਾ ਮਤਲਬ ਹੁੰਦਾ ਸਿੱਖਣਾ। ਬਿਲਕੁਲ। ਜਿਵੇਂ ਅੱਜ ਸਾਡੀ ਵਰਕਸ਼ਾਪ ਲੱਗੀ ਸਰ, ਜੇ ਇਹੋ ਜਿਹੀ ਵਰਕਸ਼ਾਪ ਲੱਗੇ ਤਾਂ ਬੰਦਾ ਭਾਵੇਂ 10 ਘੰਟੇ ਬਿਠਾ ਰੱਖੋ ਕਿਸੇ ਨੂੰ। ਠੀਕ ਹੈ ਜੀ, ਥੈਂਕ ਯੂ। ਚਲੋ ਮੈਨੂੰ ਸਮਾਪਤ ਕਰੀਏ ਹੁਣ। ਇੱਕ ਤੁਹਾਡੀ ਕਵਿਤਾ ਅੱਗੇ ਹੋਰ ਹੈ, ਸੋਚੀ ਹੋਈ ਬੋਲੀ ਸਭ ਨੂੰ ਹੈ, ਸੋਚੀ ਹੋਈ ਬੋਲੀ ਸਭ ਨੂੰ ਹੈ ਸ਼ੋਭਦੀ, ਦਿਲ ਵਾਲੇ ਭੇਤ ਜਰਾ ਨਹੀਂ ਖੋਲਦੀ। ਦੋਨੇ ਲੈਣਾ ਬਹੁਤ ਵਧੀਆ ਨੇ, ਪਰ ਤੀਜੀ ਲਾਈਨ ਦੇ ਵਿੱਚ ਜਾ ਕੇ ਉਲਝ ਗਿਆ ਕੰਮ। ਕਬੂਲਾ ਰਾਹੀਂ ਨਾ ਪੈਰਾਂ ਹੇਠ ਰੋਲ ਜੀ, ਇਹਦੇ ਵਿੱਚ ਸ਼ਬਦ ਵੱਧ ਨੇ, ਜੋ ਤੁਸੀਂ ਗਿਣ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ। ਇਹ 13 ਨਹੀਂ ਹੋਣਗੇ, 14, 15, 16 ਹੋਣਗੇ। ਠੀਕ ਹੈ ਜੀ, ਇਹਨੂੰ ਚੈੱਕ ਕਰਿਓ। ਸੋਚੀ ਹੋਈ ਬੋਲੀ ਸਭ ਨੂੰ ਹੈ ਸ਼ੋਭਦੀ, ਦਿਲ ਵਾਲੇ ਭੇਤ ਜਰਾ ਨਹੀਂ ਖੋਲਦੀ, ਇੰਜ ਨਾ ਬੋਲੀ ਨੂੰ ਪੈਰਾਂ ਹੇਠ ਰੋਲ ਜੀ, ਬੋਲੀਏ ਹਮੇਸ਼ਾ ਲਫ਼ਜ਼ਾਂ ਨੂੰ ਤੋਲ ਜੀ। ਸੋ ਬਸ ਇਹਨਾਂ ਸਾਰਿਆਂ ਨੂੰ ਚੈੱਕ ਕਰਿਓ। ਅੱਗੇ ਤੁਸੀਂ ਇੱਕ ਮਿਸ਼ਰੀ ਤੇ ਤਿਰਸ਼ੀ ਦਾ ਤੁਕਾਂਤ ਜੋੜਿਆ ਹੋਇਆ, ਜਿਹੜਾ ਤੁਕਾਂਤ ਬਣਦਾ ਹੀ ਨਹੀਂ ਹੈਗਾ। ਮਿਸ਼ਰੀ ਦੇ ਨਾਲ ਤਿਰਸ਼ੀ ਸ਼ਬਦ ਦਾ ਕੋਈ ਤੁਕਾਂਤ ਨਹੀਂ ਬਣਦਾ ਹੈਗਾ, ਇੱਥੇ ਸ਼ਬਦ ਬਦਲਣਾ ਪਊਗਾ ਆਪਾਂ ਨੂੰ। ਤੇ ਇੱਕ ਲਿਖਿਆ ਤੁਸੀਂ ਮਿੱਠੇ ਮਿੱਠੇ ਬੋਲ ਸੀਨਾ ਠਾਰੇ ਸਭ ਦਾ। ਮਿੱਠੇ ਮਿੱਠੇ ਬੋਲ ਬਹੁ ਵਚਨ ਹੈ, ਸੀਨਾ ਠਾਰੇ ਸਭ ਦਾ ਇੱਕ ਵਚਨ ਹੈ। ਜਾਂ ਤਾਂ ਮੂਰਲੇ ਨੂੰ ਇੱਕ ਵਚਨ ਚ ਕਰ ਦੋ, ਜਾਂ ਪਿਛਲੇ ਨੂੰ ਬਹੁ ਵਚਨ ਚ ਕਰ ਦੋ। ਮਿੱਠੇ ਮਿੱਠੇ ਬੋਲ ਸੀਨਾ ਠਾਰਨ ਸਭ ਦਾ, ਜਦੋਂ ਐ ਲਿਖੋਗੇ ਫਿਰ ਥੋੜੀ ਕਵਿਤਾ ਮੀਟਰ ਚੋਂ ਨਿਕਲ ਜੂਗੀ। ਇਹਦਾ ਮਤਲਬ ਇਸ ਲਾਈਨ ਤੇ ਆਪਾਂ ਨੂੰ ਵਰਕ ਕਰਨਾ ਪਊਗਾ। ਬਾਕੀ ਦੇ ਵਿੱਚ ਮੇਰੇ ਖਿਆਲ 'ਚ ਤੁਹਾਡਾ ਠੀਕ ਹੈ ਸਾਰਾ। ਬਸ ਇੱਕ ਅੱਗੇ ਜਾ ਕੇ ਉਲਝ ਗਈ ਜੇ ਤੰਦ ਪਿਆਰ ਵਾਲੀ, ਇੱਥੇ ਵੀ ਵੱਧ ਨੇ ਸ਼ਬਦ, ਇਹਨੂੰ ਵੀ ਠੀਕ ਕਰਨਾ ਹੈ। ਫਸ ਜਾਣਾ ਬੰਦਿਆਂ ਤੋਂ ਵਿੱਚ ਵਿਚਾਲੀ, ਇਹ ਲਾਈਨ ਨੂੰ ਵੀ ਠੀਕ ਕਰਨਾ ਹੈ। ਬਾਕੀ ਤੁਹਾਡਾ ਇਹ ਕੋਡ ਛੰਦ ਠੀਕ ਹੈ ਮੇਰੇ ਖਿਆਲ ਦੇ ਵਿੱਚ। ਮੈਂ ਜਿੰਨੇ ਅੱਜ ਹਾਜ਼ਰ ਹੈ ਤੁਹਾਡੇ ਸਾਰਿਆਂ ਦੀ ਕਵਿਤਾਵਾਂ ਬਾਰੇ ਗੱਲਬਾਤ ਕਰਤੀ, ਤੇ ਹੁਣ ਅਖੀਰ ਦੇ ਵਿੱਚ ਤੁਸੀਂ ਕੁਝ ਵੀ ਕਹਿਣਾ ਚਾਹੁੰਦੇ ਹੋ, ਆਪਣੀ ਫੀਡਬੈਕ 1-1 ਮਿੰਟ ਦੇ ਵਿੱਚ ਕੋਈ ਸਵਾਲ ਜਾਂ ਫੀਡਬੈਕ ਤੁਸੀਂ ਮੈਨੂੰ ਦੇ ਸਕਦੇ ਹੋ, ਤੇ ਉਸ ਤੋਂ ਬਾਅਦ ਆਪਾਂ ਪਲੀਜ਼ ਸਮ ਅਪ ਕਰੀਏ। ਸ਼ੁਰੂ ਕਰ ਲਓ ਕਿਤੋਂ ਵੀ, ਬਸ ਕੋਈ ਤੁਹਾਡੇ ਮਨ 'ਚ ਸਵਾਲ ਹੋਵੇ ਜਾਂ ਤੁਹਾਡੇ ਮਨ 'ਚ ਫੀਡਬੈਕ ਹੋਵੇ, ਬਸ 1-1 ਮਿੰਟ ਵਾਸਤੇ ਆਪਾਂ ਗੱਲ ਕਰ ਲਈਏ। ਤੇ ਮੈਨੂੰ ਲੱਗਦਾ ਕਿ ਮੈਂ ਆਪਣੇ ਵੱਲੋਂ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਤੁਹਾਨੂੰ ਕਿਵੇਂ ਲੱਗਿਆ ਇਹ ਤੁਸੀਂ ਦੱਸੋ। ਸਰ ਮੈਂ ਹਰਜਿੰਦਰਜੀਤ ਕੌਰ ਜੀ। ਓਕੇ ਚਲੋ। ਹਾਂਜੀ ਸਰ, ਮੈਂ ਮਤਲਬ ਕਿ ਕੁਦਰਤੀ ਮੇਰੇ ਦਿਮਾਗ 'ਚ ਆਇਆ ਤੇ ਮੈਂ ਹੁਣੇ ਮਤਲਬ ਅੱਧਾ ਘੰਟਾ ਲੇਟ ਹੀ ਜੁਆਇਨ ਕੀਤਾ ਸੀਗਾ, ਤੇ ਬਹੁਤ ਵਧੀਆ ਲੱਗਿਆ। ਤੇ ਤੁਸੀਂ ਮੈਨੂੰ ਜੇ ਕੋਈ ਗਰੁੱਪ ਹੈਗਾ ਵਾਲਾ ਤੇ ਮੈਨੂੰ ਉਹਦੇ ਵਿੱਚ ਤੁਸੀਂ ਐਡ ਕਰ ਲਓ, ਕਿ ਮੈਂ ਹਰ ਮਤਲਬ ਕਿ ਇਹਨੂੰ ਅਟੈਂਡ ਕਰ ਸਕਾਂ। ਤੇ ਜਿਹੜਾ ਪਹਿਲਾਂ ਵੀ ਤੁਸੀਂ ਵਰਕਸ਼ਾਪ ਲਾਈ ਹੈ ਉਹਦਾ ਪਲੀਜ਼ ਮੈਨੂੰ ਲਿੰਕ ਭੇਜੋ, ਤੇ ਉਹ ਵੀ ਮੈਂ ਸੁਣਨਾ ਹੈ ਸਾਰਾ। ਜ਼ਰੂਰ ਜੀ ਜ਼ਰੂਰ। ਹਾਂਜੀ ਜੀ ਓਕੇ। ਹਾਂਜੀ ਸਰ, ਬਹੁਤ ਵਧੀਆ ਜਾਣਕਾਰੀ ਦਿੱਤੀ ਆ। ਜੇ ਇੰਨੀ ਜਾਣਕਾਰੀ ਹੋਵੇ ਤਾਂ ਜਿੱਦਾਂ ਹੁਣ ਸਾਡੇ ਤੁਸੀਂ WhatsApp ਕਹਿ ਲਓ ਜਾਂ Facebook ਤੇ ਕੁਆਂਟੀਟੀ ਇੰਨੀ ਜ਼ਿਆਦਾ ਸਾਹਿਤ ਦੀ, ਪਰ ਕੁਆਲਿਟੀ ਨਹੀਂ ਹੈ, ਕਿਉਂਕਿ ਗਿਆਨ ਹੀ ਨਹੀਂ ਹੈਗਾ। ਜੋ ਕੱਚ ਘਰੜ ਲਿਖ ਹੋ ਰਿਹਾ ਉਹਦੇ ਹੇਠ ਵਾਹ ਵਾਹ ਬਹੁਤ ਖੂਬ, ਇੱਕ ਬੰਦਾ ਵੀ ਨਹੀਂ ਕਹਿੰਦਾ ਜੀ ਇਹਦੇ 'ਚ ਇਹ ਸੁਧਾਈ ਦੀ ਜ਼ਰੂਰਤ ਹੋ ਗਈ ਆ। ਤਾਂ ਕਰਕੇ ਜਿਹੜਾ ਸਾਡਾ ਸਾਹਿਤ ਆ ਨਿਵਾਣਾ ਵੱਲ ਜਾ ਰਿਹਾ। ਤੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਮੈਂ ਸਟਾਰਟਿੰਗ 'ਚ ਕਿਹਾ ਸੀ ਮੈਂ 50-60 ਕਵਿਤਾ ਲਿਖੀਆਂ, ਮੈਂ ਪੜ੍ਹਦੀ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਬਹੁਤ ਸੁਧਾਈ ਦੀ ਲੋੜ ਆ। ਵੀ ਮਤਲਬ ਮੈਨੂੰ ਇੰਨਾ ਤੁਹਾਡੀਆਂ ਗੱਲਾਂ ਤੋਂ ਕੀ ਮੈਟਾਫਰ ਹੋਣਾ ਚਾਹੀਦਾ, ਕੀ ਲਿਖ ਰਿਹਾ ਉਹ ਸਾਰਾ। ਤੇ ਸਰ ਜੇ ਤੁਸੀਂ ਇਹ ਸਕਰੀਨਸ਼ਾਟ ਭੇਜਿਓ ਜਿੱਥੇ ਤੁਸੀਂ ਕਰੈਕਸ਼ਨਸ ਕੀਤੀਆਂ ਹੋਈਆਂ, ਤਾਂ ਜੋ ਉਹਨਾਂ ਤੋਂ। ਹਾਂਜੀ ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਮੈਂ ਵੀ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਜੀ ਸਰ। ਮੈਂ ਥੋੜੀ ਦੇਰ ਪਹਿਲਾਂ, ਸਾਲ ਕੁ ਪਹਿਲਾਂ ਸੁਲੇਖ ਸਭਾ ਗਰੁੱਪ ਦੇ ਵਿੱਚ ਐਡ ਹੋਈ ਸੀ। ਉਹ 'ਚ ਮੇਰੇ ਬੱਚੇ ਸੁੰਦਰ ਲਿਖਾਈ ਵਗੈਰਾ ਪੰਜਾਬ ਦੇ ਵਿਨਰਸ ਹੈਗੇ ਨੇ, ਤੇ ਆਹ ਕਵਿਸ਼ਰੀ ਵਗੈਰਾ ਇਹਨਾਂ ਚੀਜ਼ਾਂ ਕਵਿਤਾ ਮੈਂ ਬੱਚਿਆਂ ਨੂੰ ਸਟੇਜ ਤੱਕ ਲੈ ਕੇ ਜਾਂਦੀ ਹਾਂ। ਤਾਂ ਕਰਕੇ ਉਸ ਗਰੁੱਪ 'ਚ ਐਡ ਕੀਤਾ। ਫਿਰ ਮੈਂ ਸਰ ਬਲੈਕ ਬੋਰਡ ਲਿਖਣ ਦਾ ਕੋਈ ਮੁਕਾਬਲਾ ਸੀ, ਤਾਂ ਉਹ 'ਚ ਸਿਰਜਣਾਤਮਕ ਗਰੁੱਪ ਦੇ ਵਿੱਚ ਐਡ ਕੀਤਾ। ਤਾਂ ਮੈਂ ਸਰ ਉਦੋਂ ਉੱਥੇ ਤੁਹਾਨੂੰ ਦੇਖਿਆ, ਤੇ ਮੇਰਾ ਬੜਾ ਦਿਲ ਕੀਤਾ ਕਿ ਇਹ ਸਰ ਵੀ ਬੜੇ ਸਰ ਵਧੀਆ ਨੇ, ਪਹੁੰਚੇ ਹੋਏ ਨੇ, ਵੀ ਮੈਂ ਕਦੇ ਨਾ ਕਦੇ ਜ਼ਰੂਰ ਇਹਨਾਂ ਨਾਲ ਗੱਲ ਕਰੂੰਗੀ। ਪਰ ਸਰ ਅਚਾਨਕ ਹੀ ਮੈਨੂੰ ਕੱਲ ਮੈਡਮ ਨੇ ਐਡ ਕਰ ਲਿਆ, ਤੇ ਮੈਨੂੰ ਕੋਈ ਉਮੀਦ ਨਹੀਂ ਸੀ। ਮੈਂ ਆਪਦੇ ਆਪ ਨੂੰ ਕਦੇ ਸੋਚਦੀ ਕਿ ਮੈਂ ਕੁਛ ਲਿਖ ਸਕਦੀ ਹਾਂ,
ਪਰ ਕਦੇ ਕਦੇ ਜੀਜਾ ਕਰਦਾ ਹੁੰਦਾ ਲਿਖਣ ਬਹਿ ਜਾਈਦਾ, ਮਤਲਬ ਮੈਨੂੰ ਪੂਰਾ ਪਤਾ ਮੈਂ ਵੀ ਪੂਰਾ ਕੱਚੀ ਆ ਲਿਖਣ ਦੇ ਵਿੱਚ, ਪਰ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਸਰ। ਤੇ ਅੱਜ ਜਦੋਂ ਅਸੀਂ ਤੁਹਾਡੇ ਨਾਲ ਇਸ ਮੀਟਿੰਗ 'ਚ ਆਏ ਤਾਂ ਮੈਨੂੰ ਲੱਗਦਾ ਕਿ ਵੀ ਰੱਬ ਨੇ ਪਤਾ ਨਹੀਂ ਇੰਨੀ ਮਿਹਰ ਸਵੱਲੀ ਕੀਤੀ ਹੈ ਸਾਡੇ ਤੇ ਕਿ ਅਸੀਂ ਇਸ ਚੀਜ਼ ਤੋਂ ਜੇ ਤੋਂ ਅਸੀਂ ਪਰੇ ਹੀ ਰਹਿ ਜਾਣਾ ਸੀ, ਅਣਭਿੱਜ ਰਹਿ ਜਾਣਾ ਸੀ, ਤੇ ਹੁਣ ਅਸੀਂ ਜ਼ਰੂਰ ਇਸ ਦਾ ਬਹੁਤ ਫਾਇਦਾ ਲਵਾਂਗੇ। ਤੁਹਾਡਾ ਸਾਨੂੰ ਬਹੁਤ ਵਧੀਆ ਲੱਗਿਆ ਸਮਝਾਉਣ ਦਾ ਢੰਗ ਸਰ। ਮੈਡਮ ਹਰ ਬੰਦਾ ਹੀ ਕੱਚਾ ਹੁੰਦਾ ਹੈ, ਹਰ ਬੰਦੇ 'ਚ ਹੀ ਰਿਫਾਈਨ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਅਸੀਂ ਆਪਦੇ ਆਪ ਨੂੰ ਹੀ ਅਪਡੇਟ ਕਰਦੇ ਹਾਂ, ਆਪਦੇ ਆਪ ਨੂੰ ਹੀ ਅਮੈਂਡ ਕਰਦੇ ਰਹਿੰਦੇ ਸਾਰੀ ਉਮਰ, ਪਰ ਸਾਨੂੰ ਜਦੋਂ ਅਸੀਂ ਜਿਵੇਂ ਜਿਵੇਂ ਸਾਡਾ ਅਨੁਭਵ ਵੱਧਦਾ ਹੈ, ਜਿਵੇਂ ਅੱਜ ਆਪਾਂ ਕੁਝ ਗੱਲਾਂ ਸਿੱਖੀਆਂ ਨੇ, ਹੁਣ ਜਦੋਂ ਆਪਣੇ ਆਪ ਨੂੰ ਚੈੱਕ ਕਰਾਂਗੇ ਸਾਨੂੰ ਲੱਗੂਗਾ ਕਿ ਇੱਥੇ ਇੱਥੇ ਮੈਂ ਗਲਤ ਸੀ ਤੇ ਮੈਂ ਆਪਦੇ ਆਪ ਨੂੰ ਠੀਕ ਕਰ ਲਾਂ। ਇਹੀ ਜਿਉਣ ਦਾ ਤੇ ਇਹੀ ਸਿੱਖਣ ਦਾ ਤਰੀਕਾ ਹੁੰਦਾ ਹੈ। ਜੀ ਮੈਂ ਅੱਗੇ ਸਰ ਇੱਕ ਕੋਈ ਬੁੱਕ ਦੀ ਸੁਜੈਸ਼ਨ ਦਿਓ ਜਿਹੜੀ ਅਸੀਂ ਖਰੀਦ ਸਕੀਏ, ਜਿਹਦੇ 'ਚ ਅਚੰਦਾ ਦੇ ਮਾਪ ਤੋਲ ਮੀਟਰ ਦਾ ਸਾਨੂੰ ਪ੍ਰੋਪਰ ਪਤਾ ਲੱਗ ਜੇ, ਕਿਉਂਕਿ ਤੁਹਾਡੇ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ ਕਿ ਅਸੀਂ ਜੇ ਇਕੱਲੇ ਵੀ ਤੁਹਾਨੂੰ ਘੰਟਾ ਤੁਸੀਂ ਗੱਲ ਕਰੋ। ਇਹ ਬੁੱਕ ਤਾਂ ਫਿਰ ਮੈਂ ਹੀ ਲਿਖੂੰਗਾ ਜੀ, ਕਦੇ ਕੋਈ ਗੱਲ ਨਹੀਂ ਹੈਗੀ। ਕਿਉਂਕਿ ਹੈਗੀਆਂ ਨੇ ਪਰ ਪ੍ਰੋਪਰ ਨਹੀਂ ਹੈਗੀਆਂ, ਮਤਲਬ ਹੋਰ ਤਰੀਕੇ ਦੀਆਂ ਹੁੰਦੀਆਂ ਨੇ, ਫਿਰ ਉਹ ਜ਼ਿਆਦਾ ਕਈ ਤਾਂ ਗੂੜ ਗਿਆਨ ਵਾਲੀਆਂ ਨੇ, ਫਿਰ ਉਹ ਸਮਝ ਨਹੀਂ ਆਉਂਦੀਆਂ ਆਪਾਂ ਨੂੰ, ਤੇ ਆਪਾਂ ਨੂੰ ਆਪਣੇ ਤਰੀਕੇ ਦੀਆਂ ਤੇ ਆਪਣੇ ਪੈਟਰਨ ਦੀਆਂ ਕਿਤਾਬਾਂ ਚਾਹੀਦੀਆਂ ਨੇ। ਕੋਈ ਨਹੀਂ, ਇਹ ਵੀ ਆਪਾਂ ਕਰਾਂਗੇ ਤੇ ਵਰਕ ਕਰਾਂਗੇ। ਚਲੋ ਸਰ 2021 ਸਰ ਇਹ ਜਿਹੜੇ ਤੁਸੀਂ ਹੁਣ ਦਿਖਾ ਰਹੇ ਸੀ ਨਾਲ ਸਕਰੀਨ ਸ਼ੇਅਰ ਕੀਤੀ ਸੀਗੀ, ਉਹ ਵਾਲੀ ਜਿਹੜੀਆਂ ਨੇ ਉਹਨਾਂ ਦੇ ਚਲੋ ਤੁਸੀਂ ਇਹ ਗਰੁੱਪ ਵਿੱਚ ਸੈਂਡ ਕਰ ਦਿਓ ਸਾਰੀ PDF ਫਾਈਲ ਬਣਾ ਕੇ ਜਾਂ ਜਿਸ ਤਰ੍ਹਾਂ ਇਹਦੇ ਵਿੱਚ ਵੀ ਰਹਿਣਗੇ ਲਿੰਕ, ਜੋ ਤੁਹਾਡੇ ਕੋਲ ਆਊਗਾ ਇਹਦੇ ਵਿੱਚ ਹੀ ਵਾਰ-ਵਾਰ ਦਿਸਣਗੇ ਉਹ, ਪਰ ਮੈਂ ਹਾਂ ਠੀਕ ਹੈ ਠੀਕ ਹੈ। ਸਰ ਹੋਰ ਗੱਲ, ਜਿਸ ਤਰ੍ਹਾਂ ਤੁਸੀਂ ਕਿਸੇ ਦਿਨ ਖੁੱਲੀ ਕਵਿਤਾ ਦੀ ਵਰਕਸ਼ਾਪ ਜ਼ਰੂਰ ਲਗਾਇਓ। ਹਾਂ, ਖੁੱਲੀ ਕਵਿਤਾ ਤੇ ਵੀ ਕਰਾਂਗੇ ਜੀ ਆਪਾਂ ਗੱਲ, ਇਹ ਚੱਲਦਾ ਰਹੂਗਾ ਆਪਣਾ, ਕਦੇ 15-20 ਦਿਨਾਂ ਬਾਅਦ ਜਿੱਦੇ ਵੀ ਕਿਤੇ ਨੈਕਸਟ ਕੀਤਾ ਉਦੋਂ ਕੁਝ ਹੋਰ ਗੱਲਾਂ ਕਰਾਂਗੇ ਆਪਾਂ ਜੀ। ਸਰ ਬਹੁਤ ਸੋਹਣੀ ਤਰ੍ਹਾਂ ਤੁਸੀਂ ਸਮਝਾਇਆ, ਅਸੀਂ ਵੀ MA ਕੀਤੀ ਹੈ, ਪਰ ਲੱਗਦਾ ਹੈ ਕਿ ਉਹ ਚੀਜ਼ਾਂ ਦੀ ਨੌਲੇਜ ਨਹੀਂ ਸੀ ਜਿਹੜੀ ਤੁਸੀਂ ਅੱਜ ਦਿੱਤੀ ਹੈ। ਮਤਲਬ ਉਹ ਡੀਪਲੀ ਜਿਹੜੇ ਗਣ ਦੱਸੇ ਹੈ, ਕੁਛ ਚੀਜ਼ਾਂ ਨੇ ਮਤਲਬ ਹਜੇ ਵੀ ਅਸੀਂ ਜਿਵੇਂ ਲਗਾ ਮਾਤਰਾਵਾਂ ਦੇ ਵਿੱਚ ਕਨਫਿਊਜ਼ ਹੁੰਦੇ ਆ, ਤਾਂ ਉਹ ਚੀਜ਼ਾਂ ਦੀ ਨੌਲੇਜ ਜਿਹੜੀ ਮਿਲਦੀ ਹੈ ਨਾ, ਉਹ ਸਾਨੂੰ ਨਹੀਂ ਮਿਲਦੀ। ਮਤਲਬ ਲਿਖੀ ਤੇ ਜਾਂਦੇ ਆ, ਬੜਾ ਮਜ਼ਾ ਆਇਆ। ਬਸ ਥੈਂਕ ਯੂ, ਤੁਹਾਨੂੰ ਰਿਕੁਐਸਟ ਕੀਤੀ ਸੀ ਤੁਸੀਂ ਇਹੀ ਟੌਪਿਕ ਲਿਆ ਛੰਦਵੱਦੀ ਦਾ। ਐਕਚੁਅਲੀ ਸਰ ਤੇ ਨਾ ਕੰਪੀਟੀਸ਼ਨ ਚੱਲਦੇ ਆ, ਤਾਂ ਫਿਰ ਲੱਗਦਾ ਹੈ ਕਿ ਸਾਨੂੰ ਨੌਲੇਜ ਹੀ ਨਹੀਂ ਹੈ, ਤਾਂ ਲਿਖਾਂਗੇ ਤਾਂ ਫਿਰ ਇੱਧਰੋਂ ਉੱਧਰੋਂ ਚੱਕ ਕੇ ਲਿਖਣ ਦੀ ਬਜਾਏ ਪ੍ਰੋਪਰ ਨੌਲੇਜ ਨਾਲ ਲਿਖਿਆ ਜਾਵੇ ਤਾਂ ਜ਼ਿਆਦਾ ਅੱਛਾ ਹੈ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਸੇ ਦੀ ਪਰਫੈਕਸ਼ਨ ਹੋਣੀ ਹੈ। ਇੱਕ ਸਰ ਹੋਰ ਰਿਕੁਐਸਟ ਹੈ, ਗਜ਼ਲ ਤੇ ਜ਼ਰੂਰ ਦੱਸਿਓ ਇੱਕ ਵਾਰ, ਕਿਉਂਕਿ ਗਜ਼ਲ ਬੜਾ ਮਨ ਹੁੰਦਾ ਪਰ ਪੂਰੀ ਨੌਲੇਜ ਨਹੀਂ ਹੈ। ਹਾਂ ਗਜ਼ਲ ਦਾ ਮੈਂ ਤੁਹਾਨੂੰ ਪਹਿਲਾਂ ਹੀ ਪਿਛਲੀ ਵਾਰੀ ਵੀ ਕਿਹਾ ਸੀ, ਗਜ਼ਲ ਦਾ ਮੈਂ ਨਾ ਕੋਈ ਬੰਦਾ ਆਪਦੇ ਨਾਲ ਇੱਕ ਦਿਨ ਐਡ ਕਰੂੰਗਾ। ਮੈਂ ਗਜ਼ਲ ਬਾਰੇ ਮੁੱਢਲੀਆਂ ਗੱਲਾਂ ਤਾਂ ਕੁਝ ਕਰ ਸਕਦਾ ਤੁਹਾਡੇ ਨਾਲ, ਪਰ ਗਜ਼ਲ ਕਿਉਂਕਿ ਮੈਂ ਕਦੇ ਗਜ਼ਲ ਉਵੇਂ ਕਦੇ ਲਿਖੀ ਨਹੀਂ ਹੈਗੀ, ਜਾਂ ਗਜ਼ਲ ਤੇ ਮੈਂ ਕਦੇ ਉਵੇਂ ਸਟੱਡੀ ਨਹੀਂ ਕੀਤੀ ਹੈਗੀ, ਗਜ਼ਲ ਬਾਰੇ ਮੈਨੂੰ ਆਉਂਦਾ ਨਹੀਂ, ਇਸ ਕਰਕੇ ਮੈਂ ਕਦੇ ਗਜ਼ਲ ਲਿਖੀ ਵੀ ਨਹੀਂ ਆਪ। ਤੇ ਆਪਾਂ ਕਿਸੇ ਵਰਕਸ਼ਾਪ ਦੇ ਵਿੱਚ ਇੱਕ ਦੇ ਵਿੱਚ ਗਜ਼ਲ ਦਾ ਐਕਸਪਰਟ ਬੰਦੇ ਬਥੇਰੇ ਨੇ ਮੇਰੇ ਮਿੱਤਰ ਦੋਸਤ, ਉਹਨਾਂ ਚੋਂ ਕਿਸੇ ਨੂੰ ਇਨਵਾਈਟ ਕਰਾਂਗੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਜ਼ਰੂਰ ਸਰ, ਥੈਂਕ ਯੂ। ਕਿਉਂਕਿ ਸਰ ਸਰਚ ਵੀ ਕਰੀਏ ਨਾ, ਮਤਲਬ ਬਹੁਤੀ ਡਿਟੇਲ ਨਹੀਂ ਮਿਲਦੀ ਗਜ਼ਲ ਦੀ ਨਾ, ਉਹ ਬਸ ਇਹੀ ਹੋ ਜਾਂਦਾ ਉਰਦੂ ਤੋਂ ਆਈ ਹੈ, ਇਹ ਉਹ ਹੈ, ਮਤਲਬ ਇਹਦਾ ਮਤਲਬ ਕਰਾਂਗੇ ਆਪਾਂ ਇੱਕ ਵਰਕਸ਼ਾਪ ਕੱਲੀ ਗਜ਼ਲ ਤੇ ਕਰਾਂਗੇ, ਇੱਕ ਵਰਕਸ਼ਾਪ ਖੁੱਲੀ ਕਵਿਤਾ ਤੇ ਕਰਾਂਗੇ, ਚੱਲਦਾ ਰਹੂਗਾ। ਥੈਂਕ ਯੂ ਸਰ ਜੀ। ਹਾਂਜੀ, ਹੋਰ ਕੋਈ ਜਿਹੜੇ ਰਹਿ ਗਏ ਆਪਣੇ ਵਿਚਾਰ, ਆਪਣੀ ਫੀਡਬੈਕ, ਆਪਣਾ ਸਵਾਲ ਕੋਈ ਵੀ ਸਾਂਝੇ ਕਰੋ ਪਲੀਜ਼। ਥੈਂਕ ਯੂ ਸਰ। ਸਰ ਮੈਂ ਗੁਰਪ੍ਰੀਤ ਜੀ, ਵਧੀਆ ਲੱਗਿਆ ਜੀ ਵਰਕਸ਼ਾਪ ਜੁਆਇਨ ਕਰਕੇ। ਸਰ ਪਹਿਲਾਂ ਮੈਂ ਤੁਸੀਂ ਲਿੰਕ ਭੇਜਿਆ ਸੀ, ਉਹਦੇ ਤੋਂ ਇਹਦੇ ਬਾਰੇ ਸਰ ਇਹ ਦੇਖੀ ਤੁਹਾਡੀ। ਸਰ ਕੋਈ ਵੀ ਇੰਨੇ ਸੌਖੇ ਤਰੀਕੇ ਨਾਲ, ਤੇ ਜਿਨ੍ਹਾਂ ਨੂੰ ਨਹੀਂ ਵੀ ਆਪਾਂ ਜਾਣਦੇ ਉਹਨਾਂ ਲੋਕਾਂ ਨੂੰ ਸਰ ਗਾਈਡ ਕਰਨ ਦੇ ਕੋਈ ਵੈਸੇ ਨਹੀਂ ਇਨੀਸ਼ੀਏਟਿਵ ਲੈਂਦਾ। ਸਰ ਆਪਣੇ ਗਰੁੱਪ ਦੇ ਵਿੱਚ ਹੀ ਸਾਰੇ ਇਹਦਾ ਸੋਚਦੇ ਆ। ਸਰ ਪਹਿਲਾ ਗਰੁੱਪ ਮੈਂ ਜੁਆਇਨ ਕੀਤਾ ਸਿਰਜਣਾਤਮਕ ਸਿੱਖਿਆ, ਜਿਹਦੇ ਵਿੱਚ ਸਰ ਮੈਨੂੰ ਲੱਗ ਰਿਹਾ ਕਿ ਵਿਦਆਊਟ ਐਨੀ ਪਾਰਸ਼ੈਲਿਟੀ ਹਰੇਕ ਨੂੰ ਇਕੁਅਲੀ ਸਿੱਖਣ ਦਾ ਮੌਕਾ ਮਿਲ ਰਿਹਾ। ਸਰ ਦੁਨੀਆ ਵਿੱਚ ਇਹ ਮੈਨੂੰ ਇੱਕ ਸਰ ਸਰਪ੍ਰਾਈਜ਼ਿੰਗ ਹੀ ਲੱਗ ਰਹੀ ਹੈ ਗੱਲ, ਕਿ ਅੱਜ ਦੇ ਜ਼ਮਾਨੇ ਵਿੱਚ ਇਸ ਤਰੀਕੇ ਨਾਲ ਹੋ ਰਿਹਾ ਕਿ ਸਾਨੂੰ ਏਦਾਂ ਤੁਸੀਂ ਅਚਾਨਕ ਤੋਂ ਸਰ ਇੰਨੇ ਵਧੀਆ ਗਾਈਡ ਮਿਲ ਗਏ। ਸਰ ਥੈਂਕ ਯੂ ਓਕੇ, ਥੈਂਕ ਯੂ ਤੁਹਾਡਾ ਵੀ ਜੀ। ਇੰਦਰ ਸਰਾਂ ਜੀ ਹੈਗੇ ਨੇ ਆਪਣੇ ਨਾਲ? ਹਾਂਜੀ ਸਰ। ਹਾਂਜੀ ਹਾਂਜੀ ਸਰ, ਵਧੀਆ ਲੱਗਿਆ ਜੀ। ਮੈਂ ਸੋਧ ਕਰ ਲਈ ਹੈਗੀ ਹੈ, ਜਿਹੜੀ ਕਵਿਤਾ ਉਹ ਕਰ ਰਿਹਾ ਸੀ, ਮੈਂ ਸੋਧ ਕਰ ਰਿਹਾ ਸੀਗਾ ਜਿਹੜੇ ਤੁਸੀਂ ਦੱਸਿਆ ਸੀਗਾ। ਹਾਂ
ਬਸ ਸੋਧ ਆਪਾਂ ਇਹ ਤੋਂ ਬਾਅਦ ਆਪ ਕਰਨੀ ਸਿੱਖਣੀ ਹੈ। ਮਤਲਬ ਇਹ ਨਹੀਂ ਕਿ ਜੋ ਮੈਂ ਕਹਤਾ ਜ਼ਰੂਰੀ ਨਹੀਂ, ਮਤਲਬ ਉਹਦੇ ਬਹੁਤ ਸਾਰੇ ਬਦਲ ਹੁੰਦੇ ਨੇ। ਜਦੋਂ ਕੋਈ ਚੇਂਜ ਕਰਦੇ ਆ ਨਾ ਆਪਾਂ, ਉਹਦੇ ਆਪਸ਼ਨ ਬਹੁਤ ਸਾਰੇ ਹੁੰਦੇ ਨੇ ਆਪਣੇ ਕੋਲੇ ਕਿ ਆਹ ਚੇਂਜ ਕਰ ਦਈਏ, ਆਹ ਚੇਂਜ ਕਰ ਦਈਏ, ਆਹ ਚੇਂਜ ਕਰ ਦਈਏ। ਮੈਂ ਆਪਣੀ ਵਿਜ਼ਡਮ ਦੇ ਮੁਤਾਬਕ ਕਰਤਾ। ਹੁਣ ਜਦੋਂ ਤੁਸੀਂ ਆਪ ਸਿੱਖ ਗਏ ਤਾਂ ਫਿਰ ਤੁਸੀਂ ਕੋਈ ਮੇਰੇ ਨਾਲੋਂ ਬੈਟਰ ਉਹਦਾ ਆਪਸ਼ਨ ਵੀ ਲੱਭ ਸਕਦੇ ਹੋ, ਕੋਈ ਨਵਾਂ ਸ਼ਬਦ, ਕੋਈ ਨਵਾਂ ਮੈਟਾਫਰ। ਜਦੋਂ ਆਪਾਂ ਦੁਬਾਰਾ ਵਰਕ ਕਰਦੇ ਆ ਨਾ ਆਪਣੀ ਰਚਨਾ ਦੇ ਉੱਤੇ, ਤਾਂ ਸਾਨੂੰ ਆਪਣੇ ਆਪ ਹੀ ਕੁਝ ਹੋਰ ਨਵੀਆਂ ਗੱਲਾਂ ਲੱਭਦੀਆਂ ਨੇ। ਹਾਂਜੀ, ਨਵਾਂ ਕੁਝ ਐਡ ਕੀਤਾ ਜੀ। ਜੀ ਜੀ ਜੀ, ਓਕੇ ਗੁੱਡ। ਹੋਰ ਕੌਣ ਰਹਿ ਗਿਆ ਜੀ? ਸਾਰੇ ਜੀ। ਚਲੋ ਠੀਕ ਹੈ ਜੀ, ਫਿਰ ਥੈਂਕ ਯੂ ਤੁਹਾਡਾ ਸਾਰਿਆਂ ਦਾ। ਮਿਲਦੇ ਹਾਂ ਆਪਾਂ ਕਿਸੇ ਦਿਨ ਫੇਰ ਕਿਸੇ ਹੋਰ ਨਵੇਂ ਰੂਪ ਦੇ ਵਿੱਚ, ਨਵੀਆਂ ਚੀਜ਼ਾਂ ਲੈ ਕੇ। ਉਮੀਦ ਕਰਦੇ ਹਾਂ ਕਿ ਆਪਾਂ ਇੱਕ ਵਾਰੀ ਫੇਰ ਇਹਨੂੰ ਸਾਰਿਆਂ ਨੂੰ ਦੁਬਾਰਾ ਦੇਖਿਓ। ਇੱਕ ਵਾਰੀ ਮੈਂ ਲਿੰਕ ਭੇਜੂੰਗਾ, ਤੁਹਾਨੂੰ ਕੁਝ ਗੱਲਾਂ ਹੋਰ ਸਮਝ ਆਉਣਗੀਆਂ। ਇੱਕ ਵਾਰੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਕਿਪ ਹੋ ਜਾਂਦੀਆਂ ਨੇ। ਜਦੋਂ ਜਲਦੀ ਇਸ ਨੂੰ ਇੱਕ ਵਾਰੀ ਫੇਰ ਦੇਖੋਗੇ ਸਾਰੇ ਨੂੰ, ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੁਬਾਰਾ ਚੇਤੇ ਆਉਣਗੀਆਂ। ਤੇ ਇਸ ਨੂੰ ਲਿੰਕ ਨੂੰ ਹੋਰ ਵੀ ਦੋਸਤ ਦੇਖਣ ਤਾਂ ਮੇਰੇ ਖਿਆਲ ਦੇ ਵਿੱਚ ਕਈਆਂ ਦਾ ਹੋਰ ਹੀ ਫਾਇਦਾ ਹੋ ਸਕਦਾ ਕੁਝ ਨਾ ਕੁਝ। ਸੋ ਆਪਾਂ ਮੈਂ ਜਲਦੀ ਤੁਹਾਨੂੰ ਲਿੰਕ ਭੇਜੂੰਗਾ ਤੇ ਆਪਾਂ ਫਿਰ ਇਸ ਲਿੰਕ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਵੀ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।